ਲੋਕੀ ਬਹੁਤ ਇੱਥੋਂ ਤਤਪਰ ਹਨ ਮਦਦ ਕਰਨ ਵਾਸਤੇ, ਲੇਕਿਨ ਉੱਥੋਂ ਦੇ ਲੋਕਾਂ ਜਾਂ ਫਿਰ ਗਵਰਨਮੈਂਟ ਦਾ ਰਵੱਈਆ ਅਜਿਹਾ ਹੈ ਕਿ NRI ਸ਼ਾਇਦ ਰੁੱਖਾਂ ਨਾਲ ਤੋੜ ਕੇ ਲਿਆਉਂਦੇ ਹਨ ਤੇ ਇਹਨਾਂ ਨੂੰ ਜੋ ਵੀ ਕਰਨਾ ਕਰ ਲਓ। ਖਾਲਸਾ ਏਡ ਬਹੁਤ ਵੱਡਾ ਅੰਬਰੇਲਾ, ਬਹੁਤ ਵੱਡੀ ਛਤਰੀ। ਉਹਨੂੰ ਨਹੀਂ ਪਤਾ ਸਾਡੇ ਥੱਲੇ ਆ ਕੇ ਸਾਨੂੰ ਸਹਾਇਤਾ ਕਰਨ ਦੇ ਮਕਸਦ ਨਾਲ ਕੌਣ ਖੜਾ ਹੋ ਗਿਆ। ਉਹ ਤੇ ਗਲਤ ਬੰਦੇ ਵੀ ਖੜੇ ਹੋ ਸਕਦੇ ਆ, ਸਹੀ ਵੀ ਖੜੇ ਹੋ ਸਕਦੇ। ਜਦੋਂ ਇਹ ਗਲਤ ਅਨਸਰ ਆ ਕੇ ਉਹਨਾਂ ਦੀ ਛਤਰੀ ਹੇਠ ਖੜਾ ਕਰਦਾ, ਭਾਵੇਂ ਡੋਨੇਸ਼ਨ ਦੇਣ ਦੇ ਹਿਸਾਬ ਨਾਲ, ਭਾਵੇਂ ਉਹ ਸੇਵਾ ਦਾ ਮੁੱਦਾ ਲੈ ਕੇ ਖੜਾ ਹੁੰਦਾ, ਉਹਦੇ ਤੇ ਫਿਰ ਨਜ਼ਰ ਰੱਖਣੀ ਭਾਰਤੀ ਏਜੰਸੀਜ਼ ਵਾਸਤੇ ਲਾਜ਼ਮੀ ਹੋ ਜਾਂਦੀ। ਜੇਕਰ ਕੋਈ ਜਥੇਬੰਦੀ ਇੱਥੋਂ $1 ਮਿਲੀਅਨ ਦੇ ਦਿੰਦੀ ਹੈ, ਚਾਹੇ ਉਹ ਕੋਈ ਵੀ ਮਾੜਾ ਕੰਮ ਕਰਦੀ ਹੋਵੇ, ਲੇਕਿਨ ਭਾਰਤ ਦੇ ਵਿੱਚ ਉਹ ਪੈਸਾ ਇੱਕ ਚੰਗੇ ਕੰਮ ਵਾਸਤੇ ਲੱਗਣਾ, ਵਾਈ ਨਾਟ ਇਹ ਐਡਵਾਂਟੇਜ ਜਿਹੜਾ ਵਾ ਇੱਕ ਫਾਇਦਾ ਉਠਾਇਆ ਜਾਵੇ। ਗੁਰੂ ਨਾਨਕ ਨੇ ਇੱਕ ਪਾਸੇ ਭਾਈ ਲਾਲੋ ਦੀ ਰੋਟੀ ਸੀ, ਇੱਕ ਪਾਸੇ ਉਹ ਜਿਹੜਾ ਇੱਕ ਚੋਂ ਦੁੱਧ ਨਿਕਲਿਆ ਸੀ, ਇੱਕ ਚੋਂ ਖੂਨ ਨਿਕਲਿਆ। ਖੂਨ, ਹਾਂਜੀ, ਯੈਸ। ਤੁਸੀਂ ਅਸੀਂ ਖੂਨ ਵਾਲੀ ਰੋਟੀ ਕਿਉਂ ਲਈਏ ਜੀ? ਭਾਵੇਂ ਢਿੱਡ ਉਹਦੇ ਨਾਲ ਵੀ ਭਰਨਾ, ਹਾਂਜੀ, ਢਿੱਡ ਦੁੱਧ ਵਾਲੀ ਰੋਟੀ ਨਾਲ ਵੀ ਭਰਨਾ। ਸਾਨੂੰ ਉਹੋ ਜਿਹੇ ਢਿੱਡ ਭਰਨ ਦੀ ਲੋੜ ਨਹੀਂ ਜਿਹਦੇ ਵਿੱਚ ਡਰਟੀ ਮਨੀ। ਸਵੇਰੇ ਸਬਜ਼ੀ ਵਾਲਾ ਆ ਜਾਣਾ, ਗਾਰਡਨ ਫਰੈਸ਼ ਸਬਜ਼ੀ, ਦੁੱਧ ਵੇਰਕਾ ਦਾ ਵੀ ਆਉਂਦਾ, ਸਵੇਰੇ ਆ ਜਾਣਾ। ਨਹੀਂ ਤੁਸੀਂ ਢੋਲ ਵਾਲੇ ਤੋਂ ਲੈਣਾ, ਉਹ ਵੀ ਆ ਜਾਂਦਾ। ਐਵਰੀਥਿੰਗ ਇਜ਼ ਅਵੇਲੇਬਲ ਐਟ ਯਰ ਡੋਰਸਟੈਪ। ਤੁਸੀਂ ਚੱਕ ਕੇ ਝੋਲੇ ਤੁਰੇ ਫਿਰਦੇ ਗਰੋਸਰੀ ਕਰਨ ਜਾਣਾ ਜੀ, ਆਹ ਹੁਣ ਹਫਤੇ ਦੀ ਲੈ ਆਈਏ, 15 ਦਿਨਾਂ। ਤੁਸੀਂ ਇੱਥੇ ਕੀ ਕਰਦੇ ਜੀ? ਮੈਂ ਵੇਖਿਆ ਕੋਈ ਹਫਤੇ ਦੀ ਗਰੋਸਰੀ ਕਰਦਾ, ਅਸੀਂ 2 ਮਹੀਨੇ ਦਾ ਸਮਾਨ ਇਕੱਠਾ ਲੈ ਕੇ ਉਹਨੇ ਇੰਨੀ ਕੁ ਤਨਖਾਹ। ਜਿਹੜੀ ਸ਼ਾਨ ਦੇ ਨਾਲ ਤੁਸੀਂ ਗੱਲ ਦੱਸੀ ਹੈ, ਇਹੋ ਹੀ ਸ਼ਾਨ ਤੁਸੀਂ ਬੱਚਿਆਂ ਆਪਣਿਆਂ ਨੂੰ ਦਿਖਾਉਂਦੇ ਹੋ, ਜਿਹੜੇ ਕਿ ਇੱਥੇ ਆਣ ਕੇ ਹਾਰਡਲੀ 90% ਫੇਲ ਹੋ ਰਹੇ ਹਨ, 10% ਉਹ ਜਿਹੜੇ ਹਨ ਉਹ ਹਾਰਡਲੀ ਲਾਈਫ ਦੇ ਵਿੱਚ ਪਾਸ ਹੋ ਰਹੇ ਹਨ। ਪੰਜਾਬ ਦਸਤਾਵੇਜ਼ YouTube ਅਤੇ ਫੇਸ ਚੈਨਲ ਦੇ ਰਜਿੰਦਰ ਸਿੰਘ ਤੱਗੜ ਜੀ ਦੇ ਨਾਲ, ਇਹਨਾਂ ਦਾ ਨਾਮ ਤੁਸੀਂ ਬਹੁਤ ਵਾਰੀ ਇੱਥੇ ਸੁਣਿਆ ਹੋਵੇਗਾ, ਕਿਉਂਕਿ ਇੱਕ ਰੇਡੀਓ 'ਤੇ ਇਹਨਾਂ ਨੇ ਲਗਭਗ 10 ਵਾਰੀ ਤੱਕ ਕੰਮ ਕੀਤਾ ਹੈ। ਹੁਣ ਇਹਨਾਂ ਦਾ ਆਪਣਾ YouTube ਤੇ ਫੇਸਬੁੱਕ ਚੈਨਲ ਹੈ। ਇਹ ਪੰਜਾਬ ਦੇ ਹਰ ਖੇਤਰ ਪ੍ਰਤੀ ਜਾਣਕਾਰੀ ਰੱਖਦੇ ਹਨ ਅਤੇ ਆਪਾਂ ਇਹਨਾਂ ਦੇ ਨਾਲ ਵੱਖ-ਵੱਖ ਵਿਸ਼ਿਆਂ 'ਤੇ ਲਗਭਗ 45 ਮਿੰਟ ਗੱਲਬਾਤ ਕਰਾਂਗੇ, ਜਿਸ ਦੇ ਵਿੱਚੋਂ ਇਹਨਾਂ ਦੇ ਜੋ ਵੀ ਪੰਜਾਬ ਪ੍ਰਤੀ ਜਾਂ ਫਿਰ ਆਊਟ ਆਫ ਪੰਜਾਬ ਪ੍ਰਤੀ ਵਿਚਾਰ ਹਨ, ਜੋ ਇਹਨਾਂ ਦਾ ਆਪਣਾ ਐਕਸਪੀਰੀਅੰਸ ਹੈ ਪਾਸ ਦਾ, ਉਹਦੇ ਤੇ ਇੱਕ ਵਿਚਾਰ ਵਟਾਂਦਰਾ ਕੀਤਾ ਜਾਏਗਾ। ਤੱਗੜ ਸਾਹਿਬ, ਆਪ ਜੀ ਦਾ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਨਮਸਕਾਰ ਜੀ। ਫਸਟ ਟਾਈਮ ਸੁਰਸਾਗਰ ਰੇਡੀਓ ਤੇ ਟੈਲੀਵਿਜ਼ਨ ਤੇ ਤੁਹਾਡੀ ਅਸੀਂ ਆਪਣੇ ਦਰਸ਼ਕਾਂ ਨਾਲ ਮੁਲਾਕਾਤ ਕਰਾਉਣ ਜਾ ਰਹੇ ਹਾਂ। ਈਵਨ ਤੁਹਾਡਾ ਨਾਮ ਇੱਥੇ ਕਾਫੀ ਪ੍ਰਚਲਿਤ ਹੈ, ਲੋਕੀ ਜਾਣਦੇ ਹਨ, ਪਰ ਸਾਨੂੰ ਤੁਸੀਂ ਮੌਕਾ ਦਿੱਤਾ, ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹਾਂ ਕਿ ਤੁਹਾਡੇ ਵਿਚਾਰ ਆਪਣੇ ਦਰਸ਼ਕਾਂ ਨਾਲ ਸਾਂਝੇ ਕਰ ਸਕੀਏ। ਤੁਹਾਡੀ ਇਹ ਪਰਸਨਲ ਫੇਰੀ ਹੋਏਗੀ ਅਤੇ ਇਸ ਫੇਰੀ 'ਤੇ ਤੁਹਾਨੂੰ ਕੈਨੇਡਾ ਦਾ ਕੀ ਹਾਵ ਭਾਵ ਲੱਗਾ, ਕਿਸ ਤਰ੍ਹਾਂ ਮਹਿਸੂਸ ਹੋਇਆ? ਹਾਂਜੀ, ਇਹ ਮੇਰਾ ਦੂਜਾ ਚੱਕਰ ਹੈ ਜੀ। ਅਤੇ 2005 ਪਹਿਲੀ ਵਾਰੀ ਆਇਆ ਸੀ ਅਤੇ ਅੱਛਾ ਲੱਗਿਆ ਮੈਨੂੰ। ਸੋਹਣਾ ਮੁਲਕ ਹੈ, ਬੜਾ ਅੱਛਾ ਇੰਤਜ਼ਾਮ ਹੈ, ਨਿਜ਼ਾਮ ਹੈ, ਔਰ ਟ੍ਰੈਫਿਕ ਰੂਲਸ ਬੜੇ ਓਬੇ ਹੁੰਦੇ ਆ ਇੱਥੇ। ਬਾਕੀ ਸਾਰੀਆਂ ਰੇਸਿਸ ਦੇ ਲੋਕ ਨੇ ਜੀ। ਮਲਟੀਕਲਚਰਲ ਸੁਸਾਇਟੀ ਹੈ। ਪੰਜਾਬੀਆਂ ਦਾ ਵੀ ਇੱਥੇ ਕਾਫੀ ਬੋਲਬਾਲਾ ਹੈ, ਜਿਹਨੂੰ ਦੇਖ ਕੇ ਖੁਸ਼ੀ ਹੋਈ। ਅਤੇ ਅੰਗਰੇਜ਼ਾਂ ਦਾ ਵੀ ਇੱਥੇ ਤੌਰ ਤਰੀਕਾ ਵੇਖਿਆ, ਰਹਿਣ ਸਹਿਣ, ਉੱਠਣ ਬੈਠਣ ਦਾ, ਅਤੇ ਅੱਛਾ ਲੱਗਿਆ ਜੀ। ਮੈਨੂੰ ਵਧੀਆ ਲੱਗਿਆ, ਮਤਲਬ ਕਿ ਫੋਰ ਅ ਚੇਂਜ ਵਧੀਆ ਲੱਗਿਆ। ਬਾਕੀ ਜੋ ਮੇਰਾ ਪੰਜਾਬ ਹੈ ਉਹ ਤੋਂ ਵਧੀਆ ਤਾਂ ਮੈਨੂੰ ਕੁਛ ਵੀ ਨਹੀਂ ਲੱਗਦਾ ਜੀ। 2005 ਤੇ ਹੁਣ 2022 ਵੀ ਲੰਘ ਚੁੱਕਾ, 23 ਹੈ, ਕਾਫੀ ਸਮਾਂ ਹੋ ਜਾਂਦਾ ਜੀ, ਲਗਭਗ 18 ਵਰੇ ਜੀ। ਕੀ ਅੰਤਰ ਵੇਖਿਆ? ਹਾਂਜੀ, ਕੀ ਅੰਤਰ ਮਹਿਸੂਸ ਕੀਤਾ? ਅੰਤਰ ਮੈਨੂੰ ਕੋਈ ਜ਼ਿਆਦਾ ਮਹਿਸੂਸ ਨਹੀਂ ਹੋਇਆ, ਬਸ ਥੋੜ੍ਹੇ ਜਿਹੀ ਟ੍ਰੈਫਿਕ ਵਧਿਆ। ਹਾਂਜੀ। ਅਤੇ ਬਾਕੀ ਆਬੋ ਹਵਾ ਸੇਮ ਹੀ ਆ। ਅਤੇ ਪਿਛਲੀ ਵਾਰੀ ਜਦੋਂ ਮੈਂ ਆਇਆ ਸੀ ਉਦੋਂ ਵੀ ਤਕਰੀਬਨ ਸਾਰੇ ਸ਼ਹਿਰਾਂ 'ਚ ਗਏ ਸੀ ਅਸੀਂ। ਮੌਂਟਰੀਅਲ ਵੀ ਗਏ, ਵੈਂਕੂਵਰ, ਵਿਕਟੋਰੀਆ ਸਾਈਡ, ਟੋਰਾਂਟੋ, ਬਰੈਂਪਟਨ, ਮਿਸੀਸਾਗਾ, ਸਭ ਘੁੰਮੇ। ਅਤੇ ਮੈਨੂੰ ਕੋਈ ਜ਼ਿਆਦਾ ਫਰਕ ਮਹਿਸੂਸ ਨਹੀਂ ਹੋਇਆ। ਬਸ ਇਹ ਹੈ ਥੋੜ੍ਹੀ ਜਿਹੀ ਡੈਂਸਿਟੀ ਆਫ ਪਾਪੂਲੇਸ਼ਨ ਵਧੀ ਆ, ਟ੍ਰੈਫਿਕ ਸੜਕਾਂ 'ਤੇ ਵਧਿਆ। ਬਾਕੀ ਬਿਲਡਿੰਗਾਂ ਉਵੇਂ ਹੁੰਦੀਆਂ ਸੋਹਣੀਆਂ ਹੀ ਆ, ਅਤੇ ਜਿਵੇਂ ਪਹਿਲਾਂ ਹਾਈ ਰਾਈਜ਼ ਬਿਲਡਿੰਗ ਸੀਗੀਆਂ ਉੱਦਾਂ, ਅਤੇ ਜਿਹੜੇ ਬਾਗ ਬਗੀਚੇ ਆ ਉਹ ਵੀ ਠੀਕ ਆ, ਉੱਦਾਂ ਹੀ ਲੱਗ ਰਹੇ ਆ। ਸੋ ਮੈਨੂੰ ਕੋਈ ਬਹੁਤਾ ਡਿਫਰੈਂਸ ਨਹੀਂ ਲੱਗਿਆ ਐਕਸੈਪਟ ਡੈਂਸਿਟੀ ਆਫ ਪਾਪੂਲੇਸ਼ਨ। ਠੀਕ ਹੈ।
ਤਗੜ ਸਾਹਿਬ, ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਇਸ ਜਿਹੜੀ ਪਾਪੂਲੇਸ਼ਨ ਆ ਘਟਦੀ ਜਾ ਰਹੀ ਹੈ, ਪਰਟੀਕੂਲਰ ਸਿੱਖਾਂ ਦੀ ਆਪਾਂ ਜਦੋਂ ਗੱਲ ਕਰਦੇ ਹਾਂ। ਕੈਨੇਡਾ ਇੱਕ ਉਹਨਾਂ ਲਈ ਡੈਸਟੀਨੇਸ਼ਨ ਹੈ ਕਿ ਹਰ ਕੋਈ ਇੱਥੇ ਮੂਵ ਹੋਣਾ ਚਾਹੁੰਦਾ ਹੈ, ਚਾਹੇ ਉਹ ਕਿੱਡਾ ਵੱਡਾ ਅਫਸਰ ਹੋਵੇ ਜਾਂ ਫਿਰ ਉਹ ਖੇਤੀਬਾੜੀ ਦੇ ਨਾਲ ਜਾਂ ਥੋੜ੍ਹਾ ਵੀ ਉਹ ਪੈਸਾ ਰੱਖਦਾ ਹੈ ਅਤੇ ਉਹਦਾ ਇਹ ਸੁਪਨਾ ਹੁੰਦਾ ਕਿ ਆਪਣੇ ਬੱਚੇ ਕੈਨੇਡਾ 'ਚ ਐਜੂਕੇਸ਼ਨ ਵਾਸਤੇ ਭੇਜਾਂ। ਲੇਕਿਨ ਇੱਥੇ ਆਣ ਕੇ ਬਹੁਤ ਬੱਚੇ ਘੱਟ ਐਜੂਕੇਸ਼ਨ ਪ੍ਰਾਪਤ ਕਰਦੇ ਹਨ ਅਤੇ ਇਹ ਇੱਕ ਜ਼ਰੀਆ ਬਣਾਇਆ ਹੈ ਐਜੂਕੇਸ਼ਨ ਦਾ ਕਿ ਕੈਨੇਡਾ 'ਚ ਆ ਕੇ ਪੱਕੇ ਹੋਣਾ ਹੈ ਜੀ। ਤੁਹਾਡਾ ਇਸ ਪ੍ਰਤੀ ਕੀ ਵਿਚਾਰ ਆ? ਮੈਂ ਇਸ ਰੁਝਾਨ ਨੂੰ ਕੋਈ ਪੰਤ ਸਾਹਿਬ ਵਧੀਆ ਰੁਝਾਨ ਨਹੀਂ ਸਮਝਦਾ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਕਸਪੀਰੀਅੰਸ ਦੱਸਦਾ। ਕੁਝ ਦਿਨ ਪਹਿਲਾਂ ਮੈਂ ਕਲੋਨਾ ਗਿਆ ਜੀ। ਉੱਥੇ ਮੈਨੂੰ ਇੱਕ ਯੁਵਕ ਤੁਰਿਆ ਜਾਂਦਾ ਪੰਜਾਬੀ ਮਿਲਿਆ ਅਤੇ ਮੈਂ ਉਹਦਾ ਗੱਲਾਂ ਬਾਤਾਂ ਪੈ ਗਿਆ। ਉਹ ਮੁੰਡਾ ਸੀਗਾ ਹੁਸ਼ਿਆਰਪੁਰ ਦਾ ਜੀ। ਕਹਿੰਦਾ ਜੀ ਮੈਂ ਇੱਥੇ ਸਪਾਊਸ ਵੀਜ਼ੇ 'ਤੇ ਆਇਆ। ਮੇਰੀ ਵਾਈਫ ਪਹਿਲਾਂ ਵਰਕ ਵੀਜ਼ੇ 'ਤੇ ਸੀ, ਫਿਰ ਮੈਂ ਸਪਾਊਸ ਵੀਜ਼ੇ 'ਤੇ ਆ ਗਿਆ ਅਤੇ ਮੈਂ ਕਿਵੇਂ ਲੱਗ ਰਿਹਾ ਤੈਨੂੰ ਮਾਹੌਲ? ਜੀ। ਉਹ ਕਹਿੰਦਾ ਮੈਨੂੰ 2 ਸਾਲ ਹੋਏ ਆ ਜੀ। ਕਹਿੰਦਾ ਜੋ ਮੇਰਾ ਪਿੰਡ ਹੈ, ਮੇਰੇ ਕੋਲ 20 ਏਕੜ ਜ਼ਮੀਨ ਆ। 20 ਏਕੜ ਜ਼ਮੀਨ ਆ ਮੇਰੇ ਕੋਲ। ਹਾਂਜੀ। ਅਤੇ 20 ਕਿੱਲਿਆਂ 'ਚ ਵਧੀਆ ਸੀ। ਬਸ ਤੂੰ ਆ ਕਿਉਂ ਗਿਆ? ਕਹਿੰਦਾ ਜੀ ਇੱਕ ਬਸ ਚੱਲੀ ਸੀ ਵਿੱਚ ਕੈਨੇਡਾ ਜਾਣਾ ਆ ਗਏ। ਮੈਂ ਹੁਣ ਕੀ ਕਰਨਾ ਅੱਗੇ? ਜੀ। ਕਹਿੰਦਾ ਜੀ ਹੁਣ ਇੱਥੋਂ PR ਲੈ ਕੇ ਮੈਂ ਤਾਂ ਵਾਪਸ ਪਿੰਡ ਜਾਣਾ। ਸੋ ਦਿਸ ਇਜ਼ ਵਾਟ ਜਿਹੜੀ ਮੈਨੂੰ ਆ 2 ਦਿਨ ਪਹਿਲਾਂ ਮਤਲਬ ਕਿ ਰਿਸਪੌਂਸ ਮਿਲੀ। ਜਿਹੜੇ ਲੋਕ ਤੁਸੀਂ ਕਹਿੰਦੇ ਵੀ ਪੰਜਾਬ ਖਾਲੀ ਹੋ ਰਿਹਾ, ਪੰਜਾਬ ਦੇ ਵਿੱਚ ਜਿਹੜਾ ਯੂਥ ਹੈ ਜ਼ਰੂਰ ਬਾਹਰ ਆ ਰਿਹਾ, ਕਾਫੀ ਵੱਡੀ ਗਿਣਤੀ 'ਚ ਆ ਰਿਹਾ, ਪਰ ਇਹ ਕਹਿਣਾ ਕਿ ਪੰਜਾਬ ਖਾਲੀ ਹੋ ਜਾਊਗਾ ਕਿਉਂਕਿ ਹਰ ਕਿੰਨੇ ਕੁ ਬੱਚੇ ਆ ਰਹੇ ਆ, ਹਰ ਬੰਦੇ ਦੀ ਸਮਰੱਥਾ ਹੈ ਨਹੀਂ ਇੰਨੇ ਪੈਸੇ ਲਾ ਕੇ ਬਾਹਰ ਆਉਣ ਨੂੰ। ਜਿਨ੍ਹਾਂ ਕੋਲ ਜ਼ਮੀਨ ਵਗੈਰਾ ਹੈਗੀ ਹੈ ਜਾਂ ਰਿਚ ਬਿਜ਼ਨਸਮੈਨ ਹੈ ਉਹਨਾਂ ਦੇ ਬੱਚੇ ਹੀ ਆ ਰਹੇ। ਬਟ ਬਹੁਤ ਵੱਡੀ ਗਿਣਤੀ ਉੱਥੇ ਬਿਲੋ ਪਾਵਰਟੀ ਲਾਈਨ ਰਹਿੰਦੀ ਹੈ। ਉਹਨਾਂ ਦੇ ਬੱਚੇ ਸੋਚ ਵੀ ਨਹੀਂ ਸਕਦੇ ਕਿ ਵਿਦੇਸ਼ ਦਾ ਮੂੰਹ ਕਰ ਲੈਣਗੇ। ਵੱਧ ਤੋਂ ਵੱਧ ਕੀ ਕਰਨਗੇ? ਕੁਛ ਉਹ ITI ਵਗੈਰਾ ਕਰਕੇ ਉਹ ਇੱਧਰ ਮਸਕਟ ਚਲੇ ਜਾਣਗੇ ਅਤੇ UAE 'ਚ ਕੋਈ ਮੁਲਕ ਛੋਟਾ ਜਿਹਾ ਲੱਭ ਕੇ ਲੇਬਰ ਕਰਕੇ, ਦੈਟ ਕਾਈਂਡ ਆਫ ਅ ਥਿੰਗ। ਅਤੇ ਯੈਸ ਐਕਸੋਡਸ ਹੋ ਰਿਹਾ, ਪਰ ਇਹ ਹਾਇਰ ਸਟੇਟਸ ਤੋਂ ਹੋ ਰਿਹਾ। ਜਿਹੜਾ ਇਕਨੋਮਿਕਲੀ ਵੀਕਰ ਸੈਕਸ਼ਨ ਹੈ ਉਹਦੇ ਬੱਚੇ ਬਾਹਰ ਆਉਣ ਬਾਰੇ ਸੋਚ ਵੀ ਨਹੀਂ ਸਕਦੇ ਅਤੇ ਉਹ ਆ ਵੀ ਨਹੀਂ ਰਹੇ। ਪਰ ਰੁਝਾਨ ਜਿਹੜਾ ਹੈਗਾ ਬਾਹਰ ਆਉਣ ਦਾ, ਮੈਂ ਇਹਨੂੰ ਕੋਈ ਬਹੁਤਾ ਪੋਜ਼ੀਟਿਵ ਨਹੀਂ ਗਿਣਦਾ। ਇਹਨਾਂ ਬ੍ਰੇਨ ਡਰੇਨ ਹੋ ਰਿਹਾ ਜੀ। ਬਿਲਕੁਲ। ਗੱਲ ਜਿਹੜੀ ਬ੍ਰੇਨ ਡਰੇਨ ਦੀ ਹੈ ਇੱਥੇ ਹੀ ਨਹੀਂ ਰੁਕਦੀ। ਜੇਕਰ ਆਪਾਂ ਇਸ ਵੇਲੇ ਅੰਦਾਜ਼ਾ ਲਾਈਏ ਕਿ ਆਉਣ ਵਾਲੇ 5 ਸਾਲਾਂ 'ਚ ਪੰਜਾਬ ਦਾ ਕੀ ਹਸ਼ਰ ਹੋਏਗਾ। ਤੁਸੀਂ ਇੱਕ ਫੁੱਲ ਟਾਈਮ TV ਚੈਨਲ ਚਲਾਉਂਦੇ ਹੋ, ਨਾਲ ਜਰਨਲਿਸਟ, ਤੁਸੀਂ ਇੰਟਲੈਕਚੁਅਲ ਬੁੱਧੀਜੀਵ ਹੋ, ਲੇਕਿਨ ਮੈਂ ਸਮਝਦਾ ਕਿ ਜਿਸ ਤਰ੍ਹਾਂ ਤੁਸੀਂ ਲਾਈਟਲੀ ਇਸ ਗੱਲ ਨੂੰ ਲਿਆ ਵਾ, ਮੈਂ ਨਹੀਂ ਲਾਈਟਲੀ ਲੈ ਰਿਹਾ। ਉੱਥੋਂ ਦਾ ਬਹੁਤ ਸਾਰਾ ਤਬਕਾ ਇਸ ਗੱਲ ਨੂੰ ਲਾਈਟਲੀ ਲੈ ਰਿਹਾ ਕਿ ਕੋਈ ਨਹੀਂ, ਬੱਚੇ ਬਾਹਰ ਜਾ ਰਹੇ ਤੇ ਕੋਈ ਗੱਲ ਨਹੀਂ। ਲੇਕਿਨ ਜਦੋਂ ਆਪਾਂ ਸਟੈਟਿਸਟਿਕਲੀ ਗੱਲ ਕਰਦੇ ਹਾਂ, ਇਟ ਇਜ਼ ਵੈਰੀ ਡੇਂਜਰਸ ਫਾਰ ਪੰਜਾਬ। ਮੈਂ ਤੁਹਾਨੂੰ ਹੁਣੇ ਕੁਝ ਉਂਗਲਾਂ 'ਤੇ ਗੱਲਾਂ ਇਹ ਗਿਣਾਉਣੀਆਂ ਚਾਹੁੰਦਾ ਤਾਂ ਕਿ ਗੰਭੀਰਤਾ ਦੇ ਨਾਲ ਇਸ ਵਿਸ਼ੇ ਨੂੰ ਲਿਆ ਜਾਵੇ, ਪਰਟੀਕੁਲਰਲੀ ਜਿਹੜੇ ਇੰਟਲੈਕਚੁਅਲ, ਜਿਹੜੇ ਮੀਡੀਆਕਾਰ ਹਨ ਉਹ, ਤਾਂ ਕਿ ਉਹ ਆਪਣੇ ਸਾਧਨਾਂ ਰਾਹੀਂ ਲੋਕਾਂ ਨੂੰ ਦੱਸ ਸਕਣ ਕਿ ਇਹ ਕਿੱਡਾ ਖਤਰਨਾਕ ਰੁਝਾਨ ਚੱਲ ਰਿਹਾ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਆਫ ਦੀ ਏਅਰ ਕਿ ਤਗੜ ਸਾਹਿਬ, ਜੇਕਰ ਮੈਂ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਇਸ ਲਾਈਨ ਦੇ ਵਿੱਚ ਪੈ ਜਾਂਦਾ ਤੇ ਸ਼ਾਇਦ ਮੇਰਾ ਨੈਟਵਰਕ ਬਹੁਤ ਵੱਡਾ ਹੁੰਦਾ। ਇੱਥੇ ਮੇਰਾ ਨੈਟਵਰਕ ਓਡਾ ਵੱਡਾ ਨਹੀਂ ਹੋ ਸਕਿਆ ਜਿੱਡਾ ਮੇਰਾ ਸੁਪਨਾ ਸੀਗਾ। ਕਾਰਨ ਕਿਉਂਕਿ ਇੱਕ ਆਪਣਾ ਰੰਗ, ਇੱਕ ਆਪਣੀ ਪਾਪੂਲੇਸ਼ਨ ਘੱਟ ਹੋਣਾ, ਅਤੇ ਭਾਰਤ ਦੇ ਕੰਪੈਰੇਟਿਵਲੀ ਇੱਥੇ ਤਾਂ ਆਪਾਂ ਬਹੁਤ ਥੋੜ੍ਹੇ ਹਾਂ। ਉੱਥੇ ਤੁਹਾਡੇ ਕੋਲ ਵਾਸਟ ਇੱਕ ਪਾਪੂਲੇਸ਼ਨ ਹੈ ਜਿਹਦੇ 'ਚ ਤੁਸੀਂ ਤਰੱਕੀ ਕਰ ਸਕਦੇ ਹੋ। ਲੇਕਿਨ ਉਹ ਰੁਝਾਨ ਜਿਹੜਾ ਕੈਨੇਡਾ ਦਾ ਹੈ ਉਹ ਇੱਕ ਚਕਾਚੌਂਧ ਵਾਲੀ ਲਾਈਫ ਜਿਹੜੀ ਆ ਉਹ ਦਿਖਾਈ ਦਿੰਦੀ ਹੈ ਅਤੇ ਮੂਵ ਹੋ ਰਹੇ ਹਨ। ਇਸ ਵੇਲੇ ਬਹੁਤ ਸਾਰੇ ਉਹ ਘਰਾਣੇ ਇੱਥੇ ਆ ਚੁੱਕੇ ਹਨ ਜਿਨ੍ਹਾਂ ਦੇ 1 ਜਾਂ 2 ਬੱਚੇ ਹਨ। ਉਹਨਾਂ ਦੇ ਆਉਣ ਵਾਲੇ 5 ਸਾਲਾਂ ਤੱਕ ਬੱਚਿਆਂ ਦੇ ਜਿਹੜੇ ਗਾਂਹ ਬੱਚੇ ਜਨਮਣੇ ਸਨ, ਕਿਲਕਲੀਆਂ ਵੱਜਣੀਆਂ ਸੀ, ਉਹ ਨਹੀਂ ਵੱਜਣੀਆਂ। ਕਿਉਂ? ਕਿਉਂਕਿ ਜੇਕਰ 8.5 ਲੱਖ ਬੱਚਾ ਇਸ ਵੇਲੇ ਕੈਨੇਡਾ ਦੀ ਧਰਤੀ 'ਤੇ ਵੇਟ ਕਰ ਰਿਹਾ ਹੈ ਕਿ ਅਸੀਂ ਪੱਕੇ ਹੋਣਾ ਹੈ, ਜਿੱਦਣ ਉਹ ਪੱਕੇ ਹੁੰਦੇ ਹਨ 4.5-5 ਲੱਖ ਉਹਨਾਂ ਨੇ ਆਪਣਾ ਸਪਾਊਸ ਇੱਥੇ ਲੈ ਆਉਣਾ। ਉਹ ਹੀ ਐਵਰੇਜ ਬੱਚੇ ਇੱਥੇ ਆ ਰਹੇ ਹਨ ਜਿਨ੍ਹਾਂ ਦੇ ਮਾਂ-ਬਾਪ ਸੁਪਨੇ ਲੈਂਦੇ ਸਨ
ਕਿ ਅਸੀਂ ਕੈਨੇਡਾ ਆਉਣਾ, ਲੇਕਿਨ ਕੁਝ ਕਾਰਨਾਂ ਕਰਕੇ ਉਹ ਨਹੀਂ ਆ ਸਕੇ ਤੇ ਉਹਨਾਂ ਨੇ ਆਪਣੇ ਬੱਚੇ ਭੇਜੇ ਤੇ ਉਹ ਆਪ ਇੱਥੇ ਆ ਰਹੇ ਹਨ, ਲੇਕਿਨ ਉਹ ਵਾਪਸ ਵੀ ਜਾ ਰਹੇ ਹਨ। ਪਰ ਉੱਥੇ ਜਿਹੜੀ ਇਸ ਵੇਲੇ ਪੌਜ਼ ਲੱਗ ਗਿਆ ਹੈ ਨੈਕਸਟ ਪਾਪੂਲੇਸ਼ਨ ਦਾ, ਉਹਦੇ ਕਰਕੇ ਜਿਹੜੀ ਇਸ ਵੇਲੇ ਗਿਣਤੀ ਖਾਸ ਕਰਕੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੀ ਘਟਨੀ ਹੈ ਉਹਦਾ ਕੋਈ ਨੰਬਰ ਇਸ ਵੇਲੇ ਨਹੀਂ ਮੇਰੇ ਪਾਸ, ਲੇਕਿਨ ਮੈਂ ਕਹੂੰਗਾ ਅੱਧੇ ਅੱਧੇ ਪਿੰਡ ਰਹਿ ਜਾਣਗੇ, ਉੱਥੇ ਬਾਹਰਲੀਆਂ ਸਟੇਟਾਂ ਤੋਂ ਆ ਕੇ ਲੋਕੀ ਰਹਿਣਗੇ, ਜਦੋਂ ਕਿ ਪੰਜਾਬ ਦੀ ਨੁਹਾਰ ਪੰਜਾਬੀਅਤ ਨਹੀਂ ਰਵੇਗੀ। ਸੋ ਮੇਰਾ ਇਹ ਮੰਨਣਾ ਹੈ ਕਿ ਇਹ ਜਿਹੜੇ 8.5 ਲੱਖ ਨਹੀਂ ਆਪਾਂ ਕਹਿ ਸਕਦੇ, ਆਉਣ ਵਾਲੇ 5 ਸਾਲਾਂ ਦੇ ਵਿੱਚ ਇਹਨਾਂ ਨੇ 20 ਲੱਖ ਦੇ ਲਗਭਗ ਜਿਹੜੇ ਆਦਮੀ ਇੱਥੇ ਲੈ ਆਉਣੇ ਹਨ। ਕਿਤੇ ਇੱਕ ਉਹਨਾਂ ਦਾ ਸਪਾਊਜ਼ਲ, ਨਾਲ ਕੁੜੀ ਦਾ ਮਾਂ-ਬਾਪ, ਨਾਲ ਮੁੰਡੇ ਦਾ ਮਾਂ-ਬਾਪ। ਸੋ ਪੰਜਾਬ ਦੇ ਵਿੱਚ ਬਜ਼ੁਰਗ ਇਕੱਲੇ ਰਹਿ ਜਾਣਗੇ ਜਿਹੜੇ ਕਿ ਸਿੱਖ ਕਮਿਊਨਿਟੀ ਦੇ ਵਿੱਚ ਆ, ਉਹਨਾਂ ਨੂੰ ਬਿਰਧ ਆਸ਼ਰਮਾਂ ਵਿੱਚ ਛੱਡਿਆ ਜਾਏਗਾ ਤੇ ਪੰਜਾਬ ਦੀ ਜਿਹੜੀ ਸਥਿਤੀ ਆ ਉਹ ਡਾਵਾਂ-ਡੌਲ ਹੋਏਗੀ। ਇਸ ਐਂਗਲ ਤੋਂ ਮੈਂ ਗੱਲ ਕਰ ਰਿਹਾ। ਪੰਨੂ ਸਾਹਿਬ, ਇਹਨਾਂ ਡਰਾਓ ਨਾ ਤੁਸੀਂ ਸਾਨੂੰ ਪੰਜਾਬੀਆਂ ਨੂੰ। ਅਸੀਂ ਇੱਥੇ ਇੰਨੇ ਗਿਣਤੀ ਦੇ ਵਿੱਚ ਨਹੀਂ ਆਉਣਾ, ਨਾ ਹੀ ਇਹ ਜਿਹੜੀ ਤੁਸੀਂ ਗੱਲਾਂ ਕਰਦੇ ਹੋ। ਹਾਂਜੀ, ਇਹਦੇ ਵਿੱਚ ਜੇ ਥੋੜੀ ਰਿਸਰਚ ਕਰੀਏ ਜਾਂ ਮੈਨੂੰ ਸਮਾਂ ਮਿਲੇ, ਮੈਂ ਇਸ ਚੀਜ਼ ਨੂੰ ਘੋਖਾਂ ਜਿਹੜਾ ਤੁਸੀਂ ਇੱਕ ਮਤਲਬ ਕਿ ਡਰ ਪੈਦਾ ਕਰ ਰਹੇ ਹੋ, ਜੇ ਇਹਦੇ ਤੇ ਟਾਈਮ ਲਾ ਕੇ ਘੋਖਿਆ ਜਾਵੇ, ਹਾਂਜੀ, ਮੇਰੀ ਗਟ ਫੀਲਿੰਗ ਆ, ਹਾਂਜੀ, ਦਿਸ ਵੁੱਡ ਨਾਟ ਬੀ ਟਰੂ। ਕਿਉਂਕਿ ਜਿੰਨੇ ਇਹ ਮੈਂ ਮੰਨਦਾ ਕਿ ਜਿਹੜਾ ਹਾਇਰ ਸਟੇਟਾਂ ਦੇ ਕਾਲਜਸ ਖਾਲੀ ਹੋ ਰਹੇ ਆ, ਉੱਥੇ ਬੱਚਿਆਂ ਦੀ ਐਡਮਿਸ਼ਨ ਘੱਟ ਹੋ ਰਹੀ ਆ, ਬੱਚੇ 12ਵੀਂ ਤੋਂ ਬਾਅਦ ਵੈਸੇ ਵੀ ਸਕਿਲਡ ਲੇਬਰ ਵੱਲ ਜਾ ਰਹੇ ਆ। ਹੁਣ ਜਿਹੜੇ ਕੰਪਿਊਟਰ ਕੋਰਸਿਸ ਆ, ਦੇਖੋ ਕੰਪਿਊਟਰ ਕੋਰਸਿਸ ਤੁਹਾਨੂੰ ਮੈਂ ਦੱਸਦਾ, ਉਹ ਛੋਟੇ ਛੋਟੇ ਸ਼ਹਿਰਾਂ ਦੇ ਵਿੱਚ ਸੈਂਟਰ ਬਣੇ ਆ। ਉਹਨਾਂ ਦੀ ਜਿਹੜੀ ਟ੍ਰੇਨਿੰਗ ਆ ਉਹ ਭਾਵੇਂ ਗੂਗਲ ਤੋਂ ਕਰ ਲੈਣ ਜਾਂ ਇੰਟਰਨੈਟ ਦੇ ਜਿਹੜੇ ਇੰਸਟੀਟਿਊਸ਼ਨਸ ਆ ਉੱਥੋਂ ਟ੍ਰੇਨਿੰਗ ਲੈ ਲੈਂਦੇ ਆ। ਟ੍ਰੇਨਿੰਗ ਲੈ ਕੇ ਉਹ ਬਹੁਤ ਵਧੀਆ ਉਹਨਾਂ ਦਾ ਕੰਮ ਚੱਲ ਰਿਹਾ। ਸੋ ਜਿਹੜੀ ਫਾਰਮਲ ਐਜੂਕੇਸ਼ਨ ਹੈ ਪੰਜਾਬ ਦੇ ਵਿੱਚ, ਆਈ ਐਗਰੀ ਕਿ ਫਾਰਮਲ ਐਜੂਕੇਸ਼ਨ ਦੇ ਵਿੱਚ ਕਾਲਜਸ ਯੂਨੀਵਰਸਿਟੀਜ਼ ਦੇ ਵਿੱਚ ਗਿਣਤੀ ਘਟ ਰਹੀ ਹੈ। ਪਰ ਇਹ ਕਹਿਣਾ ਕਿ ਪੰਜਾਬ ਖਾਲੀ ਹੋ ਜਾਏਗਾ, ਪੰਜਾਬ 'ਚ ਸਿਰਫ ਬੁੜੇ ਰਹਿ ਜਾਣਗੇ ਤੇ ਬਾਹਰੋਂ ਲੋਕ ਆ ਕੇ ਪੰਜਾਬ ਦੇ ਵਿੱਚ ਕਾਬਜ਼ ਹੋ ਜਾਣਗੇ, ਇਹ ਤੁਹਾਡਾ ਜਿਹੜਾ ਫੀਅਰ ਆ, ਇਹ ਮੇਰੇ ਹਿਸਾਬ ਦੇ ਨਾਲ ਜੋ ਮੈਨੂੰ ਮਹਿਸੂਸ ਹੁੰਦਾ ਉਹ ਸਹੀ ਸਾਬਤ ਅਲਟੀਮੇਟਲੀ ਨਹੀਂ ਹੋਏਗਾ। ਮੈਂ ਇਹੋ ਵਿਸ਼ ਕਰਦਾ ਕਿ ਨਾ ਇਹ ਸਾਬਤ ਹੋਵੇ। ਡੋਂਟ ਵਰੀ, ਨਹੀਂ ਹੋਏਗਾ। ਠੀਕ ਹੈ ਜੀ, ਨਹੀਂ ਹੋਏਗਾ, ਬਿਲਕੁਲ ਨਹੀਂ ਹੋਏਗਾ ਜੀ। ਦੇਖੋ ਇੱਥੋਂ ਜਿਵੇਂ ਆਊਟਫਲੋ ਹੋਇਆ, ਉੱਦਾਂ ਬੈਕਫਲੋ ਵੀ ਸ਼ੁਰੂ ਹੋ ਰਿਹਾ। ਮੈਂ ਤੁਹਾਨੂੰ ਇੱਕ ਹੋਰ ਦੱਸਦਾ, ਮੇਰਾ ਇੱਕ ਨਿੱਜੀ ਮਿੱਤਰ ਵੈਂਕੂਵਰ ਜੀ, ਜਰਨਲਿਸਟ ਆ, ਹੁਣ ਤਾਂ ਜਰਨਲਿਸਟ ਨਹੀਂ, ਜਰਨਲਿਜ਼ਮ ਕਰਦਾ ਰਿਹਾ। ਉਹਦਾ ਮਨਸ਼ਾ ਕੀ ਆ? ਉਹਦੀ ਜ਼ਮੀਨ ਉੱਥੇ ਸਮਰਾਲੇ ਕੋਲ ਦਾ, ਉਹ ਬੇਟਾ ਉਹਦਾ ਅਮਰੀਕਾ ਜੀ ਵਜ਼ੀਫੇ ਤੇ ਪੜ੍ਹਨ ਗਿਆ, ਵੈਲ ਸੈਟਲ ਹੋ ਗਿਆ। ਬੇਟੀ ਉਹਦੀ ਟੋਰਾਂਟੋ ਤੋਂ ਪੜ੍ਹ ਕੇ ਹੁਣ ਵੈਂਕੂਵਰ ਜਾ ਕੇ ਸ਼ੀ ਇਜ਼ ਔਨ ਜੌਬ, ਵਾਈਫ ਉਹਦੀ ਜੌਬ ਤੇ ਆ। ਉਹ 1.5 ਸਾਲ ਪਹਿਲਾਂ ਆਸਟ੍ਰੇਲੀਆ ਸੀ, ਹੁਣ ਇੱਥੇ ਆਇਆ। ਮੈਂ ਕਿਹਾ ਕੀ ਫਿਊਚਰ ਪਲਾਨ ਆ? ਉਹ ਕਹਿੰਦਾ ਜੀ ਬੱਚਿਆਂ ਦੇ ਤਾਂ ਵਾਪਸ ਜਾਣਾ ਨਹੀਂ, ਮੈਂ ਜੇ ਮੇਰੀ ਵਾਈਫ ਨਾਲ ਜਾਣਾ ਚਾਹੇ ਤੇ ਅਸੀਂ ਤਾਂ ਇੱਥੇ 5-7 ਸਾਲ ਲਾ ਕੇ, ਕੁੜੀ ਵਿਆਹ ਕੇ, ਘਰ-ਬਾਰ ਬਣਾ ਕੇ, ਮੈਂ ਤਾਂ ਸਮਰਾਲੇ ਜਾ ਕੇ, ਮੇਰੇ ਕੋਲ 2 ਪਲਾਟ ਪਏ ਆ, ਮੈਂ ਫਸਟ ਕਲਾਸ ਕੋਠੀ ਬਣਾ ਕੇ, 8 ਏਕੜ ਉਹਦੇ ਕੋਲ ਜ਼ਮੀਨ ਆ, ਮੈਂ ਤਾਂ ਉੱਥੇ ਰਹਿਣਾ। ਕਹਿੰਦੇ ਜੋ ਮਜ਼ਾ ਉੱਥੇ ਹੈ ਉਹ ਇੱਥੇ ਹੈ ਹੀ ਨਹੀਂ। ਹੁਣ ਤੁਸੀਂ ਇਹ ਅੰਦਾਜ਼ਾ ਲਾਓ ਪੰਨੂ ਸਾਹਿਬ, ਮੈਂ ਤੁਹਾਡੇ ਘਰੇ ਗਿਆ, ਨੌਕਰ ਅਫੋਰਡ ਨਹੀਂ ਕਰ ਸਕਦੇ ਤੁਸੀਂ। ਮੇਰੇ ਕੋਲ 3 ਨੌਕਰ, ਥੋੜੀ ਜਿਹੀ ਮੇਰੀ ਤਨਖਾਹ, ਸਫਾਈ ਵਾਲੀ ਸਵੇਰੇ ਅੱਡ ਆਉਂਦੀ ਆ, ਬ੍ਰੈਕਫਾਸਟ ਤੇ ਡਿਨਰ ਵਾਲੀ ਅੱਡ ਆਉਂਦੀ ਆ, ਕੱਪੜੇ ਧੋਣ ਵਾਲੀ ਮੈਂ ਅੱਡ ਲਾਈ ਆ। ਥੋੜੇ ਜਿਹੇ ਪੈਸੇ ਕਮਾਉਂਦਾ ਮੈਂ। ਤੁਹਾਡੀ ਇਨਕਮ, ਤੁਸੀਂ ਬਿਲੀਅਨਰ ਹੋ ਯਾਰ, ਮਤਲਬ ਕਿ ਤੁਹਾਡੇ ਜਦੋਂ ਤੁਹਾਡੇ ਕੋਲ ਸਰਮਾਇਆ ਜਾਂ ਜਿੰਨੀ ਤੁਹਾਡੇ ਕੋਲ ਪ੍ਰਾਪਰਟੀ ਆ, ਅਸੀਂ ਕਦੇ ਸੋਚ ਵੀ ਨਹੀਂ ਸਕਦੇ। ਪਰ ਜਿਸ ਕਿਸਮ ਦੀ ਆਨੰਦ ਦੀ ਲਾਈਫ, ਆਰਾਮ ਦੀ ਲਾਈਫ ਅਸੀਂ ਇੰਡੀਆ 'ਚ ਆਪਣੇ ਆਬੋ ਹਵਾ ਦੇ ਵਿੱਚ, ਆਪਣੇ ਲੋਕਾਂ ਦੇ ਵਿੱਚ, ਆਪਣੀ ਜ਼ੁਬਾਨ ਦੇ ਬੋਲਣ ਵਾਲੇ ਲੋਕਾਂ ਦੇ ਵਿੱਚ ਰਹਿ ਕੇ ਆਨੰਦ ਮਾਰ ਰਹੇ ਹਾਂ, ਇਹ ਤੁਸੀਂ ਲੋਕ ਇੱਥੇ ਨਹੀਂ ਮੰਨ ਰਹੇ। ਫੋਰ ਐਗਜ਼ਾਮਪਲ, ਮੈਂ ਵੇਖਦਾ ਇੱਥੇ ਰੋਟੀ ਖਾਣ ਦੀ ਪ੍ਰੋਬਲਮ ਆ, ਮਤਲਬ ਕਿ ਜਾਓ ਉੱਥੇ ਰੈਸਟੋਰੈਂਟ 'ਚ ਕੋਈ ਬੰਦਾ ਇਕੱਲਾ ਜਾਂ ਟਿਫਨ ਲਵਾਊਗਾ ਜਾਂ ਜਾਊਗਾ,
ਸਾਡੇ ਕੀ ਆ ਉੱਥੇ, ਸਵੇਰੇ ਸਬਜ਼ੀ ਵਾਲਾ ਆ ਜਾਣਾ, ਗਾਰਡਨ ਫਰੈਸ਼ ਸਬਜ਼ੀ, ਦੁੱਧ ਵੇਰਕਾ ਦਾ ਵੀ ਆਉਂਦਾ ਸਵੇਰੇ ਆ ਜਾਣਾ, ਨਹੀਂ ਤੁਸੀਂ ਢੋਲ ਵਾਲੇ ਤੋਂ ਲੈਣਾ ਉਹ ਵੀ ਆ ਜਾਂਦਾ। ਐਵਰੀਥਿੰਗ ਇਜ਼ ਅਵੇਲੇਬਲ ਐਟ ਯਰ ਡੋਰ ਸਟੈਪ। ਤੁਸੀਂ ਚੱਕ ਕੇ ਝੋਲੇ ਤੁਰੇ ਫਿਰਦੇ ਹੋ, ਗਰੋਸਰੀ ਕਰਨ ਜਾਣਾ ਜੀ, ਆਹ ਹੁਣ ਹਫਤੇ ਦੀ ਲਿਆਈਏ 15 ਦਿਨਾਂ ਦੀ। ਤੁਸੀਂ ਇੱਥੇ ਕੀ ਕਰਦੇ ਆ ਜੀ, ਮੈਂ ਵੇਖਿਆ ਕੋਈ ਹਫਤੇ ਦੀ ਗਰੋਸਰੀ ਕਰਦੇ ਹੋ, ਅਸੀਂ 2 ਮਹੀਨੇ ਦਾ ਸਮਾਨ ਇਕੱਠਾ ਲੈ ਕੇ ਆਉਂਦੇ ਇੰਨੀ ਕੁ ਤਨਖਾਹ ਚੋਂ। ਠੀਕ ਹੈ ਤੱਗੜ ਸਾਹਿਬ, ਮੈਂ ਤੁਹਾਨੂੰ ਬੜੇ ਧਿਆਨ ਨਾਲ ਸੁਣ ਰਿਹਾ ਜੀ। ਤੁਸੀਂ ਠੀਕ ਆ ਕਿ ਇੱਕ ਲਾਈਫ ਦੇ ਬਾਰੇ ਦੱਸ ਰਹੇ ਹੋ, ਪਰ ਕਿੰਨੇ ਕੁ ਲੋਕ ਇਹ ਅਫੋਰਡ ਕਰਦੇ ਹਨ? ਕੀ ਉਹ ਬੰਦੇ ਨਹੀਂ ਜਿਨ੍ਹਾਂ ਕੋਲ ਤੁਸੀਂ ਇਸ ਤਰ੍ਹਾਂ ਕੰਮ ਕਰਾਉਂਦੇ ਹੋ? ਇੱਕ ਮਿੰਟ, ਮੈਂ ਤੁਹਾਨੂੰ ਬੈਕ ਟੂ ਤੁਹਾਡੀਆਂ ਗੱਲਾਂ ਦੇ ਨਾਲ ਜ਼ਰੂਰ ਮੈਂ ਸਹਿਮਤ ਵੀ ਹਾਂ, ਤੇ ਜਿਸ ਤਰੀਕੇ ਨਾਲ ਆ ਉਹ ਸਹਿਮਤ ਨਹੀਂ ਆ ਜੀ। ਜਿਹੜੀ ਸ਼ਾਨ ਦੇ ਨਾਲ ਤੁਸੀਂ ਗੱਲ ਦੱਸੀ ਹੈ, ਇਹੋ ਹੀ ਸ਼ਾਨ ਤੁਸੀਂ ਬੱਚਿਆਂ ਆਪਣਿਆਂ ਨੂੰ ਦਿਖਾਉਂਦੇ ਹੋ, ਜਿਹੜੇ ਕਿ ਇੱਥੇ ਆਣ ਕੇ ਹਾਰਡਲੀ 90% ਫੇਲ ਹੋ ਰਹੇ ਹਨ, 10% ਉਹ ਜਿਹੜੇ ਹਨ ਉਹ ਹਾਰਡਲੀ ਲਾਈਫ ਦੇ ਵਿੱਚ ਪਾਸ ਹੋ ਰਹੇ ਹਨ। ਸਾਡੇ ਇੱਕ ਪਰਿਵਾਰ ਦੇ ਵਿੱਚ ਕਿਤੇ ਮੈਂ ਵੇਖਿਆ, ਲੜਕੀ ਅੰਮ੍ਰਿਤਸਰੋਂ ਆਈ, ਬੇਸਮੈਂਟ 'ਚ ਰਹਿੰਦੀ, ਉਹਦੇ ਮੈਂ ਜਾ ਕੇ ਵੇਖਿਆ, ਮੈਂ ਕਿਹਾ ਬੇਟਾ ਇਹ ਸਾਫ਼ ਹੀ ਕਰ ਲੈਣਾ ਸੀ। ਕਹਿੰਦੀ ਸਾਡੇ ਘਰ ਤੇ ਨੌਕਰ ਕੰਮ ਕਰਦੇ ਆ। ਮੈਂ ਕਿਹਾ ਸਾਰਿਆਂ ਦੇ ਨੌਕਰ ਕੰਮ ਕਰਦੇ, ਇੱਥੇ ਵੀ ਅਫੋਰਡ ਕੀਤੇ ਜਾ ਸਕਦੇ ਹਨ, ਕੋਈ ਵੱਡੀ ਗੱਲ ਨਹੀਂ ਕੀ, ਪਰ ਤੁਹਾਨੂੰ ਜਦੋਂ ਰੱਬ ਨੇ 2 ਹੱਥ ਦਿੱਤੇ ਤੁਸੀਂ ਖੁਦ ਕਿਉਂ ਨਹੀਂ ਕਰਦੇ? ਇਹ ਇੱਕ ਤਰ੍ਹਾਂ ਦੀ ਜਿਹੜੀ ਤੁਸੀਂ ਇਹ ਗੱਲ ਕੀਤੀ ਆ, ਮੈਂ ਰਿਸਪੈਕਟ ਕਰਦਾ, ਪਰ ਇਹ ਗੱਲ ਜਿਹੜੀ ਆ ਇੱਥੇ ਬੱਚਿਆਂ ਨੂੰ ਅਸਫਲ ਕਰ ਰਹੀ ਹੈ, ਨਾ ਕਿ ਉਹਨਾਂ ਨੂੰ ਸਫਲ ਹੋਣ ਵਾਸਤੇ ਇੱਕ ਗੱਲ ਕੀਤੀ ਜਾ ਰਹੀ ਹੈ। ਹੋ ਰਹੇ ਹੈ ਜੀ, ਸਾਡੇ ਮਾਹੌਲ ਦੀ ਗੱਲ ਕਰ ਰਹੇ ਹਾਂ। ਜੇ ਮੈਂ 2 ਜਾਂ 3 ਹੈਲਪਿੰਗ ਹੈਂਡ ਡੋਮੈਸਟਿਕ ਹੈਲਪ ਰੱਖ ਰਿਹਾ ਹਾਂ, ਮੈਂ ਉਹਨਾਂ ਨੂੰ ਐਮਪਲੋਇਮੈਂਟ ਪ੍ਰੋਵਾਈਡ ਕਰ ਰਿਹਾ, ਮੈਂ ਉਹਨਾਂ ਨੂੰ ਰੋਜ਼ਗਾਰ ਦੇ ਰਿਹਾ। ਜੇ ਮੈਂ ਫੋਰ ਐਗਜ਼ਾਮਪਲ ਮੈਂ 1000 ਰੁਪਏ ਕਮਾਉਣਾ, ਜੇ ਮੈਂ 1000 ਰੁਪਏ ਤੇ ਕੁੰਡਲੀ ਮਾਰ ਕੇ ਬਹਿ ਜਾ, ਸਾਰਾ ਕੰਮ ਹੀ ਆਪ ਕਰਾਂ, ਰੋਟੀਆਂ ਵੀ ਬਣਾਵਾਂ, ਭਾਂਡੇ ਮਾਂਜਾਂ, ਕੱਪੜੇ ਧੋਵਾਂ, ਚਲੋ ਮੈਂ 100 ਰੁਪਏ 'ਚ ਗੁਜ਼ਾਰਾ ਕਰ ਲਿਆ, 900 ਜਮ੍ਹਾਂ ਪੂੰਜੀ ਕਰ ਲਈ। ਹੁਣ ਮੈਂ ਕੀ ਕਰ ਰਿਹਾ, ਮੈਂ ਐਮਪਲੋਇਮੈਂਟ ਜਨਰੇਟ ਕਰ ਰਿਹਾ, ਮੈਂ 2-3 ਬੰਦਿਆਂ ਨੂੰ ਹੋਰ ਮੈਂ 300 ਬਚਾ ਲੈਂਦਾ, ਮੈਂ 700 ਰੁਪਏ ਵੰਡ ਦਿੰਦਾ। ਸੋ ਆਈ ਐਮ ਡਿਸਟ੍ਰੀਬਿਊਟਿੰਗ ਮਨੀ, ਆਈ ਐਮ ਕ੍ਰੀਏਟਿੰਗ ਐਮਪਲੋਇਮੈਂਟ। ਤੁਹਾਡਾ ਇੱਥੇ ਮਾਹੌਲ ਡਿਫਰੈਂਟ ਆ, ਤੁਹਾਡੇ ਇੱਥੇ ਕਾਸਟ ਬਹੁਤ ਜ਼ਿਆਦਾ। ਤੁਸੀਂ ਇੱਥੇ ਤਾਂ ਜਿਹੜੇ ਗੋਰੇ ਆ ਉਹਨਾਂ ਕੋਲ ਵੀ ਸ਼ਾਇਦ ਡੋਮੈਸਟਿਕ ਹੈਲਪ ਨਹੀਂ ਹੁੰਦੀ, ਤੁਹਾਡਾ ਕਲਚਰ ਵੱਖਰਾ। ਅਸੀਂ ਆਪ ਕੰਮ ਕਰਨ ਤੋਂ ਭੱਜਦੇ ਨਹੀਂ, ਕਰੀਦਾ ਕਿਉਂ ਨਹੀਂ ਕਰਦੇ? ਅਸੀਂ ਕਾਰ ਸਾਫ਼ ਕਰਨੀ ਆ, ਕਰੀਦੀ ਹੈ, ਖੁਦ ਕਰੀਦੀ ਆ। ਮਗਰ ਇਹ ਗੱਲ ਨਹੀਂ ਹੈ ਵੀ ਸਾਡੇ 'ਚ ਵਰਕ ਕਲਚਰ ਹੈ ਨਹੀਂ, ਗੱਲ ਇਹ ਹੈ ਵੀ ਜੇ ਕੋਈ ਅਫੋਰਡ ਕਰ ਸਕਦਾ ਉਸ ਥੋੜੀ ਇਨਕਮ ਨਾਲ ਭਾਰਤ ਦੇ ਵਿੱਚ ਵਧੀਆ ਰਹਿ ਸਕਦਾ। ਜੀ ਸਦਕੇ ਕਰੋ, ਜੀ ਸਦਕੇ 10-10 ਨੌਕਰ ਰੱਖੋ, 20 ਰੱਖੋ, ਲੇਕਿਨ ਇੱਕ ਗੁਜ਼ਾਰਿਸ਼ ਹੈ ਕਿ ਜੇਕਰ ਬੱਚਿਆਂ ਨੂੰ ਇੱਧਰ ਭੇਜਣਾ, ਉਹਨਾਂ ਨੂੰ ਹੱਥੀਂ ਕੰਮ ਕਰਨਾ ਸਿਖਾਓ। ਦੇਖੋ ਜੀ, ਉਹ ਸਿੱਖਣਗੇ ਆਪ, ਜਦੋਂ ਇਸ ਮਾਹੌਲ 'ਚ ਆਉਣਗੇ, ਜਦੋਂ ਸਿਰ ਤੇ ਪਊਗੀ ਆਪੇ ਢਲਣਗੇ। ਜੋ ਇੱਕ ਫੈਮਿਲੀ ਕੋਲ ਇੰਡੀਆ ਦੇ ਵਿੱਚ ਜੋ ਸਹੂਲਤਾਂ ਹੈਗੀਆਂ, ਉਹ ਇਹ ਨਹੀਂ ਕਹਿ ਸਕਦੇ ਵੀ ਆਹ ਬੱਚੇ ਆਹ ਜਿਹੜੇ ਡੋਮੈਸਟਿਕ ਹੈਲਪ ਆ, ਕਾਕਾ ਮੇਰੇ ਹੀ ਕੰਮ ਕਰਨਾ ਤੇ ਤੁਸੀਂ ਆਪਦਾ ਕੰਮ ਆਪ ਕਰੋ। that facility is available to the entire family। ਹੁਣ ਜਦੋਂ ਉਹ ਇੱਕ ਮੁਲਕ ਛੱਡ ਕੇ ਇਸ ਮੁਲਕ 'ਚ ਆਉਣ ਦਾ ਫੈਸਲਾ ਕਰ ਲੈਂਦੇ ਆ, ਉਹਨਾਂ ਦੇ ਜਦੋਂ ਸਿਰ ਤੇ ਪਊਗੀ ਤੇ ਆਪੇ ਸਮਝ ਆਊਗੀ। ਨੈਚੁਰਲੀ ਜਿਹੜੀ ਇਕੋਨਮੀ ਆ, ਕਿਸੇ ਵੀ ਫੈਮਿਲੀ ਦੀ ਇਕੋਨਮੀ ਆ, ਕੰਟਰੀ ਦੀ ਇਕੋਨਮੀ ਆ, ਉਹ ਡਿਕਟੇਟ ਕਰਦੀ ਹੈ ਟਰਮਸ ਤੁਹਾਨੂੰ। ਇਕੋਨਮੀ ਤੁਹਾਨੂੰ ਡਿਕਟੇਸ਼ਨ ਦਿੰਦੀ ਆ। ਸੋ ਸਾਡੀ ਇਕੋਨਮੀ, ਸਾਡੀਆਂ ਫੈਮਲੀਆਂ ਦੀਆਂ ਜਿਹੜੀਆਂ ਇਕੋਨਮੀਜ਼ ਹੈਗੀਆਂ ਉਹ ਅਲਾਉ ਕਰਦੀਆਂ, ਜੋ ਜਿਸ ਸਟੇਟਸ 'ਚ ਮੈਂ ਬਿਲੀਵ ਕਰਦਾ ਰਹਿ ਰਿਹਾ। ਮਤਲਬ ਤਗੜ ਸਾਹਿਬ, ਮੈਂ ਇਸ ਪੁਆਇੰਟ ਨਾਲ ਬਿਲਕੁਲ ਸਹਿਮਤ ਨਹੀਂ ਗਾ ਕਿ ਸਿਰ ਤੇ ਪਵੇਗੀ ਤੇ ਉਹ ਕਰ ਲੈਣਗੇ। ਜਦੋਂ ਸਿਰ ਤੇ ਪਏਗੀ ਉਹ ਇੱਥੇ ਕਰ ਨਹੀਂ ਪਾਉਂਦੇ, ਫਿਰ ਡਿਪਰੈਸ਼ਨ 'ਚ ਜਾਂਦੇ ਹਨ, ਫਿਰ ਉਹ ਡਰੱਗ 'ਚ ਲੱਗ ਜਾਂਦੇ ਹਨ, ਤੇ ਫਿਰ ਅੰਤ ਕੀ ਹੁੰਦਾ ਹੈ ਉਹ ਮੈਂ ਨਹੀਂ ਦੱਸਣਾ ਚਾਹੁੰਦਾ। ਜੀ ਜੀ ਜੀ, ਇਹ ਬਚਪਨ ਤੋਂ ਹੀ ਉਹਨਾਂ ਨੂੰ ਸਿਖਾਉਣਾ ਪਵੇਗਾ। ਜੇਕਰ ਉਹਨਾਂ ਦੀ ਪਲੈਨਿੰਗ ਆ ਅਸੀਂ ਬਾਹਰਲੇ ਦੇਸ਼ਾਂ 'ਚ ਜਾਣਾ, ਕਿ ਬੱਚਿਓ ਆਪਣਾ ਕੰਮ ਆਪ ਕਰੋ, ਮਿਹਨਤ ਨਾਲ ਕਰੋ, ਇੱਥੇ ਆ ਕੇ ਤਾਂ ਸਕਸੈਸਫੁਲ ਰੇਸ਼ੋ ਦੇ ਵਿੱਚ ਜਾਣਗੇ। ਅਦਰਵਾਈਜ਼ ਉਹ ਡਰੱਗਾਂ ਦੇ ਵਿੱਚ, ਚੋਰੀਆਂ ਦੇ ਵਿੱਚ, ਜਿਹੜੇ ਕਿ ਅੱਜ ਦੀ ਡੇਟ ਦੇ ਵਿੱਚ ਬੱਚੇ ਪੈ ਰਹੇ ਹਨ, ਉਹਨਾਂ ਨੂੰ ਇਹ ਹਦਾਇਤ ਕੀਤੀ ਜਾਵੇ। ਫਿਰ ਇੱਥੇ ਸਾਡੇ ਬਾਹਰ ਦੋਨੇ ਬੰਨੇ ਰੈਸਟੋਰੈਂਟ ਆ, ਇੱਧਰ ਭਾਰਤੀ ਹੈ ਤੇ ਇੱਧਰ ਹੋਰ ਕਮਿਊਨਿਟੀ ਦਾ। ਇੱਧਰ ਉਹ ਗੰਦ ਬੱਚਿਆਂ ਨੇ ਪਾਇਆ ਹੁੰਦਾ ਹੈ, ਤੇ ਜਦੋਂ ਉਹਨਾਂ ਨੂੰ ਕਹੀਦਾ ਭਈ ਆਹ ਕਾਗਜ਼ ਕਿਉਂ ਸੁੱਟਿਆ ਜੀ, ਅਸੀਂ ਤੇ ਇਦਾਂ ਹੀ ਸੁੱਟਦੇ ਹਾਂ ਜੀ।
ਮਤਲਬ ਕਿ ਇਹੋ ਜਿਹੀਆਂ ਜਿਹੜੀਆਂ ਪੰਜਾਬੀ 'ਚ ਫੁਕਰੀਆਂ ਗੱਲਾਂ ਜਿਹੜੀਆਂ ਨਾ ਉਹ ਭਾਰਤ 'ਚ ਸਿਖਾਈਆਂ ਜਾਂਦੀਆਂ ਤੇ ਉਹਨਾਂ ਤੋਂ ਪਲੀਜ਼ ਅਵੋਇਡ ਕੀਤਾ ਜਾਵੇ ਜੇਕਰ ਉਹਨਾਂ ਨੂੰ ਬਾਹਰਲੇ ਦੇਸ਼ਾਂ 'ਚ ਭੇਜਣਾ। ਨਾਰਮਲ ਲਾਈਫ ਦੇ ਐਟੀਕੇਟਸ ਹੈ ਜੀ। ਹੁਣ ਤੁਹਾਡੀ ਜਦੋਂ ਸਕੂਲਿੰਗ ਚੰਗੀ ਨਹੀਂ ਹੋਈ, ਹਾਂਜੀ, ਜਾਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਤੁਹਾਨੂੰ ਮੈਨਰਿਜ਼ਮ ਨਹੀਂ ਆਇਆ, ਹਾਂਜੀ, ਉਹ ਭਾਵੇਂ ਕਿਤੇ ਰਹਿਣ ਉਹਨਾਂ ਨੇ ਉਦਾਂ ਹੀ ਬਿਹੇਵ ਕਰਨਾ ਜੀ। ਤੇ ਜੋ ਮੈਂ ਤੁਸੀਂ ਮੇਰੀ ਜ਼ਾਤੀ ਰਾਏ ਪੁੱਛੀ ਆ, ਆਈ ਲਿਵ ਇਨ ਇੰਡੀਆ, ਆਈ ਲਿਵ ਇਨ ਮਾਈ ਲਵਲੀ ਸਟੇਟ ਆਫ ਪੰਜਾਬ। ਮੈਂ ਤਾਂ ਜੋ 20 ਦਿਨ ਮੈਂ ਕੱਟੇ ਇੱਥੇ, ਹਾਂਜੀ, ਮੈਨੂੰ ਇਹ ਵੀ ਛੇਤੀ ਮੈਂ ਘਰੇ ਪਹੁੰਚ, ਮੈਂ ਇੱਥੇ ਵੇਖ ਲਿਆ ਸਾਰਾ ਕੁਝ ਜੀ। ਹੁਣ ਮੈਂ ਉਤਾਵਲਾ ਹੋਇਆ ਕਿ ਮੈਂ ਆਪਣੇ ਪੰਜਾਬ ਜਾਵਾਂ ਜੀ, ਮੈਂ ਆਪਣੇ ਲੋਕਾਂ ਜਾਵਾਂ ਵੀ ਮੇਰਾ ਤਾਂ ਘਰ ਉੱਥੇ, ਮੇਰਾ ਸਟਾਫ ਭਾਵੇਂ ਕੰਮ ਕਰ ਰਿਹਾ, ਹਾਂਜੀ, ਤੇ ਬਟ ਆਈ ਐਮ ਵੈਰੀ ਈਗਰ ਟੂ ਗੋ ਬੈਕ ਇਨ ਟੂ ਮਾਈ ਪੀਪਲ। ਉਹ ਤੁਹਾਡਾ ਜੀ ਲੱਗਿਆ ਇੱਥੇ, ਤੁਸੀਂ ਯੂ ਹੈਵ ਮੇਡ ਮਿਲੀਅਨਸ ਬਿਲੀਅਨਸ, ਤੁਹਾਨੂੰ ਚੰਗਾ ਲੱਗਦਾ ਜੀ, ਸਦਕੇ ਰਹੋ ਜੀ, ਯੂ ਆਰ ਵੈਲਕਮ ਟੂ ਸਟੇ ਹੇਅਰ। ਬਸ ਤੁਹਾਨੂੰ ਤਾਂ ਇੰਨੀ ਕੀ ਗੁਜ਼ਾਰਿਸ਼ ਕਰੂੰਗਾ, ਥੋੜਾ ਝਾਤੀ ਪੰਜਾਬ ਵੱਲ ਮਾਰ ਲਿਆ ਕਰੋ। ਤੇ ਕਿਉਂਕਿ ਪੰਜਾਬ ਦੇ ਵਿੱਚ ਇਹੋ ਜਿਹੇ ਤਬਕਾ ਬਹੁਤ ਆ ਜਿਨ੍ਹਾਂ ਨੂੰ ਇਮਦਾਦ ਦੀ ਲੋੜ ਆ, ਜਿਨ੍ਹਾਂ ਨੂੰ ਹੈਲਪ ਦੀ ਲੋੜ ਆ। ਅੱਛਾ, ਹੈਲਪ ਦੀ ਗੱਲ ਕਰ ਲਈਏ ਫਿਰ। ਆਪਣੇ ਜਿਹੜੀ ਖਾਲਸਾ ਏਡ ਆ ਇੰਗਲੈਂਡ 'ਚ ਸਥਾਪਿਤ ਹੈ, ਉਹਨਾਂ ਨੂੰ ਸਾਰੇ ਸੰਸਾਰ 'ਚੋਂ ਪੈਸੇ ਜਾਂਦੇ ਆ। ਇੱਥੋਂ ਲੋਕੀ ਬਹੁਤ ਜਾ ਕੇ ਉੱਥੇ ਕੰਮ ਕਰਦੇ ਹਨ, ਅੱਖਾਂ ਦੇ ਆਪਰੇਸ਼ਨ ਲਾਉਂਦੇ ਹਨ, ਲੋਕਾਂ ਨੂੰ ਪੈਸੇ ਦਿੰਦੇ ਹਨ, ਕਈ ਤਰ੍ਹਾਂ ਦੀ ਮਦਦ ਕਰਦੇ ਹਨ। ਲੇਕਿਨ ਜਿਹੜੇ ਐਕਸਪੀਰੀਅੰਸ ਹੁੰਦੇ ਹਨ ਭਾਰਤ ਦੇ ਵਿੱਚੋਂ, ਸੋ ਸੈਡ ਆ। ਜਿਵੇਂ ਕਿ ਤੁਸੀਂ ਵੀ ਸੁਣਿਆ ਹੋਵੇਗਾ ਹੁਣੇ ਕਿ ਉਹਨਾਂ ਦੇ ਈਡੀ ਨੇ ਰੇਡ ਕੀਤੀ ਸੀ। ਲੋਕੀ ਬਹੁਤ ਇੱਥੋਂ ਤਤਪਰ ਹਨ ਮਦਦ ਕਰਨ ਵਾਸਤੇ, ਲੇਕਿਨ ਉੱਥੋਂ ਦੇ ਲੋਕਾਂ ਜਾਂ ਫਿਰ ਗਵਰਨਮੈਂਟ ਦਾ ਰਵੱਈਆ ਅਜਿਹਾ ਹੈ ਕਿ NRI ਸ਼ਾਇਦ ਰੁੱਖਾਂ ਨਾਲ ਤੋੜ ਕੇ ਲਿਆਉਂਦੇ ਹਨ ਤੇ ਇਹਨਾਂ ਨੂੰ ਜੋ ਵੀ ਕਰਨਾ ਕਰ ਲਓ। ਇਹ ਰਵੱਈਏ ਤੋਂ ਲੋਕੀ ਦੁਖੀ ਆ। ਮੈਂ ਤੁਹਾਨੂੰ ਦੱਸਦਾ, ਖਾਲਸਾ ਏਡ ਬਹੁਤ ਅੱਛਾ ਕੰਮ ਕਰਦੀ ਹੈ। ਹਾਂਜੀ, ਖਾਲਸਾ ਏਡ ਇਹ ਨਹੀਂ ਹੈ ਵੀ ਉਹਨੇ ਪੰਜਾਬ 'ਚ ਸਿਰਫ ਸਿੱਖਾਂ ਦਾ ਹੀ ਕਰਨਾ। ਹਾਂਜੀ, ਖਾਲਸਾ ਏਡ ਸੀਰੀਆ ਵੀ ਗਈ ਆ, ਖਾਲਸਾ ਏਡ ਯੂਕਰੇਨ ਵੀ ਗਈ ਆ। ਖਾਲਸਾ ਏਡ ਵਾਸਤੇ ਇਨਸਾਨੀਅਤ ਤੇ ਇਨਸਾਨ ਬਰਾਬਰ ਆ ਜੀ। ਉਹ ਕਮਿਊਨਿਟੀਜ਼ ਦੇ ਰੇਸਿਸ ਦੇ ਵਿੱਚ ਉਹ ਬਾਬੇ ਨਾਨਕ ਦੇ ਫਲਸਫੇ ਤੇ ਚੱਲਦੇ ਆ। ਬਹੁਤ ਵਧੀਆ ਆਰਗੇਨਾਈਜੇਸ਼ਨ ਆ। ਹੁਣ ਇਸ ਆਰਗੇਨਾਈਜੇਸ਼ਨ ਦੇ ਕੁਝ ਬੰਦਿਆਂ ਤੇ ਐਨਫੋਰਸਮੈਂਟ ਡਾਇਰੈਕਟਰ ਕਰਕੇ NIA ਨੇ ਰੇਡ ਕੀਤਾ। ਹਾਂਜੀ, ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ, ਜਿਹੜੀ ਇੱਕ ਟੈਰਰਿਜ਼ਮ ਫਾਈਟਿੰਗ ਏਜੰਸੀ ਭਾਰਤ ਨੇ ਤਿਆਰ ਕੀਤੀ ਹੈ। ਹੁਣ ਖਾਲਸਾ ਏਡ ਬਹੁਤ ਵੱਡਾ ਅੰਬਰੇਲਾ, ਬਹੁਤ ਵੱਡੀ ਛਤਰੀ, ਉਹਨੂੰ ਨਹੀਂ ਪਤਾ ਸਾਡੇ ਥੱਲੇ ਆ ਕੇ ਸਾਨੂੰ ਸਹਾਇਤਾ ਕਰਨ ਦੇ ਮਕਸਦ ਨਾਲ ਕੌਣ ਖੜਾ ਹੋ ਗਿਆ। ਉਹ ਤੇ ਗਲਤ ਬੰਦੇ ਵੀ ਖੜੇ ਹੋ ਸਕਦੇ ਆ, ਸਹੀ ਵੀ ਖੜੇ ਹੋ ਸਕਦੇ ਆ। ਉਹਨਾਂ ਦਾ ਮਕਸਦ ਬੜਾ ਪਵਿੱਤਰ ਆ, ਪਾਇਸ ਆ ਕਿ ਅਸੀਂ ਇਨਸਾਨੀਅਤ ਦੀ ਮਦਦ ਕਰਨੀ ਹੈ ਜੀ। ਜਦੋਂ ਇਹ ਗਲਤ ਅਨਸਰ ਆ ਕੇ ਉਹਨਾਂ ਦੀ ਛਤਰੀ ਹੇਠ ਖੜਾ ਕਰਦਾ, ਭਾਵੇਂ ਡੋਨੇਸ਼ਨ ਦੇਣ ਦੇ ਹਿਸਾਬ ਨਾਲ, ਭਾਵੇਂ ਉਹ ਸੇਵਾ ਦਾ ਮੁੱਦਾ ਲੈ ਕੇ ਖੜਾ ਹੁੰਦਾ, ਉਹਦੇ ਤੇ ਫਿਰ ਨਜ਼ਰ ਰੱਖਣੀ ਭਾਰਤੀ ਏਜੰਸੀਜ਼ ਵਾਸਤੇ ਲਾਜ਼ਮੀ ਹੋ ਜਾਂਦੀ ਹੈ। ਤੇ ਉਸ ਕੰਟੈਕਸਟ ਦੇ ਵਿੱਚ ਜੇ ਕੋਈ ਸਪੈਸੀਫਿਕ ਇਨਫੋਰਮੇਸ਼ਨ NIO ਕੋਲ ਸੀਗੀ ਤੇ ਉਹਨਾਂ ਨੇ ਰੇਡ ਕੀਤਾ, ਆਈ ਥਿੰਕ ਦੇ ਆਰ ਜਸਟੀਫਾਈਡ। ਜੇ ਉਹਦੇ ਵਿੱਚ ਸਾਬਤ ਕੁਝ ਨਹੀਂ ਹੁੰਦਾ, ਦੈਟ ਕਮਸ ਲੇਟਰ। ਜੇ ਉਹਦੇ ਵਿੱਚ ਕੋਈ ਉਹ ਝੂਠੇ ਨਿਕਲ ਜਾਂਦੇ ਆ, ਸਾਬਤ ਨਹੀਂ ਹੁੰਦਾ, ਫਿਰ ਉਹ ਨਿੰਦਣਯੋਗ ਹੋਏਗਾ। ਪਰ ਜੇ ਉਹਨਾਂ ਨੂੰ ਕਿਸੇ ਗੱਲ ਤੇ, ਕਿਸੇ ਸ਼ਖਸ ਤੇ, ਜਿਹੜਾ ਉਸ ਛਤਰੀ ਥੱਲੇ ਖੜਾ, ਉਹਨੂੰ ਸ਼ੱਕ ਪੈਦਾ ਹੋ ਗਿਆ, ਉਹਨੂੰ ਪੁੱਛਗਿੱਛ ਕਰਨ ਦਾ ਹੱਕ ਤਾਂ ਹੈਗਾ ਜੀ। ਕੀ ਟੱਗਰ ਸਾਹਿਬ, ਮੈਂ ਇਹ ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿ ਜਿਹੜਾ ਇੱਥੋਂ ਕਿਸੇ ਵੱਲੋਂ ਵੀ ਪੈਸਾ ਦਿੱਤਾ ਜਾ ਰਿਹਾ, ਚਾਹੇ ਉਹ ਜਥੇਬੰਦੀ ਕੋਈ ਕਿਸੇ ਵੀ ਰਿਲੇਟ ਸੰਸਥਾ ਦੇ ਨਾਲ ਕਰਦੀ ਹੋਵੇ, ਲੇਕਿਨ ਪੈਸੇ ਦਾ ਉੱਥੇ ਜਿਹੜਾ ਲੱਗਣਾ, ਉਹ ਤੇ ਗੁੱਡ ਕਾਜ਼ ਵਾਸਤੇ ਲੱਗਣਾ, ਉਹ ਤੇ ਕੋਈ ਉੱਥੇ ਹਥਿਆਰ ਤਾਂ ਨਹੀਂ ਨਾ ਖਰੀਦਣੇ। ਕਹਿਣ ਦਾ ਮੇਰੇ ਭਾਵ ਇਹ ਹੈ ਕਿ ਜੇਕਰ ਕੋਈ ਜਥੇਬੰਦੀ ਇੱਥੋਂ $1 ਮਿਲੀਅਨ ਦੇ ਦਿੰਦੀ ਹੈ, ਚਾਹੇ ਉਹ ਕੋਈ ਵੀ ਮਾੜਾ ਕੰਮ ਕਰਦੀ ਹੋਵੇ, ਲੇਕਿਨ ਭਾਰਤ ਦੇ ਵਿੱਚ ਉਹ ਪੈਸਾ ਇੱਕ ਚੰਗੇ ਕੰਮ ਵਾਸਤੇ ਲੱਗਣਾ, ਵਾਈ ਨਾਟ ਇਹ ਐਡਵਾਂਟੇਜ ਜਿਹੜਾ ਵਾ ਇੱਕ ਫਾਇਦਾ ਉਠਾਇਆ ਜਾਵੇ ਕਿ ਵੀ ਡੋਂਟ ਕੇਅਰ ਵੇਅਰ ਦ ਮਨੀ ਕਮਿੰਗ ਫਰਮ, ਪਰ ਜਿਸ ਪਰਪਸ ਵਾਸਤੇ ਲੱਗ ਰਿਹਾ ਵਾ ਉਹ ਲੋਕਾਂ ਦੀ ਸੇਵਾ ਵਾਸਤੇ ਲੱਗ ਰਿਹਾ। ਚਾਹੇ ਇਹ ਜਥੇਬੰਦੀ ਇਹੋ ਜਿਹੇ ਕੰਮ ਨਹੀਂ ਕਰਦੀ, ਇਹੋ ਜਿਹਾ ਪੈਸਾ ਨਹੀਂ ਲੈਂਦੀ, ਪਰ ਮੇਰਾ ਇਹ ਮੰਨਣਾ ਕਿ ਜੇਕਰ ਕਿਸੇ ਵੀ ਤਰ੍ਹਾਂ ਦਾ ਪੈਸਾ ਉਸ ਜਥੇਬੰਦੀ ਨੂੰ ਐਜ਼ ਲੌਂਗ ਐਜ਼ ਭਾਰਤ ਦੇ ਵਿੱਚ ਉਹ ਜਥੇਬੰਦੀ ਲੋਕਾਂ ਦੀ ਸੇਵਾ ਕਰ ਰਹੀ ਆ, ਨਾ ਕਿ ਉਹਨੂੰ ਮਿਸਯੂਜ਼ ਕਰ ਰਹੀ ਹੈ, ਮੈਂ ਤਾਂ ਖੁਸ਼ ਹੋ ਕੇ ਚਾਹੂੰਗਾ ਵੀ ਇਹ ਗਵਰਨਮੈਂਟ ਨੂੰ ਕਹਿਣਾ ਚਾਹੀਦਾ ਵੀ ਲੈ ਕੇ ਆਓ। ਮੈਂ ਤੁਹਾਨੂੰ ਸਿੱਖੀਜ਼ਮ ਦੇ ਇਤਿਹਾਸ ਲੈ ਜਾਂਦਾ। ਹਾਂਜੀ, ਵਾਈ ਸ਼ੁੱਡ ਵੀ ਨਾਟ ਐਕਸੈਪਟ ਡਰਟੀ ਮਨੀ। ਹਾਂਜੀ, ਗੁਰੂ ਨਾਨਕ ਨੇ ਇੱਕ ਪਾਸੇ ਭਾਈ ਲਾਲੋ ਦੀ ਰੋਟੀ ਸੀ, ਇੱਕ ਪਾਸੇ ਉਹ ਜਿਹੜਾ ਸੀ, ਇੱਕ ਚੁੱਕ ਦੁੱਧ ਨਿਕਲਿਆ ਸੀ, ਇੱਕ ਚੁੱਕ ਖੂਨ ਨਿਕਲਿਆ। ਖੂਨ, ਹਾਂਜੀ,
ਯੈਸ ਤੁਸੀਂ ਅਸੀਂ ਖੂਨ ਵਾਲੀ ਰੋਟੀ ਕਿਉਂ ਲਈਏ ਜੀ? ਭਾਵੇਂ ਢਿੱਡ ਉਹਦੇ ਨਾਲ ਵੀ ਭਰਨਾ, ਹਾਂਜੀ, ਢਿੱਡ ਦੁੱਧ ਵਾਲੀ ਰੋਟੀ ਨਾਲ ਵੀ ਹਾਂ, ਭਰਨਾ, ਹਾਂ। ਸਾਨੂੰ ਉਹੋ ਜਿਹਾ ਢਿੱਡ ਭਰਨ ਦੀ ਲੋੜ ਨਹੀਂ ਜਿਹਦੇ ਵਿੱਚ ਡਰਟੀ ਮਨੀ ਹੈ। ਹਾਂ, ਇਹਦੇ 'ਚ ਤੁਸੀਂ ਬਿਲਕੁਲ ਠੀਕ ਹੋ, ਮੈਂ ਮਾੜਾ ਨਹੀਂ ਕਹੂੰਗਾ, ਲੇਕਿਨ ਕਿੰਨਾ ਕੁ ਭਾਰਤ ਦੇ ਵਿੱਚ ਡਰਟੀ ਮਨੀ ਜਿਹੜੀ ਇਸ ਵੇਲੇ ਨਹੀਂ ਵਰਤੀ ਜਾ ਰਹੀ? ਨਹੀਂ ਜੀ, ਇਹ ਤੁਸੀਂ ਹੁਣ ਗੱਲ ਜਨਰਲਾਈਜ਼ ਨਾ ਕਰੋ, ਜਨਰਲਾਈਜ਼ ਨਾ, ਲੈਟਸ ਬੀ ਸਪੈਸੀਫਿਕ। ਹੁਣ ਜੇ ਉਹਨਾਂ ਨੂੰ ਪਤਾ ਲੱਗਦਾ ਇਹ ਗਲਤ ਪੈਸਾ ਆ ਰਿਹਾ ਹੈ ਜਾਂ ਗਲਤ ਬੰਦੇ ਦੇ ਰਹੇ ਆ, ਜੇ ਗਲਤ ਬੰਦੇ ਦੇ ਰਹੇ ਆ, ਗਲਤ ਬੰਦੇ ਜੁੜ ਵੀ ਸਕਦੇ ਆ। ਜੇ ਚੱਲ ਰਿਹਾ ਕੰਮ, ਮਤਲਬ ਕਿ ਜੋ ਭੀੜ ਤੁਰ ਰਹੀ ਆ ਤੇ ਵਿੱਚੋਂ ਦੋ ਬੰਦੇ ਦੂਜੇ ਪਾਸੇ ਵੀ ਨਿਕਲ ਸਕਦੇ ਆ, ਉਹਦੇ ਵਿੱਚ ਪਿਲਫਰੇਸ਼ਨ ਹੋ ਜਾਂਦੀ ਆ, ਉਹਦੇ ਵਿੱਚ ਬੜੇ ਪੋਸੀਬਿਲਿਟੀਜ਼, ਨੈਗੇਟਿਵ ਪੋਸੀਬਿਲਿਟੀਜ਼ ਖੜੀਆਂ ਹੋ ਜਾਂਦੀਆਂ। ਸੋ ਪੰਨੂ ਸਾਹਿਬ, ਤੁਸੀਂ ਭਾਰਤ ਬਾਰੇ, ਪੰਜਾਬ ਬਾਰੇ, ਸਾਡੇ ਬਾਰੇ ਜ਼ਰਾ ਖੁੱਲੇ ਵਿਚਾਰਾਂ ਨਾਲ ਸੋਚੋ। ਵੀ ਆਰ ਅ ਗ੍ਰੇਟ ਨੇਸ਼ਨ। ਆਪਾਂ ਸਾਰੇ ਪੰਜਾਬੀ ਹਾਂ, ਸਾਡਾ ਪੰਜਾਬ ਬਹੁਤ ਵਧੀਆ ਸੂਬਾ, ਸਾਡਾ ਭਾਰਤ ਮੁਲਕ ਵੀ ਵਧੀਆ, ਇੰਨਾ ਮਾੜਾ ਨਹੀਂ ਹੈ ਜਿੰਨਾ ਕਿ ਆਪਾਂ ਨੂੰ ਕੰਸੀਡਰ ਕਰ ਲਈਏ। ਹਾਂ, ਉਹਦੇ ਵਿੱਚ ਇੰਪਰੂਵਮੈਂਟ ਦੀ ਲੋੜ ਆ, ਉਹਦੇ ਵਿੱਚ ਠੀਕ ਆ। ਗਵਰਨਮੈਂਟ ਜਿਹੜੀ ਹੁਣ ਆਈ ਆ ਮੋਦੀ ਸਾਹਿਬ ਦੀ, ਕੁਝ ਕੰਮ ਠੀਕ ਕਰ ਰਹੀ ਹੈ, ਕੁਝ ਗਲਤ ਵੀ ਕਰ ਰਹੀ ਹੈ। ਜਿਹੜੇ ਕੁਝ ਗੱਲਾਂ ਦੀ ਮੈਂ ਉਹਨਾਂ ਦੀ ਹਮਾਇਤ ਵੀ ਕਰਦਾ, ਬਿਕੋਜ਼ ਕੋਈ ਵੀ ਸ਼ਖਸ ਸਾਰੇ ਕੰਮ ਮਾੜੇ ਨਹੀਂ ਕਰਦਾ, ਪਰਫੈਕਟ ਨਹੀਂ ਹੋ ਸਕਦਾ। ਇਹ ਨਹੀਂ ਵੀ ਇੱਕ ਬੰਦਾ, ਹੁਣ ਮੈਂ ਹੈਗਾ ਤੇ ਮੈਂ 100 ਸਾਲ ਜ਼ਿੰਦਗੀ ਜਿਉਇਆ ਜਾਂ 80 ਸਾਲ ਜਿਉਇਆ ਤੇ ਮੈਂ 80 ਸਾਲ ਹੀ ਮਾੜੇ ਕੰਮ ਕਰਦਾ ਰਿਹਾ। ਹੋ ਸਕਦਾ ਮੈਂ 5-7 ਸਾਲ ਚੰਗੇ ਕੰਮ ਵੀ ਕੀਤੇ ਹੋਣ। ਸੋ ਉਸੇ ਤਰ੍ਹਾਂ ਮੈਂ ਮੋਦੀ ਨੂੰ ਵੇਖਦਾ, ਭਾਰਤ ਨੂੰ ਵੇਖਦਾ, ਭਾਰਤ 'ਚ ਸਾਰੇ ਕੰਮ ਮਾੜੇ ਨਹੀਂ ਹੋ ਰਹੇ। ਸੋ ਇਸੇ ਤਰੀਕੇ ਨਾਲ ਮੈਂ ਚਾਹੁੰਦਾ ਹਾਂ ਕਿ ਜਿਹੜੀ ਆਪਾਂ ਖਾਲਸਾ ਏਡ ਦੀ ਗੱਲ ਕੀਤੀ ਹੈ, ਜਿਸ ਤਰ੍ਹਾਂ ਮੋਦੀ ਸਾਹਿਬ ਸਾਰੇ ਭਾਰਤ ਦੇ ਵਿੱਚ ਸਾਰੇ ਚੰਗੇ ਕੰਮ ਨਹੀਂ ਕਰ ਸਕਦੇ, ਸਾਰੇ ਮਾੜੇ ਨਹੀਂ ਕਰ ਸਕਦੇ, ਇਸੇ ਤਰੀਕੇ ਨਾਲ ਖਾਲਸਾ ਏਡ ਦੇ ਵਿੱਚ ਵੀ ਕੁਝ ਇਹੋ ਜਿਹੀ ਮਨੀ ਆ ਸਕਦੀ ਹੈ ਜਿਹੜੀ ਕਿ ਕੋਈ ਇਹੋ ਜਿਹੀਆਂ ਸੰਸਥਾਵਾਂ ਦਿੰਦੀਆਂ ਹਨ, ਉਹਨਾਂ ਨੂੰ ਵੀ ਇਸੇ ਐਂਗਲ ਤੇ ਇਹ ਸੋਚਣਾ ਚਾਹੀਦਾ ਵੀ ਇਹਨਾਂ ਨੂੰ ਤੰਗ ਨਾ ਕੀਤਾ ਜਾਵੇ, ਉਹਨਾਂ ਨੂੰ ਵਾਰਨਿੰਗ ਦੇ ਕੇ ਕਹਿ ਦਿੱਤਾ ਜਾਵੇ ਕਿ ਓਕੇ ਜੀ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਵੇ, ਇਨਸਟੈਡ ਆਫ ਕਿ ਫੋਰਸਫੁਲੀ ਉਹਨਾਂ ਤੇ ਕੋਈ ਇਹੋ ਜਿਹੀ ਦੂਸ਼ਣਬਾਜ਼ੀ ਲਗਾਈ ਜਾਵੇ। ਹਾਂਜੀ, ਇਹ ਅਤੀ ਜ਼ਰੂਰੀ ਹੈ। ਸੋ ਮੈਂ ਸਮਝਦਾ ਕਿ ਤੁਹਾਡੀ ਇਹ ਗੱਲਬਾਤ ਨਾਲ ਤੁਹਾਡੇ ਵਿਚਾਰ ਭਾਰਤ ਕੋਲ ਪਹੁੰਚ ਜਾਣਗੇ ਜੀ, ਬਿਲਕੁਲ ਪਹੁੰਚ ਜਾਣਗੇ। ਅੱਛਾ, ਦੂਸਰੇ ਬੰਨੇ ਹੁਣ ਆਪਾਂ ਭਾਰਤ ਦੀ ਨੈਕਸਟ ਈਅਰ ਜਿਹੜੀ ਆ ਰਹੀ ਇਲੈਕਸ਼ਨ ਹੈ ਉਹਦੇ ਤੇ ਗੱਲ ਕਰੀਏ, ਕਿਉਂਕਿ ਤੁਸੀਂ ਇੱਕ ਵਾਈਡਰ ਸੋਚ ਰੱਖਦੇ ਹੋ, ਸਾਰੇ ਭਾਰਤ ਪ੍ਰਤੀ ਰੱਖਦੇ ਹੋ। ਕੀ ਭਾਰਤ ਦੀਆਂ ਜਿਹੜੀਆਂ ਇਸ ਵੇਲੇ ਸੰਸਥਾਵਾਂ ਸਨ, ਜਿਸ ਤਰ੍ਹਾਂ ਬਹੁਤ ਵੱਡੀਆਂ ਹਨ, CBI ਹੈ, ED ਹੈ, ਜਿਸ ਤਰ੍ਹਾਂ NSI ਹੈ, ਹੋਰ ਹੀ ਬਹੁਤ ਸਾਰੀਆਂ ਬੈਂਕਸ ਦੀਆਂ ਹਨ, ਇਕਨੋਮਿਕ ਵੱਡੇ ਅਦਾਰੇ ਹਨ, ਉਹ ਇਸ ਹੁੰਦੇ ਵਿੱਚ ਆ ਰਿਹਾ ਕਿ ਉਹ ਪ੍ਰਫੁੱਲਤ ਹੋਣ ਦੀ ਬਜਾਏ ਉਹਨਾਂ ਤੇ ਕੰਟਰੋਲ ਵੱਧ ਰਿਹਾ ਹੈ ਗਵਰਨਮੈਂਟ ਦਾ। ਉਹਨਾਂ ਨੂੰ ਇੰਡੀਪੈਂਡੈਂਟ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੇ, ਹਾਂਜੀ, ਹਰ ਇੱਕ ਤਰ੍ਹਾਂ ਦੀ ਤੇ, ਹਾਂਜੀ, ਹਰ ਡਿਫੈਂਸ ਤੇ ਵੀ ਹੈ, ਫਾਈਨੈਂਸ਼ੀਅਲ ਤੇ ਵੀ ਹੈ, ਐਜੂਕੇਸ਼ਨ ਤੇ ਵੀ ਹੈ, ਯੂ ਨੇਮ ਇਟ, ਦੇ ਆਰ ਕੰਟਰੋਲਡ ਬਾਈ ਫੈਡਰਲ ਔਰ ਪ੍ਰੋਵਿੰਸ਼ੀਅਲ। ਹਾਂਜੀ, ਬਿਲਕੁਲ ਤੁਹਾਨੂੰ ਮੈਂ ਦੱਸਦਾ। ਹਾਂਜੀ, ਭਾਰਤ ਦੇ ਵਿੱਚ ਜਿਹੜੀ ਸੈਂਟਰਲ ਗਵਰਨਮੈਂਟ ਆ ਉਹ ਜ਼ਿਆਦਾ ਪਾਵਰ ਅਖਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੀ, ਜਿਹੜੀ ਕਿ ਮੇਰਾ ਖਿਆਲ ਹੈ ਨਹੀਂ ਠੀਕ, ਇੱਦਾਂ ਨਹੀਂ ਹੋਣਾ ਚਾਹੀਦਾ ਜੀ। ਹੁਣ ਤੁਸੀਂ ਜਿਹੜੇ ਇੰਸਟੀਟਿਊਸ਼ਨ ਦੀ ਗੱਲ ਕਰਦੇ ਹੋ, ਜਿਵੇਂ ਇਲੈਕਸ਼ਨ ਕਮਿਸ਼ਨ ਹੈ ਜੀ, ਉਹਦੇ ਤੇ ਪੂਰਾ ਕੰਟਰੋਲ ਜੀ, ਉਹਦੇ ਤੇ ਪਿੱਛੇ ਸੁਪਰੀਮ ਕੋਰਟ 'ਚ ਵੀ ਮਾਮਲਾ ਗਿਆ, ਸੁਪਰੀਮ ਕੋਰਟ ਨੇ ਝਾੜ ਵੀ ਮਾਰੀ। ਉਹ ਗੋਇਲ ਸੀਗਾ ਇੱਕ ਖਾਸ ਬੰਦਾ ਇਹਨਾਂ ਦਾ, IAS ਆਫੀਸਰ, ਉਹਨੂੰ ਕਿਸ ਤਰ੍ਹਾਂ ਭਰਤੀ ਕੀਤਾ ਗਿਆ, ਪੰਜਾਬ ਤੋਂ ਗਿਆ, ਪੰਜਾਬ ਕਾਡਰ ਦਾ, ਤੇ ਉਹ ਬੰਦੇ ਨੂੰ ਕਿਸ ਤਰ੍ਹਾਂ ਫਿਰ ਚੀਫ ਇਲੈਕਸ਼ਨ ਕਮਿਸ਼ਨਰ ਲਾਇਆ ਗਿਆ, ਤੇ ਫਿਰ ਕਿੱਦਾਂ ਸੁਪਰੀਮ ਕੋਰਟ ਨੇ ਉਹਨੂੰ ਲਾਇਆ। ਸੁਪਰੀਮ ਕੋਰਟ ਦਾ ਜਿਹੜਾ ਚੀਫ ਜਸਟਿਸ ਇਸ ਵਕਤ ਹੈਗਾ ਪੰਨੂ ਸਾਹਿਬ, ਉਹ DY ਚੰਦਰਚੂੜ ਹੈ। ਬਹੁਤ ਹੀ ਇਮਾਨਦਾਰ, ਬਹੁਤ ਹੀ ਲਾਇਕ, ਬਹੁਤ ਹੀ ਟਰਾਂਸਪੇਰੈਂਟ ਉਹ ਚੀਫ ਜਸਟਿਸ ਬਹੁਤ ਦੇਰ ਬਾਅਦ ਦੇਖਣ ਨੂੰ ਮਿਲਿਆ। ਇਸ ਤੋਂ ਪਹਿਲਾਂ ਇੱਕ ਸ਼ਰਾਰਤੀ ਚੀਫ ਜਸਟਿਸ ਵੀ ਸੀਗਾ, ਰੰਜਨ, ਕੀ ਨਾਂ ਉਹਦਾ ਪੂਰਾ ਭੁੱਲ ਗਿਆ, ਜਿਹਨੇ ਆ ਬਾਬਰੀ ਮਸਜਿਦ ਵਾਲਾ ਫੈਸਲਾ ਸੁਣਾਇਆ। ਉਹ ਬੰਦਾ ਬਾਬਰੀ ਮਸਜਿਦ ਵਾਲਾ ਫੈਸਲਾ ਕਰਕੇ ਮੋਦੀ ਗਵਰਨਮੈਂਟ ਦੇ ਹੱਕ 'ਚ ਕਰਕੇ ਉਹਨਾਂ ਨੂੰ ਇਖਤਿਆਰ ਦੇ ਕੇ ਤੇ ਮੈਂਬਰ ਰਾਜ ਸਭਾ ਬਣ ਗਿਆ ਜੀ। ਇਹ ਜਿਹੜਾ DY ਚੰਦਰਚੂੜ ਹੈ, ਇਹ ਇਸ ਅਖਲਾਕ ਦਾ ਬੰਦਾ ਨਹੀਂ। ਇਹਨੇ ਜੱਜਾਂ ਨੂੰ ਵੀ ਖਿੱਚਿਆ, ਇਹਨੇ ਕਿਹਾ ਕਿ ਫੋਰਮ ਹੰਟਿੰਗ ਬੰਦ ਕਰ ਦਿਓ। ਹਾਂਜੀ, ਡੂ ਯੂ ਨੋ ਵਾਟ ਇਜ਼ ਫੋਰਮ ਹੰਟਿੰਗ ਮਨੂ ਸਾਹਿਬ? ਨਹੀਂ, ਤੁਸੀਂ ਇਨ ਇੰਡੀਆ ਕਰਦੇ ਕੀ ਇਹ, ਵਕੀਲ ਰਲ ਜਾਂਦੇ ਆ ਕਲਾਇੰਟ ਨਾਲ,
ਉਹ ਵੇਖਦੇ ਆ ਵੀ ਆਹ ਪਟੀਸ਼ਨ ਆਪਾਂ ਇੱਥੇ ਲਾਤੀ ਅੱਜ, ਇਹ ਜੱਜ ਥੋੜਾ ਤਿੱਖਾ ਤੇ ਇਹਨੇ ਆਪਾਂ ਨੂੰ ਰਿਲੀਫ ਨਹੀਂ ਦੇਣੀ। ਫਿਰ ਉੱਥੋਂ ਕੀ ਕਰਦੇ ਆ, ਉਹ ਕਹਿੰਦੇ ਮੈਂ ਅੱਜ ਬਿਮਾਰ ਹੋ ਗਿਆ ਤੇ ਅੱਜ ਫਲਾਣਾ ਹੋ ਗਿਆ, ਡੇਟ ਪਵਾ ਦਿਓ ਜੀ, ਫਿਰ ਡੇਟ ਪਵਾ ਦਿਓ, ਵੇਟ ਕਰੋ ਜਦੋਂ ਤੱਕ ਰੋਸਟਰ ਚੇਂਜ ਨਹੀਂ ਹੁੰਦਾ ਜੀ। ਰੋਸਟਰ ਫਿਰ ਦੇਖਦੇ ਆ ਵੀ ਅਗਲਾ ਜੱਜ ਕਿਹੜਾ ਆਉਣਾ, ਜਾਂ ਇਸ ਤਰੀਕੇ ਨਾਲ ਤਿਕੜਮਬਾਜ਼ੀ ਲਾਉਂਦੇ ਆ ਰਜਿਸਟਰਾਰ ਆਫ ਕੋਰਟਸ ਨਾਲ ਮਿਲ ਕੇ, ਹਾਈ ਕੋਰਟਸ ਸੁਪਰੀਮ ਕੋਰਟਸ, ਕਿ ਉਹ ਕੇਸ ਨੂੰ ਉਸ ਜੱਜ ਦੇ ਅੱਗੇ ਲੈ ਜਾਈਏ ਜੀ ਜਿਹੜਾ ਸੌਫਟ ਹੈ ਜਾਂ ਜਿਹੜਾ ਸੈਟਿੰਗ ਕਰ ਲੈਂਦਾ ਜੀ। ਇਸ ਚੀਜ਼ ਦੀ, ਇਸ ਫੈਨੋਮੇਨਨ ਦੀ ਨੌਲੇਜ ਚੀਫ ਜਸਟਿਸ ਨੂੰ ਹੈਗੀ ਆ ਜੀ। ਉਹਨੇ ਪਬਲਿਕਲੀ ਇੱਕ ਸੈਮੀਨਾਰ 'ਚ ਕਿਹਾ ਕਿ ਮੈਨੂੰ ਗਿਆਨ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਫੋਰਮ ਹੰਟਿੰਗ ਹੁੰਦੀ ਆ ਜੀ, ਔਰ ਉਹ ਕਹਿੰਦਾ ਜੀ ਜਦੋਂ ਤੱਕ ਮੈਂ ਰਹੂੰਗਾ ਮੈਂ ਇਹ ਨਹੀਂ ਹੋਣ ਦੇਵਾਂਗਾ, ਦੁਰਸਤ ਕਰੂੰਗਾ। ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਪੰਜਾਬ ਦਾ ਬਹੁਤ ਹੀ ਵੱਡਾ ਇੱਕ ਸਕੈਂਡਲ ਫਿਲਿਪਸ ਪਲਾਟ ਸਕੈਮ ਹੋਇਆ ਅਬਾਊਟ 800 ਕਰੋੜ ਦਾ। ਉਹਦੇ ਤੇ ਇੱਕ ਜੱਜ, ਚੀਫ ਜਸਟਿਸ ਨਹੀਂ, ਜਸਟਿਸ ਮੁਰਾਰੀ, ਕ੍ਰਿਸ਼ਨ ਮੁਰਾਰੀ ਜੀ, ਉਹਨੇ ਸੁਪਰੀਮ ਕੋਰਟ 'ਚ ਬੈਠੇ ਹੋਏ ਇੱਕ ਇਹੋ ਜਿਹਾ ਫੈਸਲਾ, ਇੱਕ ਤਰਫਾ ਐਕਸ ਪਾਰਟੀ ਫੈਸਲਾ ਕੀਤਾ ਜਿਹਦੇ ਨਾਲ ਜਿਹੜੇ 9 ਦੇ 9 ਦੋਸ਼ੀ ਫੜੇ ਸੀ, 3 ਫਰਾਰ ਸੀ, 6 ਫੜੇ ਸੀ, ਸਾਰਿਆਂ ਨੂੰ ਰਾਹਤ ਮਿਲ ਗਈ, ਬੇਲ ਹੋ ਗਈ। ਹਾਈ ਕੋਰਟ ਨੇ ਦੇਤੀ, ਸੁਪਰੀਮ ਕੋਰਟ ਨੇ ਆਰਡਰ ਇਹੋ ਜਿਹਾ ਟੁੱਟਿਆ ਜਿਹਾ ਆਰਡਰ ਪਾਸ ਕੀਤਾ। ਪੰਜਾਬ ਗਵਰਨਮੈਂਟ ਸੁਪਰੀਮ ਕੋਰਟ ਗਈ। ਜੋ ਮੇਰੀ ਨੌਲੇਜ ਆ ਕਿ ਉਹਨਾਂ ਨੇ ਚੀਫ ਜਸਟਿਸ ਤੋਂ ਅਪੁਆਇੰਟਮੈਂਟ ਮੰਗ ਕੇ ਉਹਦੇ ਦਫ਼ਤਰ ਬੈਠ ਕੇ ਉਹਨੂੰ ਗੱਲ ਸਮਝਾਈ। ਚੀਫ ਜਸਟਿਸ ਨੇ ਰੋਕ ਲਾਤੀ ਜੀ। ਹੁੰਦਾ ਕੀ ਹੈ, ਜਦੋਂ ਕਲੈਰੀਫਿਕੇਸ਼ਨ ਲੈਣੀ ਹੁੰਦੀ ਕਿ ਸਟੇਟ ਨੇ, ਉਸੇ ਜੱਜ ਕੋਲ ਮਾਮਲਾ ਭੇਜਿਆ ਜਾਂਦਾ ਜਿਹਨੇ ਫੈਸਲਾ ਦਿੱਤਾ ਹੁੰਦਾ ਜੀ। ਇਹ ਪਹਿਲੀ ਵਾਰੀ ਹੋਇਆ ਸੁਪਰੀਮ ਕੋਰਟ ਕਿ ਚੀਫ ਜਸਟਿਸ ਨੇ ਉਹ ਮੁਰਾਰੀ ਕੋਲ ਕੇਸ ਨਹੀਂ ਭੇਜਿਆ, ਆਪਦੇ ਕੋਲ ਰੱਖ ਲਿਆ। ਕਹਿੰਦਾ ਕਲੈਰੀਫਿਕੇਸ਼ਨ ਮੈਂ ਦੇਵਾਂਗਾ ਤੁਹਾਨੂੰ, ਉਹ ਜੱਜ ਕੋਲ ਨਹੀਂ ਭੇਜਣਾ। ਉਹ ਰਿਟਾਇਰ ਹੋ ਗਿਆ 7 ਜੁਲਾਈ ਨੂੰ ਜੀ। ਉਹ ਮਾਮਲਾ ਹੁਣ ਚੀਫ ਜਸਟਿਸ ਨੇ 3 ਜੱਜਾਂ ਦੇ ਬੈਂਚ ਕੋਲ ਲਾ ਲਿਆ। ਪਹਿਲਾਂ 2 ਜੱਜਾਂ ਦੇ ਬੈਂਚ ਨੇ ਫੈਸਲਾ ਕੀਤਾ ਸੀ। ਸੋ ਉਹਨੇ ਮਤਲਬ ਕਿ ਮੁਰਾਰੀ ਦੇ ਫੈਸਲੇ ਨੂੰ ਇਹਨਾਂ ਦਾ ਵਰਸ ਪਲਟਤਾ। ਨਾਲੇ ਉਹ ਜਾਂਦੇ ਹੋਏ ਮਤਲਬ ਕਿ ਰਿਟਾਇਰ ਹੁੰਦੇ ਹੋਏ ਉਹਨੂੰ ਸ਼ੀਸ਼ਾ ਵਿਖਾਤਾ। ਸਾਰੇ ਸੁਪਰੀਮ ਕੋਰਟ, ਹਾਈ ਕੋਰਟ ਚਰਚਾ ਵੀ ਇਹ ਕਲੈਰੀਫਿਕੇਸ਼ਨ ਪੰਜਾਬ ਗਵਰਨਮੈਂਟ ਨੇ ਮੰਗੀ ਸੀ ਇਸ ਜੱਜਮੈਂਟ ਤੇ, ਇਹ ਐਜ਼ ਪਰ ਪ੍ਰੈਸੀਡੈਂਸ ਇਹ ਮੁਰਾਰੀ ਕੋਲ ਨਹੀਂ ਗਈ, ਇਹ ਡੀ.ਵਾਈ. ਚੰਦਰਚੂੜ ਨੇ ਆਪਣੇ ਕੋਲ ਰੱਖ ਲਈ। ਮਤਲਬ ਕਿ ਚੀਫ ਜਸਟਿਸ ਨੇ ਸੰਕੇਤ ਦੇਤਾ ਕਿ ਇਹ ਜੱਜ ਬੇਈਮਾਨ ਸੀ ਜੀ। ਸਾਡੇ ਜੁਡੀਸ਼ੀਅਲ ਸਿਸਟਮ ਦੇ ਵਿੱਚ ਬਹੁਤ ਚੰਗੀਆਂ ਗੱਲਾਂ ਵੀ ਹੋ ਰਹੀਆਂ ਤੇ ਕਰਪਸ਼ਨ ਵੀ ਹੈਗੀ ਹੈ, ਨੋ ਡਾਊਟ ਜੀ। ਤਗੜ ਸਾਹਿਬ ਕੀ ਕਹਿਣਾ ਚਾਹੋਗੇ, ਜਿਸ ਤਰ੍ਹਾਂ ਤੁਸੀਂ ਐਕਸਪਲੇਨ ਕਰ ਹੀ ਦਿੱਤਾ ਕਿ ਕਈ ਚੀਜ਼ਾਂ ਜਿਹੜੀਆਂ ਉੱਥੇ ਇਹੋ ਜਿਹੀਆਂ ਚੱਲ ਰਹੀਆਂ ਹਨ ਜਿਹੜੀਆਂ ਕਿ ਉਹ ਗਵਰਨਮੈਂਟ ਦੇ ਵਿੱਚ ਵੀ ਆ। ਸੁਪਰੀਮ ਕੋਰਟ ਔਰ ਚੀਫ ਜਸਟਿਸ ਕੀ ਕਰ ਪਾਏਗਾ ਜੇਕਰ ਉਹ ਬਿੱਲ ਪਾਸ ਕਰ ਦਿੰਦੇ, ਉਹ ਕੋਈ ਰਿਸਟ੍ਰਿਕਸ਼ਨ ਲਾ ਦਿੰਦੇ ਹਨ ਗਵਰਨਮੈਂਟ ਤੇ ਕਿ ਤੁਸੀਂ ਆ ਨਹੀਂ ਕਰ ਸਕਦੇ, ਲੇਕਿਨ ਨੈਕਸਟ ਕੀ ਗਵਰਨਮੈਂਟ ਕਰਦੀ ਹੈ ਕਿ ਉਹ ਪਾਰਲੀਮੈਂਟ ਵਿੱਚ ਬਿੱਲ ਪੇਸ਼ ਕਰਕੇ ਉਸ ਨੂੰ ਪਾਸ ਕਰਾ ਲੈਂਦੀ ਹੈ, ਫਿਰ ਸੁਪਰੀਮ ਕੋਰਟ ਦੇ ਹੱਥ ਵੱਜ ਜਾਂਦੇ ਹਨ। ਉਹਦੇ ਤੇ ਕੀ ਕਹਿਣਾ ਚਾਹੋਗੇ ਕਿ ਇਹ ਉਸ ਟਾਈਮ ਕੀ ਜਿਹੜੀ ਆ ਸੁਪਰੀਮ ਕੋਰਟ ਕੀ ਕਰ ਸਕਦੀ ਹੈ? ਚਾਹੇ ਸੁਪਰੀਮ ਕੋਰਟ ਦੀ ਅਟੈਂਸ਼ਨ ਬਹੁਤ ਵਧੀਆ ਹੈ ਕਿ ਅਸੀਂ ਚੰਗਾ ਕੰਮ ਕਰਨਾ ਚਾਹੁੰਦੇ ਹਾਂ, ਲੇਕਿਨ ਪੋਲੀਟੀਸ਼ੀਅਨ ਉਹਨਾਂ ਤੋਂ ਵੀ ਉੱਪਰ ਹਨ ਤੇ ਉਹ ਬਿੱਲ ਪਾਸ ਕਰਕੇ ਉਹਨਾਂ ਦੇ ਹੱਥ ਬੰਨ੍ਹ ਦਿੰਦੇ। ਮੈਂ ਇੱਕ ਜੱਜਮੈਂਟ ਹੈ ਸੁਪਰੀਮ ਕੋਰਟ ਦੀ, ਮੈਨੂੰ ਹੁਣ ਐਗਜ਼ੈਕਟ ਕੇਸ ਪੂਰਾ ਯਾਦ ਨਹੀਂ ਜੀ। ਸੁਪਰੀਮ ਕੋਰਟ ਨੇ ਇੱਕ ਜੱਜਮੈਂਟ ਦੇ ਦਿੱਤੀ ਜੀ। ਉਹ ਜੱਜਮੈਂਟ ਨੂੰ ਪਲਟਣ ਲਈ ਪਿਛਲੀ ਮੇਰਾ ਖਿਆਲ ਗਵਰਨਮੈਂਟ ਸੀਗੀ, ਇਹ ਮਨਮੋਹਨ ਸਿੰਘ ਦੀ ਸੀ ਜਾਂ ਉਹ ਤੋਂ ਪਿਛਲੀ ਸੀ ਜੀ। ਉਹਨਾਂ ਨੇ ਕੀ ਕੀਤਾ, ਪਾਰਲੀਮੈਂਟ ਦੇ ਵਿੱਚ ਇੱਕ ਇਹੋ ਜਿਹਾ ਐਕਟ ਬਣਾਤਾ ਤਾਂ ਕਿ ਸੁਪਰੀਮ ਕੋਰਟ ਦੀ ਜਿਹੜੀ ਜੱਜਮੈਂਟ ਹੈ ਉਹ ਖਾਰਜ ਹੋ ਜਾਏ। ਬਿਲਕੁਲ। ਇੱਕ ਬੰਦੇ ਨੇ ਪਟੀਸ਼ਨ ਪਾਈ ਵੀ ਇਹ ਜਿਹੜਾ ਐਕਟ ਬਣਾਇਆ ਪਾਰਲੀਮੈਂਟ ਨੇ, ਇਹ ਦੁਰਨੀਅਤ ਨਾਲ ਬਣਾਇਆ। ਓਕੇ, ਇੰਟੈਂਸ਼ਨਸ ਵਰ ਨਾਟ ਗੁੱਡ, ਕਿਉਂਕਿ ਸੁਪਰੀਮ ਕੋਰਟ ਦਾ ਫੈਸਲਾ ਇਹ ਆ, ਇਸ ਕਰਕੇ ਜੁਡੀਸ਼ਰੀ ਦੇ ਫੈਸਲੇ ਨੂੰ ਪਲਟਣ ਵਾਸਤੇ ਬਦਨੀਤੀ ਨਾਲ ਇਹ ਕਾਨੂੰਨ ਪਾਸ ਕੀਤਾ ਗਿਆ। ਸੁਪਰੀਮ ਕੋਰਟ ਨੇ ਕਹਿੰਦਾ ਯੈਸ ਸਟੇਟ, ਤੁਸੀਂ ਜਿਹੜਾ ਫੈਸਲਾ ਅਸੀਂ ਕਰਤਾ, ਸਾਡੇ ਫੈਸਲੇ ਨੂੰ ਪਲਟਣ ਵਾਸਤੇ ਬਾਅਦ ਦੇ ਵਿੱਚ ਕੋਈ ਤੁਸੀਂ ਇਹੋ ਜਿਹਾ ਕਾਨੂੰਨ ਨਹੀਂ ਬਣਾ ਸਕਦੇ ਜਿਹਦੇ ਨਾਲ ਸਾਡਾ ਫੈਸਲਾ ਪਲਟਿਆ ਜਾਏ। ਇਹ ਚੀਜ਼ ਪੰਜਾਬ 'ਚ ਵੀ ਹੋ ਚੁੱਕੀ ਹੈ ਹਾਈ ਕੋਰਟ 'ਚ। ਕੀ ਉਹ ਕਨਸਟੀਟਿਊਸ਼ਨਲੀ ਵੈਲਿਡ ਹੈ? ਕਿਉਂਕਿ ਸੁਪਰੀਮ ਕੋਰਟ ਤੇ ਠੀਕ ਹੈ ਕਿ ਗਵਰਨਮੈਂਟ ਦੇ ਅਦਾਰੇ ਥੱਲੇ ਹੈ ਤੇ ਜਿਹੜੀ ਪਾਰਲੀਮੈਂਟ ਟਾਪ ਆਫ ਐਵਰੀ ਜਿਹੜਾ ਇੰਸਟੀਟਿਊਸ਼ਨ ਹੈ, ਸੋ ਉਹ ਕਿਸ ਤਰ੍ਹਾਂ ਸੁਪਰੀਮ ਕੋਰਟ ਉਹਨਾਂ ਨੂੰ ਹਦਾਇਤ ਦੇ ਸਕਦੀ ਹੈ ਜੇਕਰ ਪਾਰਲੀਮੈਂਟ ਨੇ ਪਾਸ ਕਰ ਦਿੱਤਾ? ਨਹੀਂ ਜੀ, ਦੇਖੋ ਜਿਹੜੀ ਪਾਰਲੀਮੈਂਟ ਨੇ ਫੈਸਲਾ ਜਿਹੜਾ ਕਾਨੂੰਨ ਬਣਾਤਾ, ਇਟ ਹੈਜ਼ ਟੂ ਕਮ ਟੂ ਦੀ ਕੋਰਟਸ ਫਾਰ ਐਗਜ਼ੀਕਿਊਸ਼ਨ ਐਂਡ ਇੰਪਲੀਮੈਂਟੇਸ਼ਨ। ਓਕੇ,
ਠੀਕ ਉਹਦੇ ਕੋਲ ਪਾਵਰ ਆ। ਹੁਣ ਇੰਡੀਆ 'ਚ ਕੀ ਹੋ ਰਿਹਾ, ਪਾਰਲੀਮੈਂਟ ਮੋਦੀ ਤੇ ਸੁਪਰੀਮ ਕੋਰਟ ਦੇ ਵਿੱਚ ਕਸ਼ਮਕਸ਼ ਚੱਲ ਰਹੀ ਹੈ। ਮੈਂ ਇਹੋ ਗੱਲ ਸੁਣਨੀ ਚਾਹੁੰਦਾ ਚੱਲ ਰਹੀ ਹੈ। ਹਾਂਜੀ, ਇਹ ਹੈ ਨਹੀਂ ਗੱਲ ਵੀ ਸਾਡੀ ਜੁਡੀਸ਼ਰੀ ਕੋਲ ਰੀੜ ਦੀ ਹੱਡੀ ਵਾਲੇ ਜੱਜ ਹੈ ਨਹੀਂ, ਹਾਂਜੀ ਹੈਗੇ ਆ, ਨਿਕਲਦੇ ਆ ਵਿੱਚੋਂ ਨਿਕਲਦੇ ਆ। ਰੰਜਨ ਗਗੋਈ ਵਰਗੇ ਵੀ ਹੈਗੇ ਜਿਹੜੇ ਲਿਖ ਜਾਂਦੇ ਆ, ਇਹਦੇ ਵਰਗੇ ਵੀ ਹੈਗੇ ਜਿਹੜੇ ਡਟ ਜਾਂਦੇ ਆ। ਇਹ ਇਟਸ ਅ ਹੈਲਦੀ ਸਾਈਨ, ਇਹ ਬਹੁਤ ਹੀ ਵਧੀਆ ਹੈਲਦੀ ਸਾਈਨ ਹੈ ਸਾਡੀ ਡੈਮੋਕ੍ਰੇਸੀ ਵਾਸਤੇ। ਤੇ ਇਹ ਹੁਣ ਤੁਹਾਨੂੰ ਹੋਰ ਦੱਸਦਾ, ਸੇਮ ਸੈਕਸ ਮੈਰਿਜ ਦੇ ਕਟਾਰੂ ਚੱਕ ਦੇ ਮਾਮਲੇ ਦਾ ਅੱਜ ਕਿਸੇ ਨਾਲ ਡਿਸਕਸ਼ਨ ਹੋ ਰਹੀ ਸੀ। ਹਾਂਜੀ, ਸੁਪਰੀਮ ਕੋਰਟ ਨੇ ਭਾਰਤ ਦੇ ਵਿੱਚ ਹੋਮੋਸੈਕਸ਼ੁਅਲਿਟੀ ਤੇ ਲੈਸਬਿਨਿਜ਼ਮ ਲੀਗਲ ਕਰਤਾ, ਸੇਮ ਸੈਕਸ ਮੈਰਿਜ ਅਲਾਉ ਕਰਤੀ। ਠੀਕ। ਅੱਜ ਵੀ ਹਾਈ ਕੋਰਟ ਨੇ ਫੈਸਲਾ ਦਿੱਤਾ ਕਿ ਇਹ ਸੇਮ ਸੈਕਸ ਮੈਰਿਜ ਵਾਲਿਆਂ ਨੂੰ ਪ੍ਰੋਟੈਕਸ਼ਨ ਸਟੇਟ ਦੇਵੇ। ਅੱਜ ਦਾ ਫੈਸਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ, ਤੁਸੀਂ ਟ੍ਰਿਬਿਊਨ 'ਚ ਪੜ੍ਹ ਸਕਦੇ। ਹਾਂਜੀ। ਨਾਓ ਕਟਾਰੂ ਚੱਕ ਦਾ ਮਾਮਲਾ ਇਸ ਕਰਕੇ ਟੱਚ ਕਰ ਰਹੇ, ਬੜੇ ਲੋਕਾਂ ਨੇ ਮੈਨੂੰ ਗੱਲ ਕੀਤੀ ਇੱਥੇ। ਕਟਾਰੂ ਚੱਕ ਵਾਸ ਹੈਵਿੰਗ ਅ ਹੋਮੋਸੈਕਸ਼ੂਅਲ ਰਿਲੇਸ਼ਨਸ਼ਿਪ ਵਿਦ ਅ ਬॉय। ਹਾਂਜੀ। ਉਹ ਬॉय 3 ਸਾਲ ਤੋਂ 4 ਸਾਲ ਤੋਂ ਪਹਿਲਾਂ ਕੰਸੈਂਟ ਨਾਲ ਲੱਗਿਆ ਹੋਇਆ ਸੀ। ਹਾਂਜੀ। ਉਹ ਤੋਂ ਬਾਅਦ ਜਲੰਧਰ ਇਲੈਕਸ਼ਨ ਆ ਗਈ, ਇੱਕ ਸਿਆਸਤਦਾਨ ਦੇ ਉਹ ਹੱਥੇ ਚੜ ਗਿਆ, ਉਹਨੇ ਰੌਲਾ ਪਾਇਆ ਜੀ। ਜਦੋਂ ਇੱਕ ਐਕਟ ਸੁਪਰੀਮ ਕੋਰਟ ਅਲਾਉ ਕਰਦੀ ਆ, ਹਾਂਜੀ, ਤੇ ਕਟਾਰੂ ਚੱਕ ਤੇ FIR ਕਿਸ ਆਧਾਰ ਤੇ ਹੋ ਜਾਏ? ਰੌਲਾ ਪਾਇਆ ਜਾ ਰਿਹਾ ਜੀ ਭਗਵੰਤ ਮਾਨ ਨੇ FIR ਨਹੀਂ ਕੀਤੀ, FIR ਨਹੀਂ ਕੀਤੀ। ਬਈ ਉਹਦੇ ਵਿੱਚ ਇਲੀਗੈਲਿਟੀ ਤਾਂ ਡਿਸਾਈਡ ਕਰ ਲਓ ਨਾ। ਹੁਣ 18 ਸਾਲ ਤੋਂ ਉੱਤੇ ਹੋ ਗਿਆ ਉਹ, ਜਾਂ ਤਾਂ ਕਹੋ ਨਾ ਜੀ ਉਹਨੂੰ ਬਾਈ ਫੋਰਸ ਕਰਾ ਰਿਹਾ ਸੀ, ਜਾਂ ਮਾਈਨਰ ਆ। ਹਾਂਜੀ, ਮਾਈਨਰ ਸੀ, ਬਾਈ ਫੋਰਸ ਕਰਾ ਰਿਹਾ ਸੀ। ਉਹ 18 ਸਾਲ ਤੋਂ ਉੱਤੇ ਹੋ ਕੇ ਸ਼ਿਕਾਇਤ ਕਰ ਰਿਹਾ। 18 ਸਾਲ ਤੋਂ ਥੱਲੇ ਹੁੰਦਾ ਫਿਰ ਵੀ ਕਰਦਾ, ਮੰਨਿਆ ਜਾਂਦਾ ਵੀ ਇਹ ਬੱਚਾ ਆਪਣੇ ਪੱਧਰ ਤੇ ਸੋਚ ਨਹੀਂ ਸਕਦਾ, ਹੀ ਹੈਜ਼ ਬੀਨ ਮਿਸਲੈਡ, ਜੀ, ਜਿਵੇਂ ਰੇਪ ਦੇ ਕੇਸਿਸ 'ਚ ਹੁੰਦਾ। ਤੇ 18 ਤੋਂ ਬਾਅਦ ਉਹਨੇ ਸ਼ਿਕਾਇਤ ਕੀਤੀ, ਸ਼ਿਕਾਇਤ ਵੀ ਕੀਤੀ, ਇੱਕ ਪੋਲੀਟੀਸ਼ੀਅਨ ਦੇ ਹੱਥ ਚੜ ਗਿਆ ਤੇ ਮੀਡੀਆ 'ਚ ਰੌਲਾ ਪਾਤਾ। ਜਲੰਧਰ ਚੋਣ ਸੀ, ਸੋਚਿਆ ਵੀ ਚੋਣ ਸ਼ਾਇਦ ਕਾਂਗਰਸ ਜਿੱਤ ਜੂਗੀ, ਉਹ ਹਾਰ ਗਈ। ਹੁਣ ਲੇਟੈਸਟ ਇਹ ਹੈ ਕਿ ਉਹਨੇ ਸ਼ਿਕਾਇਤ ਵੀ ਵਾਪਸ ਲੈ ਲਈ। ਜੀ। ਫਿਰ ਅਗਲੀ ਗੱਲ ਆਉਂਦੀ ਹੈ ਜੋ ਤੇ ਹੁਣ ਪ੍ਰੈਸ਼ਰ ਪੈ ਗਿਆ ਹੋਣਾ। ਜੇ ਬੱਚਾ ਜਿਹਦਾ ਮਾਈਂਡ ਹੁਣ ਬਦਲ ਗਿਆ, ਕੀ ਪਹਿਲਾਂ ਜਦੋਂ ਪਹਿਲਾਂ ਕੰਸੈਂਟ ਤੇ ਦੇ ਰਿਹਾ ਸੀ, ਦੂਜਾ ਪੋਲੀਟੀਸ਼ੀਅਨ ਦੇ ਹੱਥ ਚੜਿਆ, ਉਦੋਂ ਵੀ ਉਹ ਤੇ ਪ੍ਰੈਸ਼ਰ ਹੋ ਸਕਦਾ। ਪ੍ਰੈਸ਼ਰ ਪਹਿਲਾਂ ਵੀ ਹੋ ਸਕਦਾ, ਪ੍ਰੈਸ਼ਰ ਬਾਅਦ 'ਚ ਵੀ ਹੋ ਸਕਦਾ। ਪਰ ਜਿੱਥੋਂ ਤੱਕ FIR ਦਰਜ ਕਰਨ ਦੀ ਗੱਲ ਆ, ਉਹਦੀ ਕੋਈ ਲੋਕਸ ਸਟੈਂਡਾਈ ਆਧਾਰ ਨਹੀਂ ਬਣਦਾ, ਕਿਉਂਕਿ ਸੁਪਰੀਮ ਕੋਰਟ ਨੇ ਕਲੀਅਰ ਇਹ ਹੋਮੋਸੈਕਸ਼ੁਅਲਿਟੀ, ਲੈਸਬੀਨਿਜ਼ਮ ਤੇ ਸੇਮ ਸੈਕਸ ਮੈਰਿਜ ਅਲਾਉ ਕੀਤੀ ਹੋਈ ਹੈ। ਇਹ ਤੇ ਵੀ ਤੁਹਾਨੂੰ ਦੱਸ ਦਿੰਦਾ ਜਾਂਦੇ ਜਾਂਦੇ, ਪਾਰਲੀਮੈਂਟ ਨੇ, ਮੋਦੀ ਨੇ ਸੁਪਰੀਮ ਕੋਰਟ ਦੇ ਇਸ ਐਕਟ ਨੂੰ, ਇਸ ਫੈਸਲੇ ਨੂੰ ਚੈਲੰਜ ਕੀਤਾ ਹੋਇਆ। ਉਹ ਕਹਿੰਦੇ ਜੀ ਜਿਹੜੀ ਸੇਮ ਸੈਕਸ ਮੈਰਿਜ ਤੁਸੀਂ ਅਲਾਉ ਕੀਤੀ ਆ, ਇਹ ਭਾਰਤੀ ਕਦਰਾਂ ਕੀਮਤਾਂ ਦੇ ਵਿਰੁੱਧ ਆ। ਇਹ ਮਾਮਲਾ ਸੁਣਵਾਈ ਇੱਕ ਕਨਸਟੀਟਿਊਸ਼ਨਲ ਬੈਂਚ ਆਫ ਦੀ ਸੁਪਰੀਮ ਕੋਰਟ ਕਰ ਰਿਹਾ। ਹੋ ਸਕਦਾ ਸੁਪਰੀਮ ਕੋਰਟ ਆਪਣੇ ਫੈਸਲੇ ਨੂੰ ਅਮੈਂਡ ਕਰੇ, ਇਹ ਵੀ ਹੋ ਸਕਦਾ ਸੁਪਰੀਮ ਕੋਰਟ ਕਹਿ ਦੇ ਓਕੇ ਪਾਰਲੀਮੈਂਟ ਇਸ ਤੇ ਦੁਬਾਰਾ ਕੋਈ ਵਿਚਾਰ ਕਰਕੇ ਕਾਨੂੰਨ ਬਣਾ ਦੇ। ਸੋ ਥੀਸ ਆਰ ਦੀ ਇਸ਼ੂਜ਼ ਜਿਹੜੇ ਕਿ ਅੱਜਕੱਲ ਇੰਡੀਆ 'ਚ ਚੱਲ ਰਹੇ ਜੀ। ਠੀਕ ਹੈ ਜੀ। ਮੈਂ ਜਾਣਨਾ ਚਾਹੂੰਗਾ EVM ਮਸ਼ੀਨ ਦਾ ਆਲਮੋਸਟ ਗਾਇਬ ਰੌਲਾ ਪੈਂਦਾ ਰਹਿੰਦਾ ਹੈ। 24 ਦੀ ਇਲੈਕਸ਼ਨ ਦੇ ਵਿੱਚ ਤੁਸੀਂ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ? ਬਿਲਕੁਲ ਇਲੈਕਸ਼ਨ ਹੋਏਗੀ ਜੀ, ਨਿਰਪੱਖ ਹੋਏਗੀ। ਪਹਿਲਾਂ ਵੀ ਜਿਹੜੀ EVM ਦੀ ਰਾਮ ਰੌਲੀ ਪਾਉਂਦੇ ਰਹੇ ਆ, ਬਿਲਕੁਲ ਨਿਰਧਾਰ ਸੀ। ਹਾਂਜੀ, ਇਟ ਵਾਸ ਆਲ ਬੁਲਸ਼ਿਟ, ਆਲ ਬੋਗਸ। ਇੱਕ ਅੱਧੀ ਕਿਤੇ ਕੋਈ ਮਸ਼ੀਨ ਖਰਾਬ ਹੋ ਗਈ, ਉਹਦਾ ਰੇੜਕਾ ਪਾਲਣਾ। ਇੱਕ ਵੀਡੀਓ ਆਈ ਸੀ, ਇੱਕ ਬੰਦਾ ਕਹਿੰਦਾ ਸੀ ਜੀ ਮੈਂ ਇੰਗਲੈਂਡ ਬੈਠਾ ਤੇ ਮੈਂ ਸਾਰੀਆਂ ਤੁਹਾਡੀਆਂ EVMs ਹੈਕ ਕਰ ਸਕਦਾ ਬੈਠਾ ਉੱਥੇ। ਤੇ ਕੀਤੀਆਂ ਨਹੀਂ ਫਿਰ ਉਹਨੇ। ਉਹ ਵੀਡੀਓ ਚਲਾਈ ਸੀ, ਬਹੁਤ ਵਾਇਰਲ ਹੋਈ ਸੀ। ਕਹਿੰਦਾ ਜੀ ਮੈਂ ਸਾਰੀਆਂ ਹੈਕ ਕਰ ਸਕਦਾ ਇੱਥੇ ਬੈਠਾ ਬੈਠਾ, ਪਤਾ ਨਹੀਂ ਕੀ ਹੁੰਦੀ ਆ, ਫਲਾਣੀ ਹੁੰਦੀ ਆ, ਮੈਂ ਇੱਥੇ ਬੈਠ ਕੇ ਸਾਰੇ ਇੰਡੀਆ ਦੀ EVMs ਹੈਕ ਕਰ ਸਕਦਾ। ਠੀਕ ਹੈ। ਤੇ ਫਿਰ ਇਲੈਕਸ਼ਨ ਤਾਂ ਹੋ ਗਈ, ਹੈਕ ਤਾਂ ਹੋਈਆਂ ਨਹੀਂ। ਸੋ ਤੁਹਾਡੇ ਅਨੁਸਾਰ ਕੋਈ ਹੈ ਨਹੀਂ, ਦਿਸ ਇਜ਼ ਆਲ ਟਰੈਸ਼। ਠੀਕ ਹੈ। EVMs ਆਰ ਫੂਲ ਪ੍ਰੂਫ। ਹਾਂਜੀ, ਖਰਾਬ ਹੋ ਜਾਂਦੀ ਹੈ, ਕਦੀ ਮਸ਼ੀਨ ਕਿਤੇ ਖਰਾਬ ਹੋ ਗਈ, ਦੈਟ ਇਜ਼ ਸੈਪਰੇਟ। ਪਰ ਇਹ ਤੁਸੀਂ ਕਹੋ ਕਿ EVM ਹੈਕ ਕਰਕੇ ਮੋਦੀ ਇਲੈਕਸ਼ਨ ਜਿੱਤੀ ਜਾਂਦਾ, ਦਿਸ ਇਜ਼ ਨਾਟ ਟਰੂ। ਇੱਥੇ ਕੈਨੇਡਾ ਦੇ ਵਿੱਚ ਸ਼ਾਇਦ ਤੁਹਾਨੂੰ ਇਸ ਪ੍ਰਕਿਰਿਆ ਦਾ ਨਾਮ ਪਤਾ ਜੀ, ਇੱਥੇ ਵੋਟਾਂ ਪੈਣ ਲੱਗੀਆਂ। ਆਈ ਨੋ। ਨਹੀਂ ਜੀ, ਇਹ ਮਸ਼ੀਨ ਨੂੰ ਵਰਤਿਆ ਜਾਂਦਾ। ਮਸ਼ੀਨ ਨੂੰ ਇਹ ਪੈਂਫਲੇਟ ਜਿਸ 'ਤੇ ਸਾਰੇ ਕੈਂਡੀਡੇਟ ਹੁੰਦੇ ਹਨ, ਉੱਤੇ ਮਾਰਕ ਕਰ ਦਿੰਦੇ ਆ, ਉਹ ਸਕੈਨ ਕਰ ਲੈਂਦੇ ਆ ਮਸ਼ੀਨ ਦੇ ਵਿੱਚ, ਉਹਦੇ 'ਚ ਡਾਟਾ ਚਲੇ ਜਾਂਦਾ ਤੇ ਇਹਨੂੰ ਉਹ ਆਪਣੇ ਟੇਬਲ ਤੇ ਰੱਖ ਕੇ ਉਹਨੂੰ
ਇੱਕ ਲਾਇਬ੍ਰੇਰੀ ਦੇ ਵਿੱਚ ਭੇਜ ਦਿੰਦੇ। ਜੇਕਰ ਉਹਨਾਂ ਨੂੰ ਡਾਊਟ ਹੋਵੇ ਕਿ ਇੱਥੇ ਕੋਈ ਇਹੋ ਜਿਹੀ ਆ, ਉਹ ਫਿਰ ਆ ਜਿਹੜਾ ਪੇਪਰ ਆ ਹਾਰਡ ਕਾਪੀ ਆ ਉਹਦੇ ਤੋਂ ਕਾਊਂਟ ਕਰਦੇ ਹਨ। ਕੋਈ ਇਸ ਤਰੀਕੇ ਦੀ ਜੇਕਰ ਨੀਤੀ ਹੋਵੇ ਪੈਰਲਲ ਦੋਵੇਂ ਚੱਲਣ ਤੇ ਇਟ ਵੁੱਡ ਬੀ ਚਲੋ ਜੀ, ਖੈਰ ਇਹ ਪ੍ਰੋਸੀਜਰ ਹੈਗਾ ਤੇ ਜੇ ਲੋੜ ਪਈ ਕਰ ਲੈਣਗੇ। ਅਜੇ ਤੱਕ ਕੋਈ ਇਹਦੇ ਬਾਰੇ ਐਡੀ ਮਸਲਾ ਕੋਈ ਹੈ ਨਹੀਂ। ਠੀਕ ਹੈ ਜੀ, ਆਪਾਂ ਥੋੜੀ ਜੀ ਭਾਰਤ ਦੀ ਇਕਨੋਮੀ ਬਾਰੇ ਗੱਲ ਕਰ ਲਈਏ। ਜੀ ਜੀ ਸ਼ੋਰ। 15 ਅਗਸਤ ਤੇ ਮੋਦੀ ਸਾਹਿਬ ਦੀ ਤੁਸੀਂ ਸਪੀਚ ਵੇਖੀ ਸਾਰੀ? ਨਹੀਂ, ਮੈਂ ਵੇਖ ਨਹੀਂ ਸਕਿਆ ਜੀ, ਬਿਕੋਜ਼ ਆਈ ਵਾਜ਼ ਇਨ ਕੈਨੇਡਾ, ਮੈਂ ਚੰਗੀ ਤਰ੍ਹਾਂ ਦੇਖ ਨਹੀਂ ਸਕਿਆ। ਓਕੇ ਜੀ, ਤੁਹਾਡਾ ਨਜ਼ਰੀਆ ਕੀ ਆ ਭਾਰਤ ਦੀ ਇਕਨੋਮੀ ਜਿਹੜੀ ਆ ਆਉਣ ਵਾਲੇ? ਮੋਦੀ ਸਾਹਿਬ ਨੇ ਕਿਹਾ ਕਿ ਸਾਡਾ 10 ਸਾਲ ਦਾ ਟੈਨਿਓਰ ਆ ਜਿਹੜਾ ਉਹਨਾਂ ਨੇ ਬੇਸਡ ਬਣਾਇਆ ਕਿ ਪਿਛਲੇ 1000 ਸਾਲ ਭਾਰਤ ਗੁਲਾਮ ਰਿਹਾ, ਹੁਣ ਆਜ਼ਾਦ ਹੈ, ਤੇ ਇਹ 10 ਸਾਲ ਜਿਹੜੇ ਆਉਣ ਵਾਲੇ 1000 ਸਾਲ ਨੂੰ ਕੰਟਰੋਲ ਕਰਨਗੇ। ਉਹਦੇ ਤੇ ਸਾਰਾ ਇਹਦੇ 10 ਸਾਲਾਂ ਦਾ ਜੋ ਪ੍ਰਤੀਕਰਮ ਹੈ 1000 ਸਾਲ ਤੱਕ ਵੇਖਿਆ ਜਾਵੇਗਾ। ਇਸ ਨੂੰ ਤੁਸੀਂ ਕਿੱਦਾਂ ਲੈਂਦੇ? ਦੇਖੋ ਜੀ, ਮੈਂ ਇੱਕ ਗੱਲ, ਮੋਦੀ ਸਾਹਿਬ ਨੂੰ ਥੋੜਾ ਬਹੁਤਾ ਗੱਪ ਛੱਡਣ ਦੀ ਵੀ ਆਦਤ ਹੈਗੀ ਆ, ਮਜਬੂਰ ਹੋ ਜਾਂਦੇ ਆ ਉਹ। ਪਹਿਲਾਂ ਕਹਿੰਦਾ ਸੀ 15 ਲੱਖ ਆਊਗਾ ਸਾਰਿਆਂ ਦੇ ਖਾਤਿਆਂ 'ਚ, ਯੂ ਨੋ। ਸੋ ਇਹੋ ਜਿਹੀਆਂ ਜਿਹੜੇ ਜੁਮਲੇਬਾਜ਼ੀ ਕਰਨ ਦੀ ਮੋਦੀ ਸਾਹਿਬ ਨੂੰ ਆਦਤ ਹੈਗੀ ਆ, ਪਰ ਉਹਦਾ ਜਿਹੜਾ ਜੁਮਲਾ ਹੈ ਉਹ ਵਿਕਦਾ ਹੈ, ਠੀਕ ਹੈ ਨਾ। ਲੋਕ, ਸਮ ਪੀਪਲ ਬਾਏ ਇਟ। ਦੂਜੀ ਗੱਲ ਜਿਹੜੀ ਕਹਿਣੀ ਵੀ 1000 ਸਾਲ 10 ਸਾਲ ਦੇ ਆਧਾਰ ਤੇ ਚੱਲੂਗੀ, ਆਈ ਡੋਂਟ ਬਲੀਵ ਇਟ। ਹਰ ਗਵਰਨਮੈਂਟ ਦੀਆਂ ਆਪਣੀਆਂ ਨੀਤੀਆਂ ਹੁੰਦੀਆਂ, ਆਪਣੀ ਇਕਨੋਮਿਕ ਪਾਲਿਸੀਜ਼ ਹੁੰਦੀਆਂ, ਉਹਨਾਂ ਦੇ ਆਪਣੇ ਵਿਦਵਾਨ ਹੁੰਦੇ, ਆਪਣੇ ਐਕਸਪਰਟ ਹੁੰਦੇ, ਔਰ ਹਰ ਸਾਲ ਗਲੋਬਲ ਇਕਨੋਮਿਕ ਕੰਡੀਸ਼ਨਸ ਚੇਂਜ ਹੁੰਦੀਆਂ। ਉਹਨਾਂ ਚੇਂਜ ਹੋਈਆਂ ਸਥਿਤੀਆਂ ਦੇ ਵਿੱਚ ਚੇਂਜ ਰਿਸਪੌਂਸ ਚਾਹੀਦੀ ਹੁੰਦੀ ਹੈ। ਇਹ ਨਹੀਂ ਹੋ ਸਕਦਾ ਵੀ 10 ਸਾਲ ਅਸੀਂ ਆਹ ਬਣਾਤਾ ਤੇ ਹੁਣ ਹਜ਼ਾਰ ਸਾਲ ਲੋੜ ਹੀ ਨਹੀਂ। ਵੀ ਇੱਕ ਵਾਰੀ ਰੇਲ ਦੀ ਪੱਟੀ ਬਣਾਤੀ, ਇੱਕ ਵਾਰੀ ਛੱਡਾਂਗੇ ਉਹੀ ਚੱਲੂਗੀ। ਇਟਸ ਨਾਟ ਦੈਟ। ਮੈਂ ਇਹਦੇ ਨਾਲ ਐਗਰੀ ਨਹੀਂ ਕਰਦਾ। ਇਹ ਜੁਮਲੇਬਾਜ਼ੀ ਆ, ਹੋਰ ਕਹਿੰਦੇ ਆ ਪੰਜਾਬੀ 'ਚ ਫੁਕਰਾਪੰਥੀ ਹੈ। ਅੱਛਾ, ਓਕੇ। ਇਹ ਕਿਹਾ ਜਾ ਰਿਹਾ ਕਿ ਆਉਣ ਵਾਲੇ 23 ਸਾਲ ਤੱਕ ਭਾਰਤ ਲੀਡ ਕਰੇਗਾ ਵਰਲਡ ਨੂੰ, ਨੰਬਰ 1 ਹੋਵੇਗਾ। ਜਦੋਂ ਆਪਾਂ ਵੇਖਦੇ ਹਾਂ ਚਾਈਨਾ ਤੇ ਅਮਰੀਕਾ ਜਿਹੜੀਆਂ ਕਿ ਟੌਪ 2 ਇਕਨੋਮੀ ਹਨ, ਉਹਨਾਂ ਦੇ ਕੰਪੈਰੇਟਿਵਲੀ ਭਾਰਤ ਦੀ ਜਿਹੜੀ ਇਸ ਵੇਲੇ 2.75 ਟ੍ਰਿਲੀਅਨ ਦੀ ਇਕਨੋਮੀ ਹੈ, ਨਾਟ ਈਵਨ 5। ਜੇਕਰ 5 ਆ ਜਾਂਦੀ ਹੈ ਤੇ 5ਵੇਂ ਨੰਬਰ ਤੇ ਆ ਜਾਏਗਾ। ਲੇਕਿਨ ਉਹ ਆਪਣੇ ਆਪ ਨੂੰ 5ਵੇਂ ਨੰਬਰ ਤੇ ਕਹਿੰਦੇ ਹਨ, ਜਦੋਂ ਕਿ 9ਵੇਂ 10ਵੇਂ ਨੰਬਰ ਤੇ ਹੈ। ਕੀ ਤੁਸੀਂ ਸਮਝਦੇ ਹੋ ਕਿ 23 ਤੱਕ ਭਾਰਤ ਲੀਡਿੰਗ ਕੰਟਰੀ ਹੋਏਗਾ? ਦੇਖੋ ਜੀ, ਲੀਡਿੰਗ ਇਨ ਸਮ ਐਸਪੈਕਟਸ, ਨਾਟ ਇਨ ਆਲ ਐਸਪੈਕਟਸ। ਓਕੇ, ਸਮ ਐਸਪੈਕਟਸ ਕਿੱਦਾਂ? ਅਸੀਂ ਹੋ ਸਕਦਾ ਬਈ ਜਿਵੇਂ ਸਕਿਲਡ ਫੋਰਸ ਹੈ, ਕੰਪਿਊਟਰ ਦੀ ਸਕਿਲਡ ਫੋਰਸ ਹੈ, ਸਾਡੇ ਵੀ ਮੇ ਬੀ ਦੀ ਲਾਰਜੈਸਟ producers of skilled force. We may be the largest food grain country. We may not be largest in other things. ਬਾਕੀਆਂ 'ਚ ਨਹੀਂ ਹੋ ਸਕਦੇ। ਕੁਝ ਆਸਪੈਕਟਸ ਦੇ ਵਿੱਚ, ਕੁਝ ਸਫੀਅਰਸ ਦੇ ਵਿੱਚ we may be number 1 in the world. ਬਟ ਜੇ ਕਹਿਣਾ ਕਿ ਸਾਰਿਆਂ 'ਚ ਹੀ ਅਸੀਂ ਹੋ ਕੇ ਨੰਬਰ 1 ਮੁਲਕ ਬਣ ਜਾਵਾਂਗੇ, this is also not acceptable. ਇਹ ਵੀ ਮੈਨੂੰ ਲੱਗਦਾ ਜੁਮਲੇਬਾਜ਼ੀ ਹੈ ਤੇ ਇੰਨੀ ਸਾਨੂੰ ਫੁਕਰੀ ਮਾਰਨੀ ਵੀ ਨਹੀਂ ਚਾਹੀਦੀ। ਜੇਕਰ ਸਾਡਾ ਇੱਕ ਲੀਡਰ ਜੁਮਲੇਬਾਜ਼ੀ ਵਾਲਾ ਹੋਵੇ, ਕੀ ਉਹਨਾਂ ਤੇ ਇਹ ਯਕੀਨ ਰੱਖਿਆ ਜਾ ਸਕਦਾ ਕਿ ਜਿਹੜੀਆਂ ਪਾਲਿਸੀਜ਼ ਹਨ ਜਾਂ ਰਿਫਾਰਮ ਹਨ ਉਹ ਪਬਲਿਕ ਦੇ ਹਿੱਤ ਲਈ ਹੋ ਸਕਦੇ ਹਨ? ਦੇਖੋ, ਜੁਮਲੇਬਾਜ਼ੀ ਨਾਲ ਚੱਲਦੀ ਹੈ। ਇਹ ਕਹਿ ਦੇਣਾ ਵੀ ਇਹਨੇ ਅੱਜ 15 ਲੱਖ ਵਾਲਾ ਮੋਦੀ ਨੇ ਜੁਮਲਾ ਛੱਡਤਾ ਤੇ ਸਾਰੇ ਕੰਮ ਹੀ ਮਾੜੇ ਕਰੂਗਾ ਉਹ। ਹਾਂਜੀ। ਐਟ ਵਨ ਪਰਟੀਕੂਲਰ ਟਾਈਮ ਉਹਨੇ ਇੱਕ ਹਥਿਆਰ ਵਰਤਿਆ, ਉਹਦਾ ਬੈਨੀਫਿਟ ਲਿਆ, ਅੱਗੇ ਤੁਰ ਪਿਆ। ਹੁਣ ਉਹਦੀਆਂ ਰਿਫਾਰਮਸ ਦੇ ਜਿਹੜੀਆਂ ਉਹਨੇ ਗੱਲਾਂ ਕੀਤੀ, ਕੁਝ ਰਿਫਾਰਮਸ ਲੈ ਕੇ ਵੀ ਆ ਰਿਹਾ। ਜਿਵੇਂ ਕਿ ਮੈਂ ਕਹਿੰਦਾ, ਜੋ ਕਸ਼ਮੀਰ ਦੇ ਵਿੱਚ ਉਹਨੇ ਕੀਤਾ, ਆਰਟੀਕਲ 370 ਉਡਾਇਆ, ਮੈਂ ਉਹਦੀ ਸਪੋਰਟ ਕਰਦਾ। ਜਿਸ ਤਰ੍ਹਾਂ ਉਹਨੇ ਯੂਨੀਫਾਰਮ ਸਿਵਲ ਕੋਡ ਲਿਆਉਣ ਦੀ ਗੱਲ ਕੀਤੀ ਆ, ਮੈਂ ਉਹਦੀ ਸਪੋਰਟ ਕਰਦਾ। ਪਰ ਜਿਸ ਤਰੀਕੇ ਨਾਲ ਬੀਜੇਪੀ ਦੀ ਸਰਕਾਰ ਤੇ ਮੁਸਲਮਾਨਾਂ ਨਾਲ ਅਤਿਆਚਾਰ ਹੋ ਰਿਹਾ, ਮਾਰੇ ਜਾ ਰਹੇ ਆ, ਗਊ ਰਕਸ਼ਕਾਂ ਵੱਲੋਂ, ਗਊ ਜਿਹੜੀਆਂ ਬ੍ਰਿਗੇਡ ਆ, ਹਾਂਜੀ, ਜਾਂ ਦੂਜੇ ਬ੍ਰਿਗੇਡ ਆ, ਯੂਪੀ 'ਚ ਕੀ ਕੁਝ ਹੋ ਰਿਹਾ ਯੋਗੀ ਵੱਲੋਂ, ਉਹਦਾ ਮੈਂ ਵਿਰੋਧੀ ਹਾਂ। ਮੈਂ ਬੀਜੇਪੀ ਦੀ ਸਰਕਾਰ ਦੀ ਨਿੰਦਿਆ ਕਰਦਾ। ਓਕੇ, ਤੁਸੀਂ ਕਨਸਟੀਟਿਊਸ਼ਨ ਭਾਰਤ ਦੇ ਨੂੰ ਕਿੰਨਾ ਕੁ ਰਿਸਪੈਕਟਿਵਲੀ
ਓਬੇ ਕਰਦੇ ਹੋ ਜੀ। ਸਾਰੀਆਂ ਗੱਲਾਂ ਕਨਸਟੀਟਿਊਸ਼ਨ ਦੀਆਂ ਜੇ ਲਾਗੂ ਹੋਣ ਇਨ ਲੈਟਰ ਐਂਡ ਸਪਿਰਿਟ, ਹਾਂਜੀ, ਲੈਟਰ ਐਂਡ ਸਪਿਰਿਟ, ਤਾਂ ਬਹੁਤ ਵਧੀਆ ਕਨਸਟੀਟਿਊਸ਼ਨ ਹੈ, ਮੰਨਣੀਆਂ ਚਾਹੀਦੀਆਂ। 317 ਆਰਟੀਕਲ ਜਿਹੜਾ ਜੀ ਤੱਗੜ ਸਾਹਿਬ ਤੁਸੀਂ ਚੰਗੀ ਤਰ੍ਹਾਂ ਭਲੀ ਭਾਂਤ ਜਾਣਕਾਰੀ ਰੱਖਦੇ ਹੋ ਕਿ 370 ਆਰਟੀਕਲ ਜਿਹੜਾ ਅਕੋਰਡਿੰਗ ਟੂ ਦ ਕਨਸਟੀਟਿਊਸ਼ਨ is supposed to be now lifted. According to Constitution of India, it is not appropriate to lift 370 articles. I'll explain Pannu Sahab. Pannu Sahab, Constitution is not anything which is static. Constitution ਨੂੰ amend ਕਰਨ ਵਾਸਤੇ ਇੱਕੋ ਕੰਡੀਸ਼ਨ ਆ ਕਿ 2/3 majority ਪਾਰਲੀਮੈਂਟ ਦੇ ਵਿੱਚ ਜੇ ਉਹਨੂੰ ਬਦਲਣਾ ਚਾਹੇ ਬਦਲ ਸਕਦੀ ਹੈ। What is 2/3? 75%. ਹਾਂਜੀ 75%. 75% ਮੈਜੋਰਟੀ ਤੋਂ ਵੱਧ ਮੈਜੋਰਟੀ ਮੋਦੀ ਕੋਲ ਆ। ਪਰ ਇਟ ਇਜ਼ ਨਾ ਪਾਸਡ। No, it is not amended yet. No. Sir, that's why that already in the Supreme Court ਦੇ ਵਿੱਚ ਕੇਸ ਚੱਲ ਰਿਹਾ। ਚੈਲੰਜ ਹੋਇਆ ਨਾ ਜੀ, that has been challenged. See, ਪਾਰਲੀਮੈਂਟ ਨੇ ਅਮੈਂਡ ਕਰਤਾ ਹੈ, ਪਾਰਲੀਮੈਂਟ ਨੇ ਕਨਸਟੀਟਿਊਸ਼ਨ ਅਮੈਂਡ ਕਰਕੇ 370 ਆਰਟੀਕਲ ਹਟਾਤਾ, ਜਿਹੜਾ ਝੰਡਾ ਸੈਪਰੇਟ ਸੀ ਉਤਾਰਤਾ, ਯੂਟੀ ਬਣਾਤਾ, ਲੇਹ ਲਦਾਖ ਆਰਡੀ ਬਣਾਤਾ, ਹੈ ਜੀ, 3 ਬਣਾਤੀਆਂ ਹੋ। ਜਦੋਂ 2/3 ਮੈਜੋਰਟੀ ਨੇ ਪਾਰਲੀਮੈਂਟ ਦੇ ਕੋਲ ਪਾਵਰ ਹੈ ਕਨਸਟੀਟਿਊਸ਼ਨ ਅਮੈਂਡ ਕਰਨ ਦੀ ਤੇ ਉਹਨਾਂ ਨੇ ਕਰਤੀ, ਉਹ ਵੱਖਰੀ ਗੱਲ ਆ, ਉਹ ਚੈਲੰਜ ਕਰਦੇ ਹੋ, ਸੁਪਰੀਮ ਕੋਰਟ 'ਚ ਮਾਮਲਾ ਚੱਲੇਗਾ, ਡਿਸਕਸ਼ਨ ਹੋ ਰਹੀ ਹੈ, ਉਹ ਫੈਸਲਾ ਆ ਜਾਏਗਾ। ਪਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕਨਸਟੀਟਿਊਸ਼ਨ ਦੀ ਉਲੰਘਣਾ ਹੋਗੀ। ਪਾਰਲੀਮੈਂਟ ਨੇ ਅਮੈਂਡ ਕੀਤਾ ਕਨਸਟੀਟਿਊਸ਼ਨ। ਆਈ ਹੈਵ ਅਨਦਰ ਕੁਐਸਚਨ ਜੀ। ਪੰਜਾਬ ਦੇ ਵਿੱਚ 13 ਸੀਟਾਂ ਹਨ ਜੀ, ਤੇ 13 ਕੰਪੈਰੀਟਿਵਲੀ 500 ਟੋਟਲ 527 ਟੋਟਲ ਪਾਰਲੀਮੈਂਟ ਸੀ। ਹਾਂਜੀ 13 ਦੇ ਮੁਕਾਬਲੇ 527 ਹਮੇਸ਼ਾ ਹੀ ਲਾ ਲਓ ਪਈ -13 ਤੇ ਉਹ ਲੋਕਾਂ ਨੇ ਵੋਟ ਪਾ ਕੇ ਪੰਜਾਬ ਪ੍ਰਤੀ, ਮੈਂ ਐਗਜ਼ਾਮਪਲ ਦੇ ਰਿਹਾ ਹਾਂ, ਤੇ ਉਹ ਬਿੱਲ ਪਾਸ ਕਰ ਦੇਣ, ਕੋਈ ਵੀ ਬਿੱਲ ਪਾਸ ਕਰ ਦੇਣ, ਤੇ ਉੱਥੇ 13 ਦੀ ਕੋਈ ਸੁਣਵਾਈ ਨਾ ਰਹੀ। ਇਜ਼ ਇਟ ਵੈਲਿਡ? ਇਟ ਇਜ਼ ਇਟ ਉਹ ਜਿਹੜੇ 3 ਕਰੋੜ ਲੋਕੀ ਹਨ, ਕੀ ਉਹਨਾਂ ਲਈ ਉਹ ਜਸਟੀਫਾਈਡ ਹੈ? ਮੈਂ ਇੱਕ ਵਾਰੀ ਫਿਰ ਰਿਪੀਟ ਕਰਦਾ ਕਿ 527 ਬੰਦੇ ਪਾਰਲੀਮੈਂਟ ਦੇ ਮੈਂਬਰ ਹਨ, ਪੰਜਾਬ ਦੇ ਸਿਰਫ 13 ਹਨ, ਜਿਹੜੇ ਕਿ 3 ਕਰੋੜ ਨੂੰ ਰਿਪਰੈਜ਼ੈਂਟ ਕਰਦੇ ਹਨ, ਉਹਨਾਂ ਦੀ ਕੋਈ ਸੁਣਵਾਈ ਨਹੀਂ ਗੀ, ਤੇ 500 ਜੋ ਵੀ ਆ ਲੈਫਟ ਓਵਰ ਆ ਉਹ 2/3 ਮੈਜੋਰਟੀ ਦੇ ਨਾਲ ਪੰਜਾਬ 'ਚ ਜਾਂ ਕਿਸੇ ਵੀ ਪ੍ਰਾਂਤ ਦੇ ਵਿੱਚ ਜੋ ਮਰਜ਼ੀ ਲਾਗੂ ਕਰ ਦੇਣ। ਇਜ਼ ਇਟ ਜਸਟੀਫਾਈਡ ਫॉर ਦੋਜ਼ 3 ਕਰੋੜ ਲੋਕਾਂ ਦੇ ਪ੍ਰਤੀ? ਵਾਟ ਡੂ ਯੂ ਅੰਡਰਸਟੈਂਡ ਬਾਈ ਦੀ ਮੀਨਿੰਗ ਆਫ ਡੈਮੋਕ੍ਰੇਸੀ? ਯੂ ਰਾਈਟ, ਜਦੋਂ ਵੋਟਾਂ ਜ਼ਿਆਦਾ ਹੋਣ, ਮੈਂ ਤੁਹਾਨੂੰ ਹੋਰ ਦੱਸ ਦਿੰਦਾ। let me democracy is ਇੱਕ ਬੰਨੇ 49% ਹਨ ਤੇ ਇੱਕ ਬੰਨੇ 51% ਹਨ। Okay, who will be the winner? 51%. What about 49%? This is democracy. 49%, then they have to go by what 51% says. That is the democracy. ਨਹੀਂ ਤੁਸੀਂ ਕਿੱਧਰ ਲੈ ਕੇ ਚੱਲਦੇ ਹੋ? ਤੁਸੀਂ ਤਾਂ ਮਿਲ ਕੇ ਜਿਸ ਹਿਸਾਬ ਨਾਲ ਤੁਸੀਂ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਸਾਰੇ ਆਰਗੂਮੈਂਟ ਨੂੰ, that will lead to chaos. ਹੁਣ ਤੋਂ ਮੈਂ ਦੱਸ, ਮੈਂ ਇੱਕ ਲੋਕੈਲਿਟੀ 'ਚ ਰਹਿਣਾ ਜਿੱਥੇ 350 ਏਕੜ ਜ਼ਮੀਨ ਆ। ਠੀਕ ਆ। ਉਹ 'ਚ 20 ਕਲੋਨੀ ਕਹਿ ਲਓ ਤੁਸੀਂ, 20 ਬਿਲਡਰਾਂ ਨੇ ਫਲੈਟਸ ਬਣਾਏ ਆ। ਠੀਕ। ਅਲੱਗ-ਅਲੱਗ ਥਾਵਾਂ ਤੇ। ਇੱਕ ਬਿਲਡਰ ਦੇ ਇੱਥੇ 100 ਆ, ਇੱਕ ਦਾ ਉੱਥੇ, ਇੱਕ ਦਾ। ਇੱਕ 100 ਬਿਲਡਰ ਵਾਲਾ ਕਹੇ ਤਾਂ 100 ਫਲੈਟ ਆ ਵੀ ਮੈਂ ਤਾਂ ਸੜਕ ਬੰਦ ਕਰਨੀ, ਮੈਂ ਨਹੀਂ ਤੁਸੀਂ ਜਾਣ ਦੇਣਾ। ਉਹ ਜਿਹੜੇ ਬਾਕੀ ਸਾਰੇ ਇਕੱਠੇ ਹੋ ਕੇ ਕਹਿੰਦੇ ਬਿਲਡਰ ਕਹਿੰਦੇ ਚਲੋ ਵੋਟਾਂ ਪਵਾ ਦਿਓ, ਉਹਦੀਆਂ ਜਿਹੜੀਆਂ 100 ਵਾਲੀਆਂ ਵੋਟਾਂ ਉਹ ਤਾਂ ਉਹਦੇ ਹੱਕ 'ਚ ਪੈ ਗਈਆਂ, ਤੇ ਜਿਹੜੇ ਬਾਕੀ 19 ਫਲੈਟਾਂ ਵਾਲੇ ਆ ਉਹ ਕਹਿੰਦੇ ਰਾਹ ਬੰਦ ਨਹੀਂ ਕਰਨ ਦੇਣਾ, ਸਾਨੂੰ ਦਿੱਕਤ ਆਉਣੀ ਆ। ਤੇ ਫਿਰ ਅਸੀਂ ਤੇ ਤੁਹਾਡੇ ਹਿਸਾਬ ਨਾਲ, ਤੁਹਾਡੇ ਫਾਰਮੂਲੇ ਨਾਲ ਅਸੀਂ ਜਿਹੜਾ 100 ਵਾਲਾ ਉਹ ਮੰਨ ਲਈਏ, ਕਿਉਂਕਿ ਉਹਨਾਂ ਦੀ ਵੀ ਤਾਂ ਕੋਈ ਮਨੋਕਾਮਨਾ, ਉਹਨਾਂ ਦਾ ਵੀ ਤਾਂ ਦਿਲ ਆ, ਉਹਨਾਂ ਦੇ ਵੀ ਕੋਈ ਰਾਈਟਸ ਆ, ਤੇ ਬਾਕੀ ਜਿਹੜੇ 19 ਬੰਦੇ ਆ ਉਹ ਪਰ ਰਿਜੈਕਟ ਕਰ ਦਈਏ।
ਇਹੋ ਹੀ ਤੇ ਮੈਂ ਕਹਿ ਰਿਹਾ, then ਇਹੋ ਹੀ ਮੈਂ ਕਹਿ ਰਿਹਾ ਕਿ 51 ਵਾਲੇ ਉਹ ਵਿਨਰ ਹੋ ਗਏ ਤੇ what about 49% ਵਾਲੇ, ਜਿਹੜੀ ਐਗਜ਼ਾਮਪਲ ਤੁਸੀਂ ਦਿੱਤੀ ਆ ਕਿ ਜੇਕਰ 100 ਵਾਲਾ ਵੋਟਾਂ ਵਾਲਾ ਇਹ ਕਹਿੰਦਾ ਕਿ ਮੈਂ ਰਾਹ ਬੰਦ ਕਰਨਾ, what about ਅਦਰ ਜਿਹੜੇ ਕਿ 19 ਰਹਿ ਗਏ, ਨਹੀਂ ਮੰਨੀ ਜਾਏਗੀ। ਇਹੋ ਤੇ ਮੈਂ ਕਹਿੰਦਾ, ਪਰ ਮੰਨੀ ਜਾ ਰਹੀ ਹੈ। ਤੁਸੀਂ ਡੈਮੋਕ੍ਰੇਸੀ ਦੀ ਗੱਲ ਕੀਤੀ ਨਾ, you ask me the question, do you know about democracy? Democracy is not the way it been explained by you. ਬੇਸਡ ਔਨ ਜਿਹੜੀ ਤੁਸੀਂ ਐਗਜ਼ਾਮਪਲ ਦਿੱਤੀ ਆ ਨਾ, ਜਿਹੜੀ ਉਹ ਪਰਫੈਕਟ ਐਗਜ਼ਾਮਪਲ ਆ ਕਿ ਇੱਕ ਬੰਨੇ 100 ਬੰਦੇ ਦਾ ਰਾਹ ਰੋਕਿਆ ਜਾ ਰਿਹਾ ਵਾ, 100 ਬੰਦਾ ਰਾਹ ਰੋਕ ਰਿਹਾ 19 ਬੰਦਿਆਂ ਦਾ, 1900 ਦਾ ਰੋਕ ਰਿਹਾ। ਉਹੋ ਹੀ ਗੱਲ ਹੋ ਗਈ ਨਾ ਜੀ, 1900 ਦਾ ਜਿਹੜਾ ਵਾ, ਜਿਨ੍ਹਾਂ ਦੇ ਕੋਲ ਵੱਧ ਅਧਿਕਾਰ ਹੋ ਗਏ ਉਹ ਕਹਿੰਦੇ ਆ ਕਿ ਹਾਂ ਅਸੀਂ ਠੀਕ ਆ, ਲੇਕਿਨ ਜਿਹੜੇ ਘੱਟ ਅਧਿਕਾਰਾਂ ਵਾਲੇ ਆ ਉਹਨਾਂ ਨੂੰ ਤੇ ਇਸ ਫਿਰ ਲੜਾਈ ਦਾ ਤਾਂ ਕੋਈ ਐਂਡ ਹੀ ਨਹੀਂ ਨਾ। ਯੈਸ, ਇਹਦਾ ਤਾਂ ਕੋਈ ਐਂਡ ਹੀ ਨਹੀਂ। ਇਹ ਤਾਂ ਆਪਣੇ ਘਰੇ ਮਾਂ-ਬਾਪ ਓਲਡ ਫੈਮਿਲੀ ਸੀ, ਪਰਿਵਾਰ 'ਚ ਸਮਝੋ 13 ਮੈਂਬਰ ਸੀ। ਯੈਸ, 2 ਮੁੰਡੇ ਕਹਿੰਦੇ ਜੀ ਮੈਂ ਤਾਂ ਬਾਪੂ ਨੂੰ ਇੱਥੇ ਸੌਣ ਨਹੀਂ ਦੇਣਾ ਮੰਜੇ ਤੇ, ਹੈਂ, ਬਾਕੀ ਮੁੰਡੇ ਜਿਹੜੇ 13 ਤੋਂ ਬਾਅਦ 2 ਕੱਢ ਦਿਓ ਤੇ 11 ਕਹਿੰਦੇ ਆ ਜੀ ਬਾਪੂ ਨੂੰ ਰੱਖਣਾ ਵੀ ਅਸੀਂ ਤਾਂ ਇੱਥੇ ਹੀ ਆ, ਤੂੰ ਸੌਣ ਕਿਵੇਂ ਨਹੀਂ ਦਿੰਦਾ। ਹੁਣ ਤੁਸੀਂ ਕਹੋਗੇ ਦੋਵਾਂ ਦੀ ਕਿਉਂ ਨਹੀਂ ਮੰਨਦੇ? ਦੋਵਾਂ ਦੀ ਮੰਨ ਲਓ, ਇਹ ਤਾਂ ਡੈਮੋਕ੍ਰੇਸੀ ਆ। ਦਿਸ ਇਜ਼ ਨਾਟ ਡੈਮੋਕ੍ਰੇਸੀ। ਤਗੜ ਸਾਹਿਬ, ਮੈਂ all the time I believe democracy is good, but in these days democracy have failed. ਖੈਰ ਹਾਂਜੀ, ਆਪਾਂ ਇੱਥੇ ਨਾ ਲੜੀਏ, ਆਪਾਂ ਅੱਗੇ ਚੱਲੀਏ। ਨਹੀਂ ਲੜਦੇ ਨਹੀਂ, ਇੱਕ ਤੇ ਆਪਾਂ ਫ੍ਰੈਂਡਲੀ ਡਿਸਕਸ਼ਨ ਕਰ ਰਹੇ, ਇਸ ਨਾਲ ਤੁਸੀਂ ਆਪਣੇ ਆਰਗੂ ਦੱਸ ਰਹੇ ਹੋ, ਮੈਂ ਆਪਣੇ ਦੱਸ ਰਿਹਾ। ਵੀ ਆਰ ਨਾਟ ਡੂਇੰਗ ਦਾ ਇੰਟਰਵਿਊ, ਵੀ ਆਰ ਡਿਸਕਸਿੰਗ। ਇੰਟਰਵਿਊ ਤੋਂ ਘੱਟ ਜੀ ਡਿਬੇਟ ਸ਼ੁਰੂ ਹੋ ਗਈ। ਡਿਬੇਟ ਨਹੀਂ, ਯੂ ਆਰ ਲਰਨਡ ਮੈਨ, ਆਪਣਾ ਤੁਸੀਂ ਬਹੁਤ ਅੱਛੇ ਇਨਸਾਨ ਹੋ, ਬੜੇ ਜ਼ਿੰਦਗੀ 'ਚ ਕਾਮਯਾਬ ਹੋ, ਇੰਨਾ ਤੁਹਾਡਾ ਰੁਤਬਾ ਇੱਥੇ ਸਾਰੇ ਆਪਣਾ ਸ਼ਹਿਰ 'ਚ ਕੀ ਸਾਰੇ ਮੁਲਕ ਦੇ ਵਿੱਚ। ਤਗੜ ਸਾਹਿਬ, let's go to the Punjab now. Yeah, please come. Are you happy with the present government? I say present government is comparatively better than the previous governments. ਤੁਲਨਾਤਮਕ ਤੌਰ ਤੇ ਭਗਵੰਤ ਮਾਨ ਦੀ ਸਰਕਾਰ ਕੈਪਟਨ ਤੇ ਬਾਦਲ ਦੀਆਂ ਸਰਕਾਰਾਂ ਨਾਲੋਂ ਬਹੁਤ ਵਧੀਆ ਕੰਮ ਕਰ ਰਹੀ ਹੈ। Okay, for example, which work has been done properly? ਲੋ, ਤੁਹਾਨੂੰ ਮੈਂ ਆਪਣਾ ਪਰਸਨਲ ਐਕਸਪੀਰੀਅੰਸ ਦੱਸ ਦਿੰਦਾ। ਹਾਂਜੀ, ਦੱਸੋ। ਮੈਂ ਚਾਹੁੰਦਾ, ਕਿਉਂਕਿ ਬਹੁਤ ਸਾਰੇ ਲੋਕੀ ਇਹ ਕਹਿੰਦੇ ਹਨ ਕਿ ਭਗਵੰਤ ਮਾਨ ਜਿਹੜਾ ਵਾ ਇਜ਼ ਨਾਟ ਡੂਇੰਗ ਵੈਲ, ਪਰ ਆਈ ਵੁੱਡ ਲਵ ਟੂ ਲਿਸਨ ਫਰਮ ਮੈਂ ਕਹਿੰਦਾ ਜੀ ਦੇयर ਇਜ਼ ਰੂਮ ਫॉर ਇੰਪਰੂਵਮੈਂਟ, ਹੋਰ ਵੀ ਵਧੀਆ ਕਰ ਸਕਦਾ, ਪਰ ਪਿਛਲੀਆਂ ਸਰਕਾਰਾਂ ਨਾਲੋਂ ਬਹੁਤ ਬਿਹਤਰ ਕਰ ਰਿਹਾ। ਓਕੇ ਜੀ, ਕਿਉਂ ਕਰ ਰਿਹਾ? ਤੁਹਾਨੂੰ ਮੈਂ ਆਪਣੀ ਪਰਸਨਲ ਜਿਹੜੀ ਮੈਂ ਆਪਣੇ ਚੈਨਲ ਦੇ ਰਾਹੀਂ ਜੋ ਚੀਜ਼ ਇਸ਼ੂ ਰੇਜ਼ ਕੀਤਾ ਉਹਦੇ ਤੇ ਸੁਣਾ ਦਿੰਦਾ। ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਕਿ ਪੰਜਾਬ ਦਸਤਾਵੇਜ਼ YouTube ਤੇ Facebook ਚੈਨਲ ਹੈ, ਪਲੀਜ਼ ਤੁਸੀਂ ਇਸ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਕਿਉਂਕਿ ਰਜਿੰਦਰ ਸਿੰਘ ਤੱਗੜ ਇਜ਼ ਏ ਇੰਟੈਲੈਕਚੁਅਲ, ਇੱਕ ਮੈਂ ਕਹੂੰਗਾ ਕਿ ਬਾਡੀ ਹੈ, ਤੇ ਤੁਸੀਂ ਜ਼ਰੂਰ ਇਹਨਾਂ ਦੀਆਂ ਜਿਹੜੀਆਂ ਵਾ ਵਾਰਤਾਲਾਪ ਸੁਣਿਆ ਕਰੋ। ਅਸੀਂ ਇਹਨਾਂ ਦੇ ਨਾਲ ਜ਼ਰੂਰ ਕੋਈ ਸਮਝੌਤਾ ਕਰਾਂਗੇ ਕਿ ਜੇਕਰ ਸਾਨੂੰ ਇਹ ਆਗਿਆ ਦੇਣ ਕਿ ਅਸੀਂ ਇਹਨਾਂ ਦੀ ਫੁਟੇਜ ਸੁਰਸਾਗਰ ਟੈਲੀਵਿਜ਼ਨ ਤੇ ਵੀਕਲੀ ਔਰ ਮੇਬੀ ਬਾਈ ਵੀਕਲੀ ਤੁਹਾਨੂੰ ਦਿਖਾ ਸਕੀਏ। ਜੀ ਤਗੜ ਜੀ, ਮੈਂ ਉਹ ਦੱਸਦਾ ਹਾਂ ਵੀ ਇੱਕ ਇਸ਼ੂ ਮੈਂ ਰੇਜ਼ ਕੀਤਾ ਆਪਣੇ ਚੈਨਲ ਤੇ ਕੁਝ ਦਿਨ ਪਹਿਲਾਂ ਕਿਹੜਾਉਣ ਤੋਂ। 2008 ਦੇ ਵਿੱਚ ਇੱਕ ਪਾਲਿਸੀ EWS ਹਾਊਸਿੰਗ ਸਕੀਮ ਲਾਂਚ ਕੀਤੀ ਗਈ। ਓਕੇ ਜੀ, ਉਹਨੂੰ ਕਹਿੰਦੇ ਇਕਨੋਮਿਕਲੀ ਵੀਕਰ ਸੈਕਸ਼ਨਸ ਦੇ ਵਾਸਤੇ, ਗਰੀਬਾਂ ਦੇ ਵਾਸਤੇ ਸਸਤੇ ਮਕਾਨ ਦੇਣ ਦੀ। ਓਕੇ ਜੀ, ਉਸ ਵਕਤ 10 ਲੱਖ ਗਰੀਬ ਬੇਘਰ ਪਰਿਵਾਰ ਆਂਕਿਆ ਗਿਆ ਪੰਜਾਬ 'ਚ। ਬਾਦਲ ਨੇ ਸ਼ੁਰੂ ਕੀਤੀ। ਕੈਨ ਯੂ ਇਮੇਜਿਨ ਪੰਨੂ ਸਾਹਿਬ, ਬਾਦਲ ਰਾਜ ਕਰ ਗਿਆ 2 ਵਾਰੀ, ਕੈਪਟਨ 1 ਵਾਰੀ ਕਰ ਗਿਆ। ਹਾਂਜੀ, ਉਦੋਂ ਪਹਿਲਾਂ ਵੀ ਬਾਦਲ ਰਹਿ ਗਿਆ। ਇੱਕ ਵੀ ਮਕਾਨ ਹਜੇ ਤੱਕ ਗਰੀਬ ਨੂੰ ਪੰਜਾਬ 'ਚ ਇਸ ਪਾਲਿਸੀ ਥੱਲੇ ਨਹੀਂ ਦਿੱਤਾ ਗਿਆ। ਇਹ ਪਾਲਿਸੀ ਹੈ ਕੀ ਸੀ? ਜਿਹੜਾ ਵੀ ਕੋਲੋਨਾਈਜ਼ਰ ਬਿਲਡਰ ਆਪਣਾ ਪ੍ਰੋਜੈਕਟ ਅਪਰੂਵ ਕਰਾਉਣਾ ਚਾਹੁੰਦਾ ਹੈ, ਉਹਦੇ ਤੇ ਇੱਕ ਕੰਡੀਸ਼ਨ ਆਇਦ ਕੀਤੀ ਜਾਂਦੀ ਆ ਕਿ ਤੂੰ 5% ਜਿਹੜੇ ਵੱਡੇ ਆ 45 ਹੈਕਟੇਅਰ ਤੋਂ ਉੱਤੇ ਪ੍ਰੋਜੈਕਟ ਆ, 5% ਜ਼ਮੀਨ ਗਰੀਬਾਂ ਦੇ ਘਰਾਂ ਵਾਸਤੇ ਤੂੰ ਰੱਖਣੀ ਆ। ਉਹ ਮਕਾਨ ਦੀ ਕੀਮਤ 4 ਲੱਖ ਤੋਂ 5 ਲੱਖ ਰੁਪਇਆ ਹੋਏਗੀ। 1 ਰੂਮ ਟੈਨਮੈਂਟ, ਓਕੇ, ਗੁਸਲਖਾਨਾ, ਕਿਚਨ, ਬੈਡਰੂਮ, ਥੋੜਾ ਜਿਹਾ ਬੈਠਣ ਨੂੰ ਥਾਂ। ਉਹ ਜਿਹੜੇ ਛੋਟੇ ਪ੍ਰੋਜੈਕਟ ਹੈ 45 ਹੈਕਟੇਅਰ ਤੋਂ ਥੱਲੇ, ਉਹਨਾਂ ਵਾਸਤੇ 10% ਜ਼ਮੀਨ। ਜਿਨ੍ਹਾਂ ਨੇ ਫਲੈਟਸ ਬਣਾਏ ਆ ਉਹਦੇ ਤੇ 10% ਫਲੈਟ। ਓਕੇ ਜੀ, ਅੱਜ ਤੱਕ ਕਿਸੇ ਬੇਈਮਾਨ ਕੋਲੋਨਾਈਜ਼ਰ ਬਿਲਡਰ ਨੇ ਇੱਕ ਵੀ ਫਲੈਟ ਜਾਂ ਇੱਕ ਵੀ ਮਕਾਨ ਗਰੀਬਾਂ ਨੂੰ ਬਣਾ ਕੇ ਨਹੀਂ ਦਿੱਤਾ। ਕਿਉਂ ਨਹੀਂ ਦਿੱਤਾ? ਉਹਦੀ ਤੁਹਾਨੂੰ ਦੱਸ ਦਿੰਦਾ।
ਜਦੋਂ ਵੀ ਕਿਸੇ ਨੇ ਕਲੋਨੀ ਕੱਟਣੀ ਹੁੰਦੀ ਸੀ, ਇਹ ਕਰਦੇ ਕੀ ਸੀ, ਉਹਨੂੰ ਕਹਿੰਦੇ ਤੂੰ ਐਗਰੀਕਲਚਰ ਲੈਂਡ 'ਚ ਕੱਟ ਦੇ ਨਜਾਇਜ਼, ਤੇ ਕੋਈ ਨਹੀਂ ਫਿਰ ਆਪਾਂ ਰੈਗੂਲਰ ਕਰ ਦਿਆਂਗੇ, ਸੈਟਿੰਗ ਕਰ ਲੈਣੀ, ਚੋਣਾਂ ਦੇ ਕੋਲ ਆ ਕੇ ਡਰਮ ਦੇ ਡਰਮ ਨੋਟ ਲੈ ਲੈਣੇ, ਵੈਸੇ ਵੀ ਲੈ ਲੈਣੇ। ਹੁਣ ਕੀ ਹੋਇਆ, ਜਿੰਨੇ ਵੀ 2008 ਤੋਂ ਲੈ ਕੇ 2023 ਤੱਕ ਪ੍ਰੋਜੈਕਟ ਅਪਰੂਵ ਹੋਏ ਪੰਜਾਬ ਸਰਕਾਰ ਵੱਲੋਂ ਕੀਤੇ ਗਏ, ਜੀ ਉਹਨਾਂ ਦੀ ਜ਼ਮੀਨ ਕਢਾ ਲਈ ਹੈ ਭਗਵੰਤ ਮਾਨ ਨੇ। 470 ਏਕੜ ਜ਼ਮੀਨ ਸ਼ਹਿਰਾਂ ਦੇ ਵਿੱਚ ਹਾਈ ਪ੍ਰਾਈਸਡ ਨਕੇਲ ਦੇ ਕੇ ਟ੍ਰਾਂਸਫਰ ਕਰਾ ਲਈ ਗਵਰਨਮੈਂਟ ਨੇ। ਜਾਂ ਤਾਂ ਬਣਾਓ, ਨਹੀਂ ਬਣਾਉਂਦੇ ਤੇ ਸਾਨੂੰ ਫ੍ਰੀ ਆਫ ਕਾਸਟ ਦਿਓ। ਮੋਹਾਲੀ ਦੇ ਵਿੱਚ 154 ਫਲੈਟ ਬਿਲਡਰਾਂ ਨੂੰ ਨੋਟਿਸ ਜਾਰੀ ਹੋ ਗਏ, ਦਿਓ। ਕਰਦੇ ਕੀ ਸੀ ਇਹ? ਉੱਥੇ ਇੱਕ SBP ਕਲੋਨਾਈਜ਼ਰ ਆ, ਇੱਕ ਟਾਵਰ ਬਣਾਤਾ ਜੀ, EWS ਟਾਵਰ ਹੈ ਜੀ, ਗਰੀਬਾਂ ਵਾਸਤੇ ਟਾਵਰ ਬਣਾਤਾ, ਇੰਨੇ ਫਲੈਟ ਕੱਢਤੇ। ਠੀਕ, ਦਿੱਤੇ ਕਿਹਨਾਂ ਨੂੰ? ਦੇ ਤੇ 5 ਲੱਖ ਦਾ ਫਲੈਟ 17 ਲੱਖ ਨੂੰ ਵੇਚਤਾ। ਕਿਹਦੇ ਨਾਲ ਮਿਲ ਕੇ? ਜ਼ੀਰਕਪੁਰ ਮਿਊਨਿਸਪਲ ਕਾਉਂਸਲ ਨਾਲ ਨਕਸ਼ਾ ਬਦਲਤਾ। ਕੈਨ ਯੂ ਇਮੇਜਿਨ, ਜਿਹੜਾ ਨਕਸ਼ਾ ਪ੍ਰੋਜੈਕਟ ਦੇ ਵਿੱਚ ਅਪਰੂਵ ਹੋ ਗਿਆ ਗਵਰਨਮੈਂਟ ਵੱਲੋਂ, ਉਹ ਬਦਲਿਆ ਜਾ ਸਕਦਾ? ਬਦਲਤਾ ਗਿਆ। FIR ਹੋ ਗਈ, ਇੰਨੇ ਸਾਲ 2015 ਦੀ FIR ਹੋਈ, ਹੁਣ ਤੱਕ ਕੋਈ ਬੰਦਾ ਅਰੈਸਟ ਨਹੀਂ ਹੋਇਆ, ਕਿਸੇ ਦਾ ਕੋਈ ਕਾਰਵਾਈ ਨਹੀਂ ਹੋਈ। ਆ ਹੁਣ ਰੌਲਾ ਪਿਆ ਜਦੋਂ ਅਸੀਂ ਮਸਲਾ ਚੱਕਿਆ ਇਹ ਪੰਜਾਬ ਦਸਤਾਵੇਜ਼ ਤੇ, 30,000 ਫਲੈਟ ਬਣਾ ਕੇ ਭਗਵੰਤ ਮਾਨ ਦੀ ਸਰਕਾਰ EWS ਸਕੀਮ ਤਹਿਤ ਗਰੀਬਾਂ ਨੂੰ ਦੇਣ ਜਾ ਰਹੀ ਹੈ। ਮੈਂ 2 ਦਿਨ ਪਹਿਲਾਂ ਹੀ ADC ਮੋਹਾਲੀ ਦਮਨਜੀਤ ਸਿੰਘ ਨਾਲ ਮੇਰੀ ਗੱਲ ਹੋਈ। ਉਹਨਾਂ ਨੇ ਕਿਹਾ, ਕਹਿੰਦੇ ਤਖਤ ਸਾਹਿਬ ਤੁਹਾਡੀ ਨਿਊਜ਼ ਤੋਂ ਬਾਅਦ ਮੈਨੂੰ ਗਵਰਨਮੈਂਟ ਤੋਂ ਫੋਨ ਆ ਗਿਆ ਵੀ ਸ਼ੁਰੂਆਤ ਮੋਹਾਲੀ ਤੋਂ ਕਰੋ, ਪੈਰੀਫਰੀ ਆਫ ਚੰਡੀਗੜ੍ਹ। ਅੱਛਾ ਤਗੜ ਸਾਹਿਬ, ਮੇਰਾ ਕੁਝ ਮੈਂ ਕਹਿਣਾ ਮਤਲਬ ਲੈਟ ਮੀ ਸਮ ਅਪ, ਹਾਂਜੀ ਬਈ ਇੱਕ ਤੋਂ ਉਦਾਹਰਨ ਦਿੱਤੀ ਹੈ ਮੈਂ ਸਿਰਫ, ਇੱਕ ਪਾਲਿਸੀ ਜਿਹੜੀ ਕਿ ਮੇਰਾ ਨਿੱਜੀ ਐਕਸਪੀਰੀਅੰਸ ਹੈ, ਓਕੇ, ਜਿਹਦੇ ਤੇ ਭਗਵੰਤ ਮਾਨ ਦੀ ਸਰਕਾਰ ਖਰੀ ਉਤਰ ਰਹੀ ਹੈ ਜੀ। ਮੈਂ ਇਹਦੇ ਤੇ ਥੋੜੀ ਜੀ ਗੱਲ ਐਜ਼ ਏ ਕੈਪੀਟਲਿਸਟਿਕ ਕੰਟਰੀ ਦੇ ਵਿੱਚ ਰਹਿੰਦੇ ਹੋਏ ਤੁਹਾਡੇ ਤੋਂ ਜਾਣਨਾ ਚਾਹੂੰਗਾ। ਜੀ ਤੁਸੀਂ ਇਹ ਪੰਜਾਬ ਦਸਤਾਵੇਜ਼ ਤੇ ਇਹ ਦੱਸਿਆ ਔਰ ਇਹਦੇ ਸਿੱਟੇ ਨਿਕਲੇ, ਵਿਚ ਇਜ਼ ਗੁੱਡ, ਪਰ ਉਸ ਦੇ ਨਾਲ ਦੀ ਨਾਲ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੂੰਗਾ ਕਿ ਜਿੱਥੇ ਪ੍ਰੋਜੈਕਟ ਬਣ ਰਿਹਾ ਹੈ, ਜਿੱਦਾਂ ਤੁਸੀਂ ਕਿਹਾ ਕਿ 45 ਹੈਕਟੇਅਰ ਦੇ ਵਿੱਚ, ਰਾਈਟ, 45 ਪਲੱਸ ਤੋਂ ਲੈਣਾ ਹੈਗਾ 5%, ਤੇ 45 ਹੈਕਟੇਅਰ ਥੱਲੇ 10%। ਤੇ ਕੀ ਉਸੇ ਪ੍ਰੋਜੈਕਟ ਦੇ ਵਿੱਚ ਹੀ ਲੋ ਇਨਕਮ ਵਾਲਿਆਂ ਨੂੰ ਘਰ ਅਲਾਟ ਕੀਤੇ ਜਾਣਗੇ ਜਾਂ ਫਿਰ ਵਿੱਚ ਹੀ? ਇੱਥੇ ਪ੍ਰੋਬਲਮ ਆਉਂਦੀ ਆ। ਆਈ ਥਿੰਕ ਬਿਲਡਰ ਆਪਣੇ ਤੌਰ ਤੇ ਠੀਕ ਹਨ, ਜੇਕਰ ਤੁਸੀਂ ਬਿਲਡਰ ਦੀ ਜਗ੍ਹਾ ਤੇ ਹੋਵੇ, ਯੂ ਮੇ ਡੂ ਦਾ ਸੇਮ ਥਿੰਗ। ਮੈਂ ਕੈਨੇਡਾ ਦੇ ਬਾਰੇ ਦੱਸਣਾ ਚਾਹੁੰਦਾ ਕਿ ਪਲੀਜ਼ ਜੇ ਤੁਸੀਂ ਇਹਦੇ ਤੇ ਥੋੜਾ ਜਿਹਾ ਗੌਰ ਕਰੋ, ਇਹਦੇ ਨਾਲ ਕੀ ਤੁਹਾਡੇ ਪ੍ਰੋਬਲਮ ਆਏਗੀ ਕਿ ਤੁਹਾਡੀ ਡਿਵੈਲਪਮੈਂਟ ਰੁਕ ਜਾਏਗੀ। ਕਾਰਨ ਉਹਦਾ, ਜਿੰਨੇ ਆਪਣੇ ਕਰੋੜਾਂ ਰੁਪਈਆ ਲਾ ਕੇ ਉਹ ਪ੍ਰਾਪਰਟੀ ਬਾਏ ਕੀਤੀ ਆ, ਉਹਨੇ ਪ੍ਰੋਫਿਟ ਲਈ ਕੀਤੀ ਹੈ, ਨਾ ਕਿ ਉਹਨੇ ਲੋਕਾਂ ਨੂੰ ਐਜ਼ ਏ ਗਿਫਟ ਦੇ ਤੌਰ ਤੇ ਦੇਣ ਵਾਸਤੇ ਕੀਤੀ ਆ। ਵਨ ਥਿੰਗ, ਜਦੋਂ ਲੋ ਇਨਕਮ ਵਾਲੇ ਹਾਈ ਰੇਸ਼ੋ ਵਾਲੀਆਂ ਅਪਾਰਟਮੈਂਟ ਦੇ ਵਿੱਚ ਮੂਵ ਕਰਨਗੇ, ਉੱਥੇ ਉਹਨਾਂ ਦਾ ਜਿਹੜਾ ਹਾਈ ਇਨਕਮ ਲੋਕੀਆਂ ਉਹ ਬਾਈ ਨਹੀਂ ਕਰਨਗੇ, ਉਹ ਪ੍ਰੋਜੈਕਟ ਫੇਲ ਹੋ ਜਾਏਗਾ। ਇੱਕ ਮਿੰਟ, ਮੈਨੂੰ ਲੈਟ ਮੀ ਐਕਸਪਲੇਨ ਯੂ। ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਕਿ ਮੈਂ ਕੈਪੀਟਲਿਸਟਿਕ ਕੰਟਰੀ ਵਾਂਗੂ ਸੋਚ ਰਿਹਾ ਹਾਂ। ਇੱਥੇ ਕੀ ਆ, ਇੱਥੇ ਜਿਹੜੇ ਲੋ ਇਨਕਮ ਘਰ ਹੁੰਦੇ ਹਨ, ਉਹਨਾਂ ਦੇ ਡਿਫਰੈਂਟ ਜਿਹੜੀ ਆ ਉਹ ਟੋਟਲੀ ਯੂਨਿਟ ਹੋਏਗਾ। ਉਹਨੂੰ ਜਿਹੜੇ ਮੋਸਟ ਐਕਸਪੈਂਸਿਵ ਵਾਲੀਆਂ ਜਗ੍ਹਾ ਤੇ ਨਹੀਂ ਬਣਾਇਆ ਜਾਏਗਾ, ਤਾਂ ਕਿ ਜਿਹੜਾ ਬਿਲਡਰ ਆ ਉਹਨੂੰ ਨੁਕਸਾਨ ਨਾ ਕੀਤਾ ਜਾਵੇ। ਕਿਉਂਕਿ ਜਿੱਥੇ ਮੋਸਟ ਐਕਸਪੈਂਸਿਵ ਲੋਕਾਂ ਨੇ ਰਹਿਣਾ ਹੈ, ਉਹਨਾਂ ਨੇ ਜਿੰਨੇ ਮੰਗੇ ਪੈਸੇ ਉਹ ਬਿਲਡਰ ਨੂੰ ਦੇਣਾ, ਤੇ ਬਿਲਡਰ ਨੇ ਪੈਸਾ ਵੀ ਬਣਾਉਣਾ ਹੈ, ਉਹਨੇ ਆਪਣੀ ਇਨਵੈਸਟਮੈਂਟ ਕਰਨੀ ਹੈ। ਲੇਕਿਨ ਜਦੋਂ ਉਹਨਾਂ ਨੂੰ ਤੁਸੀਂ ਮਰਜ ਕਰ ਦੋਗੇ ਇੱਕ ਲੋ ਇਨਕਮ ਵਾਲਿਆਂ ਨੂੰ ਹਾਈ ਇਨਕਮ ਵਾਲਿਆਂ ਦੇ, ਤੇ ਉਹ ਪ੍ਰੋਜੈਕਟ ਫੇਲ ਹੋ ਜਾਏਗਾ। ਆਈ'll explain। ਓਕੇ ਜੀ। ਇਹ ਜਿਹੜੀ EWS ਸਕੀਮ ਦੇ ਵਿੱਚ ਜਿਹੜੀ ਪਾਕਟ ਹੈ EWS ਦੀ, ਦੈਟ ਇਜ਼ ਨਾਟ ਪਾਰਟ ਆਫ ਦੀ ਮੇਨ ਪ੍ਰੋਜੈਕਟ। ਆ ਜਿਵੇਂ ਆ ਪ੍ਰੋਜੈਕਟ ਹੈ, ਹਾਂਜੀ, ਇਹਦੇ ਵਿੱਚ ਆ ਪਾਕਟ ਉਹਨਾਂ ਨੇ EWS ਕੱਢਤੀ 5%। ਸੇਮ ਪ੍ਰੋਜੈਕਟ ਦੇ ਵਿੱਚ ਆ ਬਾਉਂਡਰੀ ਵਾਲ ਸੇਮ ਹੈ ਜੀ, ਮੈਂ ਦੱਸ ਰਿਹਾ, ਗੇਟ ਸੇਮ ਲੱਗੇ, ਇਹਨਾਂ ਕੋਲ ਵਰਕ। ਆ ਸਾਰਾ ਮੇਨ ਪ੍ਰੋਜੈਕਟ ਹੈ ਹਾਈ ਇਨਕਮ ਗਰੁੱਪ ਦਾ। ਆ 5% ਥਾਂ ਉਹਨਾਂ ਨੇ कहता भी ये तो गरीबों वास्ते फ्लैट बनाने। यस, ना होएगा की
there will be availability of cheap labor to the rich people. ਕਿੱਦਾਂ ਤੁਹਾਨੂੰ ਡੋਮੈਸਟਿਕ ਹੈਲਪ ਇੱਥੋਂ ਮਿਲੇਗੀ, ਤੁਹਾਨੂੰ ਕਾਰ ਦੇ ਮਕੈਨਿਕ ਇੱਥੋਂ ਮਿਲਣਗੇ, ਤੁਹਾਨੂੰ ਪੈਂਚਰ ਲਾਉਣ ਵਾਲੇ ਇੱਥੋਂ ਮਿਲਣਗੇ, ਤੁਹਾਨੂੰ ਟਾਈਪ ਕਰਨ ਵਾਲੇ ਟਾਈਪਿਸਟ ਇੱਥੋਂ ਮਿਲਣਗੇ, ਤੁਹਾਡੀਆਂ ਸਰਵਿਸਿਜ਼ ਇਸ ਪਾਕਟ 'ਚੋਂ ਪ੍ਰੋਵਾਈਡ ਹੋਣੀਆਂ। ਤੁਸੀਂ ਇਹਨੂੰ ਵਾਈਡਰ ਕਿਉਂ ਨਹੀਂ ਸੋਚਦੇ? ਤੁਸੀਂ ਇਹਨੂੰ ਜੇ ਗਰੀਬਾਂ ਨੂੰ ਕੱਢ ਦਿਓ, ਜਿਵੇਂ ਤੁਸੀਂ ਕੈਨੇਡਾ 'ਚ ਕਹਿੰਦੇ ਹੋ ਵੀ ਉਹਨਾਂ ਦੀ ਸੁਸਾਇਟੀ ਅਡਮ, ਇਹ ਤਾਂ ਇੱਕ ਨਵੀਂ ਜਾਤ ਬਣਾਤੀ। ਫਸਟ ਆਫ ਆਲ ਜਿਹੜਾ ਗਰੀਬ ਆ ਨਾ ਕੈਨੇਡਾ ਦੇ ਵਿੱਚ, ਗਰੀਬ ਨੇ ਇੱਥੇ ਲੋ ਇਨਕਮ ਕਹਿੰਦੇ ਹਨ। ਆਮ ਰੀਅਲੀ ਸੈਡ ਵੈਨ ਆਈ ਹੀਅਰ ਫਰਮ ਸਮਨ ਲਾਈਕ ਇੰਟੈਲੈਕਚੁਅਲ ਫਰਮ ਯੂ ਗਾਇਜ਼, ਉਹ ਗਰੀਬ ਆ। ਨੋ, ਦੇ ਆਰ ਇਕੁਅਲ, everyone is equal. Financially you can say it low income. Low income. ਚਲੋ ਸਾਡਾ ਜਿਹੜਾ ਕਹਿਣ ਦਾ ਮਤਲਬ ਹੈ ਜੀ ਗਰੀਬ ਦਾ ਮਤਲਬ ਹੈ ਪੈਸੇ ਘੱਟ ਆ ਉਹਦੇ ਕੋਲ। ਹਾਂ, low income because we are all equal. Doesn't matter how much money you have in a pocket, you are not better than any human being ਦੇ ਤੌਰ ਤੇ। ਥੋੜੀ ਡੈਫੀਨੇਸ਼ਨ ਹਾਂਜੀ, ਸੋ ਉਹ ਹੁਣ ਇੱਕ ਚੀਜ਼ ਹੋਰ ਕਰਨਾ। ਓਕੇ ਜੀ, ਇਹ ਕੱਢਤੀ। ਹਾਂਜੀ, ਬਿਲਡਰ ਨੂੰ ਫਾਇਦਾ ਕਿਵੇਂ ਆ? ਜਦੋਂ ਬਿਲਡਰ ਤੋਂ EWS ਲਈ ਥਾਂ ਲਈ ਜਾਂਦੀ ਹੈ ਜਾਂ ਫਲੈਟ ਲਈ ਜਾਂਦੇ ਆ, ਉਹਨੂੰ ਲਾਇਸੈਂਸ ਫੀਸ ਮਾਫ ਹੋ ਜਾਂਦੀ ਹੈ। ਅੱਛਾ, ਉਹਨੂੰ ਸਾਰੇ ਪ੍ਰੋਜੈਕਟ ਦੀ ਲਾਇਸੈਂਸ ਫੀਸ ਮਾਫ, ਉਹਨੂੰ CLU ਮਾਫ, ਚੇਂਜ ਆਫ ਲੈਂਡ ਯੂਜ਼ ਫੀਸ ਹੁੰਦੀ ਹੈ। ਜੇ ਉਹ 100 ਰੁਪਏ ਲੈਣਾ ਉਹ ਤੋਂ 25 ਲੈਣੇ ਆ। ਤੇ ਫਿਰ ਆਮ ਰੀਅਲੀ ਸਰਪ੍ਰਾਈਜ਼ ਹੀਅਰ। ਦੱਸੋ ਤੁਸੀਂ 25 ਪੈਸੇ ਉਹਦੇ ਕੋਲੋਂ ਲੈਣ ਵਾਸਤੇ ਤੁਸੀਂ 75 ਪੈਸੇ ਖਰਾਬ ਕਰ ਰਹੇ ਹੋ। ਗਵਰਨਮੈਂਟ ਸ਼ੁੱਡ ਟੇਕ ਦਾ ਫੁੱਲ 75 ਇੰਸਟੈਡ ਆਫ 100%, ਜਿਹੜਾ ਉਹਦੇ ਵਿੱਚੋਂ 25% ਕੱਢ ਕੇ ਯੂ ਕੈਨ ਮੇਕ ਅ ਫ੍ਰੀ ਹਾਊਸ ਫॉर ਲੋ ਇਨਕਮ। ਇਹ ਬਰੀਕੀਆਂ ਜੀ, ਹਾਂਜੀ, ਨਹੀਂ ਪਾਲਿਸੀ ਤਗੜ ਸਾਹਿਬ, ਇਹੋ ਹੀ ਤੇ ਪ੍ਰੋਬਲਮ ਆ ਕਿ ਜਿਹੜੀ ਵੀ ਕੋਈ ਪਾਲਿਸੀ ਆ ਨਾ, ਉਸ ਨੂੰ really deeply search ਕਰਕੇ ਨਹੀਂ ਬਣਾਇਆ ਜਾਂਦਾ। that's why ਕੋਈ ਫਾਇਦਾ ਹੁੰਦਾ। ਮੈਂ ਇਹ ਹੁਣ ਇਹ ਨਹੀਂ ਮੈਂ ਕਹਿ ਰਿਹਾ ਵੀ 25% ਹੀ ਲੈਂਦੇ, ਵੱਧ ਸ਼ਾਇਦ ਉਹਨਾਂ ਤੋਂ ਘੱਟ ਲੈਂਦੇ, ਹੁਣ ਵੱਧ ਲੈਂਦੇ, ਹੁਣ ਕੁਝ ਫੀਸਾਂ ਮਾਫ ਕਰ ਦਿੰਦੇ ਆ, ਕੁਝ ਲੈ ਲੈਂਦੇ ਆ। ਓਕੇ, ਲੈਟਸ ਗੋ ਟੂ ਦ ਨੈਕਸਟ। ਗਵਰਨਮੈਂਟ ਨੂੰ ਕੋਈ ਫਾਇਦਾ ਲੱਗਦਾ ਤਾਂ ਉਹ ਕਰ ਰਹੇ। ਓਕੇ, ਲੈਟਸ ਗੋ ਟੂ ਦ ਨੈਕਸਟ ਲੈਵਲ। ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਪਾਣੀ ਆ। ਹੁਣ ਫਿਰ ਰੀਸੈਂਟਲੀ ਕਪੂਰਥਲੇ 'ਚ ਵੀ ਪ੍ਰੋਬਲਮ ਆ, ਪਾਣੀ ਪਹੁੰਚ ਗਿਆ ਵਾ। ਜੇਕਰ ਆਪਾਂ ਰਣਜੀਤ ਡੈਮ ਦੀ ਗੱਲ ਕਰੀਏ ਤੇ ਇੱਧਰ ਭਾਖੜਾ ਨੰਗਲ ਦੀ ਗੱਲ ਕਰੀਏ ਤੇ ਇੱਕ ਪੌਂਗ ਡੈਮ ਦੀ ਗੱਲ ਕਰੀਏ, ਉੱਥੇ ਪਾਣੀ ਇੰਨਾ ਸਟਾਕ ਕਰ ਲਿਆ, ਹੁਣ ਉਹ ਫਿਰ ਛੱਡ ਰਹੇ ਹਨ। ਪੰਜਾਬ ਦੇ ਪਾਣੀ, ਜਦੋਂ ਪੰਜਾਬ ਨੂੰ ਪਾਣੀਆਂ ਦੀ ਲੋੜ ਹੁੰਦੀ ਹੈ, ਉਦੋਂ ਤੇ ਪੰਜਾਬ ਦਾ ਪਾਣੀ ਜਿਹੜਾ ਵਾ ਹੋਰ ਸਟੇਟਸ ਨੂੰ ਚਲੇ ਜਾਂਦਾ। ਇਸ ਵੇਲੇ ਤੁਹਾਨੂੰ ਪਤਾ ਹੋਵੇਗਾ ਕਿ ਪਾਣੀ ਐਜ਼ ਏ ਕਮੋਡਿਟੀ ਤੌਰ ਤੇ ਇਹ ਆਲਰੇਡੀ ਹੋ ਚੁੱਕਾ ਹੈ। ਕਮੋਡਿਟੀ ਮੀਨਸ ਵੈਨ ਯੂ ਕੈਨ ਸੈਲ ਐਂਡ ਬਾਏ। ਓਕੇ, ਇਹ ਡਾਓ ਜੋਨ ਦੇ ਵਿੱਚ ਆਲਰੇਡੀ ਹੋ ਚੁੱਕਾ ਹੈ। ਸੋ ਪਾਣੀ ਇਸ ਵੇਲੇ ਇੱਕ ਕਮੋਡਿਟੀ ਹੈ। ਪਾਣੀ ਕੈਨ ਬੀ ਸੈਲ ਔਰ ਬਾਏ। ਸੋ ਇਸ ਵੇਲੇ ਅਕੋਰਡਿੰਗ ਟੂ ਦਾ ਇੰਟਰਨੈਸ਼ਨਲ ਥਿਊਰੀ ਦੇ ਮੁਤਾਬਕ ਕੀ ਇਹ ਹੱਕ ਬਣਦਾ ਨਹੀਂਗਾ ਕਿ ਪੰਜਾਬ ਹਿਮਾਚਲ ਨੂੰ ਪੈਸਾ ਦੇਵੇ ਤੇ ਪੰਜਾਬ ਜਿਹੜਾ ਗਾਂ ਪ੍ਰੋਵਾਈਡ ਕਰਦਾ ਤੇ ਉਹ ਉਹਨਾਂ ਤੋਂ ਪੈਸਾ ਲੈ ਕੇ ਪੰਜਾਬ ਹਿਮਾਚਲ ਨੂੰ ਤੇ ਆਪਣਾ ਸ਼ੇਅਰ ਵਿੱਚ ਰੱਖੇ। ਇਫ ਵੀ ਟਾਕ ਅਬਾਊਟ ਇੰਟਰਨੈਸ਼ਨਲ ਐਜ਼ ਏ ਕਮੋਡਿਟੀ ਤੌਰ ਤੇ। ਪੰਨੂ ਸਾਹਿਬ, ਤੁਸੀਂ ਪੂਰੇ ਕੈਨੇਡੀਅਨ ਹੋ ਗਏ, ਪੂਰੇ ਕਮਰਸ਼ੀਅਲ ਹੋ ਗਏ। ਕੱਲ ਸਾਰੇ ਭਰਾ ਸਾਰੀਆਂ ਸਟੇਟਸ ਮਿਲ ਕੇ ਰਹਿੰਦੀਆਂ। ਕੱਲ ਨੂੰ ਫਿਰ ਤਾਂ ਆਪਾਂ ਕਹਾਂਗੇ ਆ ਮੇਰਾ 2 ਵੱਡੇ ਭਰਾ ਮੇਰੇ ਗੁਆਂਢ ਚੱਲਣਾ ਵੀ ਲੈ, ਮੈਂ ਤੈਨੂੰ ਆ ਦਿੱਤੀ ਕੌਲੀ ਦਾਲ ਦੀ, ਲਿਆ ਪੈਸੇ, ਆ ਤੂੰ ਮੈਨੂੰ ਦਿੱਤੀਆਂ 4 ਰੋਟੀਆਂ ਅੱਜ ਘਰੇ ਬਣਾਉਣਾ ਨੇ, ਆ ਲੈ ਫੜ 4 ਪੈਸੇ, ਆ ਪੈਸੇ। ਉਹ ਨਿੱਕੀਆਂ ਨਿੱਕੀਆਂ ਗੱਲਾਂ ਥੋੜ੍ਹੀ ਪੈਣਾ। ਅਸੀਂ ਐਂ ਤਾਂ ਫਿਰ ਹੁਣ ਕੱਲ ਨੂੰ ਹਿਮਾਚਲ ਕਹਿੰਦੇ ਰੋਇਲਟੀ ਸਾਨੂੰ ਦਿਓ ਪਾਣੀ ਦੀ, ਹੈ ਨਾ ਜੀ। ਕੱਲ ਨੂੰ ਅਸੀਂ ਕਹਾਂਗੇ ਅਸੀਂ ਫੂਡ ਗ੍ਰੇਨ ਪ੍ਰੋਡਿਊਸ ਕਰਕੇ ਸਾਰੇ ਭਾਰਤ ਨੂੰ ਦਿੰਦੇ ਹੋ, ਭਾਵੇਂ ਸਾਡੇ ਤੋਂ ਤੁਸੀਂ ਖਰੀਦਦੇ ਹੋ, ਸਾਨੂੰ ਓਵਰ ਐਂਡ ਅਬਵ ਰਾਇਲਟੀ ਦੇ ਦਿਓ। ਫਿਰ ਅੱਗੇ ਕੀ ਕਹਾਂਗੇ ਜੀ, ਉੱਥੇ ਜਿਹੜੇ ਝਾਰਖੰਡ ਵਾਲੇ, ਛੱਤੀਸਗੜ੍ਹ ਵਾਲੇ, ਤੁਸੀਂ ਸਾਡਾ ਕੋਲਾ ਲੈਂਦੇ ਹੋ, ਕੋਲਾ ਲੈ ਕੇ ਤੁਸੀਂ ਖਾਣਾ ਚਲਾਉਂਦੇ ਹੋ, ਸਾਨੂੰ ਰਾਇਲਟੀ ਦੇ ਦਿਓ। ਮੈਂ ਉਧਰ ਹੀ ਆਉਣ ਲੱਗਾ ਸੀਗਾ। ਸੋ ਤੁਸੀਂ ਆਪ ਹੀ ਕੋਲੇ ਦੀ ਗੱਲ ਕਰਤੀ ਹੈ, ਪੱਥਰ ਦੀ ਗੱਲ ਕਰਤੀ ਹੈ। ਆਲ ਦਾ ਕਮੋਡਿਟੀ, ਨੈਚੁਰਲ ਕਮੋਡਿਟੀ ਜਿਹੜੀ ਆ, ਇਟਸ ਸਪੋਜ਼ਡ ਬੀ ਕਮ ਫ੍ਰੀ ਟੂ ਪੰਜਾਬ ਆਲਸੋ। ਹਾਂਜੀ, ਪੰਜਾਬ ਨੂੰ ਵੀ ਫ੍ਰੀ ਮਿਲਣੀ ਚਾਹੀਦੀ ਸੀ ਨਾ। ਜਿਹੜੇ ਰੇਟਸ ਮਾਰਕੀਟ ਦੇ ਵਿੱਚ ਹੈਗੇ ਆ, ਪੰਜਾਬ ਇਜ਼ ਨਾਟ ਪੇਇੰਗ ਐਨੀ ਰਾਇਲਟੀ ਟੂ ਐਨੀਬਡੀ। ਆਲਸੋ ਜੇ ਕਮੋਡਿਟੀ ਦੀ ਆਪਾਂ ਗੱਲ ਨਾ ਕਰੀਏ, ਰੇਤ ਵੀ ਨੈਚੁਰਲ ਆ, ਪਿੱਛੋਂ ਪਹਾੜਾਂ ਤੋਂ ਖੁਰ ਕੇ ਆਉਂਦੀ ਆ, ਤੇ ਫਿਰ ਪੰਜਾਬ ਕਿਉਂ ਦੇ ਪੈਸੇ ਲੈਂਦੇ? ਦਿਸ ਇਜ਼ ਦੇਖੋ ਨੈਚੁਰਲ ਫਲੋ ਆ ਪਾਣੀ ਦਾ, ਨੈਚੁਰਲ ਫਲੋ, ਰੇਤਾ ਬਜਰੀ ਆ ਰਹੀ ਆ, ਉਹ ਕੋਲਾ ਨਿਕਲ ਰਿਹਾ। ਚਲੋ ਠੀਕ ਹੈ, ਜਿਹੜੇ ਲੋਕ ਕੱਢਦੇ ਆ ਉਹਨਾਂ ਨੂੰ ਪੈਸੇ ਲੱਗਦੇ ਆ, ਉੱਥੇ ਖਾਣ ਬਣਦੀ ਆ, ਉੱਥੇ ਸਾਡੇ ਥਰਮਲ ਪਲਾਂਟ ਬਣੇ ਆ, ਪੰਜਾਬ ਦਾ ਥਰਮਲ ਪਲਾਂਟ ਬਣਿਆ ਬਾਹਰ ਨਹੀਂ, ਉਹ ਪਿੱਟ ਬਣੀ ਆ, ਪਿੱਟ ਝਾਰਖੰਡ। ਯੈਸ,
ਅਨਫੋਰਚੂਨੇਟ ਕਿ ਜਦੋਂ ਬਾਦਲ ਸਾਹਿਬ ਨੇ ਇਹ ਲਿਖਤ ਪੜਤ ਕੀਤੀ ਸੀਗੀ ਜਾਂ ਕਾਂਗਰਸ ਨੇ ਕੀਤੀ ਸੀਗੀ ਕਪੂਰੀ ਵਾਲਾ ਜਿਹੜਾ ਮੁੱਦਾ ਸੀਗਾ, ਉਸ ਟਾਈਮ ਤੇ ਪੰਜਾਬ ਦੇ ਵਿੱਚ ਸੇਮ ਬਹੁਤ ਹੁੰਦੀ ਸੀਗੀ, ਤਾਂ ਕਰਕੇ ਨਾਲੇ ਪੁੱਟੇ ਗਏ ਸਨ ਤੇ ਪੰਜਾਬ ਨੇ ਇਹ ਸਮਝਿਆ ਕਿ ਇਹ ਪਾਣੀ ਜਿਹੜਾ ਆ ਰਿਹਾ ਹੈ ਇਹਦੇ ਕਰਕੇ ਸੇਮ ਹੈ ਤੇ ਇਹਨਾਂ ਨੂੰ ਫ੍ਰੀ ਦੇ ਵਿੱਚ ਪਾਣੀ ਵੰਡ ਦਿਓ। ਵੰਡਿਆ, ਇੰਨਾ ਚਿਰ ਵੰਡਿਆ, ਪਰ ਉਹ ਸੇਮ ਖਤਮ ਹੋਣ ਕਰਕੇ ਹੁਣ ਪੰਜਾਬ ਦੇ ਪਾਣੀ ਦੀ ਇੰਨੀ ਪੰਜਾਬ ਨੂੰ ਸਖਤ ਜ਼ਰੂਰਤ ਹੈ ਕਿ ਉਹ ਦੇ ਕੈਨ ਅਫੋਰਡ ਇਟ। ਸੋ ਉਸ ਟਾਈਮ ਨਹੀਂ ਹੂ ਸੈਡ ਕਿ ਬਾਦਲ ਸਾਹਿਬ ਨੇ ਸੇਮ ਕਰਕੇ ਪਾਣੀ ਦੇ ਦਿੱਤਾ। ਯੂ ਗੋ ਅਹੈਡ ਐਂਡ ਰੀਡ ਇਟ ਆਲ ਦ ਡਿਟੇਲ। ਨਹੀਂ, ਪਾਣੀ ਸੇਮ ਕਰਕੇ ਦੂਜੀ ਸਟੇਟ ਨੂੰ ਦੇ ਦਿੱਤਾ। ਯੈਸ, ਉਸ ਟਾਈਮ ਤੇ ਤਗੜ ਸਾਹਿਬ ਦਿਸ ਵਾਸ ਦਾ ਫੈਕਟ। ਦਿਸ ਵਾਸ ਦਾ ਫੈਕਟ ਕਿ ਉਹਨਾਂ ਨੂੰ ਦਿਸ ਇਜ਼ ਐਨ ਐਗਰੀਮੈਂਟ ਸਾਈਨਡ ਡਿਊਰਿੰਗ ਦੀ ਟੈਨਿਓਰ ਆਫ ਇੰਦਰਾ ਗਾਂਧੀ। ਇੰਦਰਾ ਗਾਂਧੀ ਨੇ ਸਟੇਟਸ ਦੇ ਵਿੱਚ ਇੱਕ ਐਗਰੀਮੈਂਟ ਸਾਈਨ ਕਰਾਇਆ, ਉਹਦੇ ਵਿੱਚ ਇਹ ਐਸਟੀਮੇਟ ਲਾਇਆ ਗਿਆ ਕਿੰਨੇ MAF ਪਾਣੀ ਇੱਥੇ ਅਵੇਲੇਬਲ ਆ, ਇਸ ਬੇਸਨ ਚ ਅਵੇਲੇਬਲ ਆ, ਕਿੰਨਾ ਹਿਮਾਚਲ ਚੋਂ ਆ ਰਿਹਾ, ਕਿੰਨਾ ਪੰਜਾਬ ਚ ਆ ਰਿਹਾ, ਕਿੰਨਾ ਬਾਦਲ has got nothing to do so you agree it was mistaken। ਦੇਖੋ ਨਹੀਂ ਉਹ ਇੱਕ ਉਸ ਵਕਤ ਜੋ ਅਵੇਲੇਬਿਲਿਟੀ ਆਫ ਵਾਟਰ ਸੀ, ਉਹ ਇੰਦਰਾ ਗਾਂਧੀ ਨੇ, ਭਾਵੇਂ ਉਹ ਫੈਸਲਾ ਮੈਂ ਸਮਝਦਾ ਗਲਤ ਸੀ, ਹਾਂਜੀ, ਉਹ ਇੰਦਰਾ ਗਾਂਧੀ ਦੇ ਉਸ ਫੈਸਲੇ ਦੀ ਮੈਂ ਹਮਾਇਤ ਨਹੀਂ ਕਰਦਾ ਜੀ। ਚਲੋ ਉਹਨੇ ਫੈਸਲਾ ਕਰਤਾ, ਉਸ ਵਕਤ ਦਾ ਮੁੱਖ ਮੰਤਰੀ ਜੋ ਵੀ ਸੀ, ਦਰਬਾਰਾ ਸੀ ਕਿ ਗਿਆਨੀ ਜੀ ਸੀ, ਉਹਨਾਂ ਨੇ ਐਕਸੈਪਟ ਕੀਤਾ, ਸਾਰੀਆਂ ਸਟੇਟਸ ਨੇ ਐਕਸੈਪਟ ਕੀਤਾ, ਸਾਈਨ ਹੋ ਗਿਆ, ਲਾਗੂ ਹੋ ਗਿਆ। ਬਾਦਲ ਸੇਮ ਆਈ, ਉਹ ਨਾਲੇ ਪੱਟੇ, ਉਹ ਅਲੱਗ ਚੀਜ਼ ਆ। ਬਾਦਲ ਨੇ ਕੋਈ ਪਾਣੀ ਕਿਸੇ ਨੂੰ ਨਹੀਂ ਦਿੱਤਾ, ਕੋਈ ਵਾਟਰ ਸ਼ੇਅਰਿੰਗ ਉਹਨੇ ਨਹੀਂ ਕੀਤੀ, ਨਾ ਕੈਪਟਨ ਨੇ ਕੀਤੀ ਨਾ ਬਾਦਲ। ਲੇਕਿਨ ਇਹਨੇ ਸਟਾਪ ਵੀ ਨਹੀਂ ਕੀਤਾ ਜੀ, ਇਹਨਾਂ ਨੇ ਸਟਾਪ ਵੀ ਨਹੀਂ ਕੀਤਾ। ਸਟਾਪ ਕਿੱਦਾਂ ਕਰ ਸਕਦੇ ਸੀ ਜਦੋਂ ਇਟਸ ਅ ਨੈਸ਼ਨਲ ਲੈਵਲ ਐਗਰੀਮੈਂਟ written by all the states? It can be revoked through the ਉਹ ਇਦਾਂ ਨਹੀਂ ਜੀ ਰਿਵੋਕ ਹੁੰਦੇ ਐਗਰੀਮੈਂਟ। ਹੁਣ ਐ ਤਾਂ ਫਿਰ ਆ ਰਿਵੋਕ ਕੀਤਾ ਹੀ ਆ ਕੈਪਟਨ ਨੇ ਵੀ ਪਾਣੀਆਂ ਦੇ ਮਸਲਿਆਂ ਤੇ। ਉਹ ਗਿਆ ਸੀ ਆਪਣਾ ਵਿਧਾਨ ਸਭਾ ਚ ਪਾਸ ਕਰਤਾ ਕਾਨੂੰਨ, ਚੜਿਆ ਸਿਰੇ, ਉਹ ਸੁਪਰੀਮ ਕੋਰਟ ਦਬਕੇ ਮਾਰਦੀ ਆ, ਹਾਰ ਗਿਆ ਕੇਸ ਪੰਜਾਬ, ਹਰਿਆਣਾ ਜਿੱਤ ਗਿਆ, ਉੜਾਤ ਤੇ ਪਚਰੇ ਇਹਦੇ ਕੈਪਟਨ ਦੇ ਉਹਦੇ ਕਾਨੂੰਨ ਦੇ। ਅੱਗੇ ਹੁਣ ਕੀ ਸਥਿਤੀ ਆ ਗਈ, ਉਹ ਕਹਿ ਰਹੇ ਆ ਜੇ ਨਹਿਰ ਨਹੀਂ ਬਣਾਉਂਦਾ ਪੰਜਾਬ ਤੇ ਸੈਂਟਰਲ ਮਿਲਟਰੀ ਫੋਰਸਿਸ ਲਾ ਕੇ ਨਹਿਰ ਬਣਾਓ। ਹੁਣ ਕੀ ਉੱਥੇ ਰੇੜਕਾ ਕੀ ਪਿਆ, ਉੱਥੇ ਕਮੇਟੀ ਬਣੀ ਆ ਕੇ ਡਿਸਕਸ ਕਰ ਲਓ, ਟੇਬਲ ਦੇ ਕ੍ਰਾਸ ਬੈਠ ਕੇ ਫੈਸਲਾ ਕਰ ਲਓ। ਹਰਿਆਣਾ ਕੇਸ ਜਿੱਤ ਚੁੱਕਿਆ। ਸੋ ਫਿਰ ਟੇਬਲ ਤੇ ਬਹਿਣ ਦੀ ਕੀ ਜ਼ਰੂਰਤ ਹੈ when the agreement has been signed already? ਸਾਈਨਡ ਉਹ ਬਸ ਸਿਰਫ ਇਟਸ ਅ ਮੈਟਰ ਆਫ ਟਾਈਮ। ਹਾਂਜੀ, ਜਦੋਂ ਜ਼ਰੂਰਤ ਕਰ ਲਈ ਕਿਸੇ ਸੁਪਰੀਮ ਕੋਰਟ ਦੇ ਜੱਜ ਨੇ ਜਾਂ ਕੇਂਦਰ ਨੇ ਤੇ ਤੁਹਾਡੀ ਨਹਿਰ ਨਿਕਲ ਜਾਂਦੀ। ਇਟਸ ਨੀਡ ਟੂ ਬੀ ਰੀਕਨਸੀਡਰ। ਨਹੀਂ, ਉਹ ਤਾਂ ਫਿਰ ਲਾਅ ਐਂਡ ਪ੍ਰੋਬਲਮ ਕਰਕੇ ਕੰਸੀਡਰ ਹੋ ਜਾਏਗੀ। ਜਦੋਂ ਇੱਕ ਲਾਅ ਐਂਡ ਆਰਡਰ ਦਾ ਪੰਜਾਬ ਹਮੇਸ਼ਾ ਕਹਿੰਦਾ ਜੇ ਤੁਸੀਂ ਨਹਿਰ ਪੱਟੀ ਖੂਨ ਖਰਾਬਾ ਹੋਏਗਾ। ਹਾਂਜੀ, ਇਸ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਭਾਵੇਂ ਸਾਰਾ ਕੁਝ ਠੰਡੇ ਬਸਤੇ ਪਾਇਆ ਪਿਆ। ਹਾਂਜੀ, ਪਰ ਮੈਂ ਗੱਲ ਕਹਿਣਾ ਕੈਪਟਨ ਦੇ ਕਾਨੂੰਨ ਦਾ ਕੀ ਬਣਿਆ। ਹਾਂਜੀ, ਓਕੇ, ਲੈਟਸ ਗੋ। ਉਹ ਤਾਂ ਫੇਲ ਹੋਇਆ ਕਿ ਨਹੀਂ ਹੋਇਆ? ਹਾਂਜੀ, ਇਹੋ ਜਿਹਾ ਕਾਨੂੰਨ ਇੱਕ ਮੂਰਖਤਾ ਵਾਲਾ ਪਾਸ ਕਰਦੇ ਹੋ ਤੁਸੀਂ, ਬੱਲੇ ਬੱਲੇ ਖੱਟ ਲਓ, 2 ਮਿੰਟ ਤਾੜੀਆਂ ਵੱਜ ਜਾਣਗੀਆਂ। ਉਹ ਹਰਿਆਣਾ ਜਿੱਤ ਵੀ ਗਿਆ, ਹਰਿਆਣਾ ਸਫਰ ਕਰੇ, ਨੈਕਸਟ ਜਨਰੇਸ਼ਨ ਸਫਰ ਕਰੇ। ਹਾਂਜੀ ਹਾਂਜੀ, ਨੈਕਸਟ ਜਨਰੇਸ਼ਨ ਸਫਰ ਕਰ ਰਹੀ ਆ। ਅੱਛਾ, ਫਿਰ ਆਪਾਂ ਪੰਜਾਬ ਦੀ ਆਮ ਆਦਮੀ ਪਾਰਟੀ ਤੇ ਵਾਟ ਇਜ਼ ਦ ਫਿਊਚਰ ਫॉर ਆਮ ਆਦਮੀ ਪਾਰਟੀ? ਆਮ ਆਦਮੀ ਪਾਰਟੀ ਅਗਲੀ ਵਾਰੀ ਚੋਣਾਂ ਜਿੱਤ ਸਕਦੀ ਹੈ ਜੇ ਆਪਣੀ ਉਹ ਕਾਰਕਰਦਗੀ ਦੇ ਵਿੱਚ ਇੰਪਰੂਵਮੈਂਟ ਲਿਆਵੇ। ਨਹੀਂ ਤਾਂ 92 ਤੋਂ ਸੀਟਾਂ ਉਹਨਾਂ ਦੀਆਂ ਮੈਂ ਜੋ ਸਮਝਦਾ ਕਾਫੀ ਘਟ ਜਾਣਗੀਆਂ। ਇੰਪਰੂਵਮੈਂਟ ਕਿਸ ਸੈਕਟਰ ਦੇ ਵਿੱਚ ਜ਼ਰੂਰ? ਦੇਖੋ, ਇੱਕ ਤਾਂ ਭਗਵੰਤ ਮਾਨ ਦੇ ਜਿਹੜੇ ਐਡਵਾਈਜ਼ਰ ਆ ਉਹ ਨਿਕੰਮੇ ਆ, ਉਹਨਾਂ ਨੂੰ ਗਲਤ ਐਡਵਾਈਜ਼ ਕਰਦੇ ਆ, ਭਾਵੇਂ ਉਹ ਪੋਲੀਟੀਕਲ ਐਡਵਾਈਜ਼ਰ ਆ ਤੇ ਭਾਵੇਂ ਉਹ ਬਿਊਰੋਕਰੈਟਿਕ ਐਡਵਾਈਜ਼ਰ ਆ। ਦੂਜੀ ਗੱਲ, ਭਗਵੰਤ ਮਾਨ ਹਰ ਫਾਈਲ ਤੇ ਆਪਣਾ ਦਿਮਾਗ ਨਹੀਂ ਲਾਉਂਦਾ ਜਿਹੜਾ ਕਿ ਉਹਨੂੰ ਲਾਉਣਾ ਚਾਹੀਦਾ। ਤੀਜੀ ਗੱਲ, ਹੀ ਇਜ਼ ਨਾਟ ਐਕਸੈਸਿਬਲ। ਉਹ ਲੋਕਾਂ ਨੂੰ ਨਹੀਂ ਮਿਲਦਾ, MLA ਨੂੰ ਨਹੀਂ ਮਿਲਦਾ, ਮੰਤਰੀਆਂ ਨੂੰ ਨਹੀਂ ਮਿਲਦਾ। ਅਗਲੀ ਗੱਲ, ਕਰਪਸ਼ਨ ਦਾ ਜਿਹੜਾ ਇਨਸੀਡੈਂਸ ਹੈ ਉਹ ਘਟਿਆ, ਰੇਟ ਵੱਧ ਗਏ। ਜੇ ਅੱਗੇ 10 ਬੰਦੇ ਪੈਸੇ ਲੈ ਕੇ ਕੰਮ ਕਰਦੇ ਸੀ, ਹੁਣ 10 ਚੋਂ 2 ਲੈਂਦੇ ਆ। ਅੱਛਾ ਜੀ। ਜੇ 10 ਬੰਦੇ 100 ਰੁਪਏ ਲੈ ਕੇ ਕੰਮ ਕਰਦੇ ਸੀ, ਹੁਣ 2 ਬੰਦੇ 1000 ਲੈ ਕੇ ਕਰਦੇ ਆ। ਕੰਮ ਤੁਹਾਡਾ ਹੋ ਜਾਂਦਾ। ਅੱਛਾ, ਤਗੜ ਸਾਹਿਬ ਪਹਿਲਾਂ ਇਹ ਕਹਿੰਦੇ ਸੀ ਕਿ ਮੀਡੀਆ ਵਿੱਚ ਇੰਨੀ ਪ੍ਰਮੋਸ਼ਨ ਨਹੀਂ ਕਰਨੀ ਚਾਹੀਦੀ, ਹਰ ਇੱਕ ਥਾਂ ਤੇ ਆਪਣੀ ਫੋਟੋ ਨਹੀਂ ਲਾਉਣੀ ਚਾਹੀਦੀ, ਵਿਚ ਇਜ਼ ਵੈਰੀ, ਮੈਂ ਕਹੂੰਗਾ ਵੀ ਲੋ ਲੈਵਲ ਦਾ ਮੈਂ ਸਵਾਲ ਕਰ ਰਿਹਾ ਆਪ ਜੀ ਨੂੰ। ਕੋਈ
ਤੁਸੀਂ ਇਹਦਾ ਕਿਸ ਦੇਖੋ ਜੀ, ਫੋਟੋ ਲਾਉਣੀ ਤਾਂ ਹਰ ਸਿਆਸਤਦਾਨ ਦੀ ਭੁੱਖ ਹੁੰਦੀ ਹੈ। ਭਾਵੇਂ ਤੁਸੀਂ ਕੈਪਟਨ ਬਾਦਲ ਲਾ ਲਓ, ਉਦੋਂ ਪਿੱਛੇ ਲਾ ਲਓ, ਗਿਆਨੀ ਜ਼ੈਲ ਸਿੰਘ ਲਾ ਲਓ, ਕਿਹੜਾ ਸਾਰੇ ਫੋਟੋਆਂ ਅਖਬਾਰਾਂ 'ਚ ਵੀ ਤੇ ਪੋਸਟਰਾਂ 'ਚ ਵੀ, ਇਹ ਉਹਨਾਂ ਦੀ ਇੱਕ ਭੁੱਖ ਹੁੰਦੀ ਹੈ ਜਿਹੜੀ ਕਿ ਮੁੱਕਦੀ ਨਹੀਂ। ਅਗਲੀ ਗੱਲ ਹੁਣ ਆਉਂਦੇ ਆ ਭਗਵੰਤ ਮਾਨ ਤੇ ਫੋਟੋਆਂ ਕਿਉਂ ਲਾਉਂਦਾ। ਫਿਰ ਮੈਂ ਤੁਹਾਡੇ ਨਾਲ ਇੱਕ ਹੋਰ ਐਡਜੋਇਨਿੰਗ ਚੀਜ਼ ਐਕਸਪਲੇਨ ਕਰ ਜੂੰਗਾ। ਇਹਦਾ ਜਿਹੜਾ ਬਜਟ ਹੈ ਫੋਟੋਆਂ ਲਾਉਣ ਦਾ ਤੇ ਪਬਲਿਸਿਟੀ ਕਰਨ ਦਾ 780 ਕਰੋੜ ਦਾ ਐਨੂਅਲ, ਉਹਦੇ ਤੇ ਵੀ ਬੜੀ ਆਲੋਚਨਾ ਹੁੰਦੀ ਹੈ। ਅੱਛਾ ਜੀ। ਤੁਹਾਨੂੰ ਯਾਦ ਹੋਣਾ ਵੀ ਇੱਕ ਐਂਬੂਲੈਂਸਾਂ ਆਈਆਂ ਸੀ ਪੰਜਾਬ 'ਚ 108, ਯਾਦ ਹੈ? ਬਾਦਲ ਸਾਹਿਬ ਦੇ ਟਾਈਮ 108 ਨੰਬਰ ਸੀ, 108 ਘਮਾਓ ਤੇ ਉਹ ਐਂਬੂਲੈਂਸ ਦੇ ਫੋਨ ਤੇ ਜਾਂਦੀ ਸੀ ਜੀ। ਕੇਂਦਰ ਦਾ ਪੈਸਾ ਸੀ ਜੀ। ਸਾਰੀਆਂ ਤੇ ਫੋਟੋ ਬਾਦਲ ਸਾਹਿਬ ਨੇ ਆਪਣੀ ਲਵਾ ਲਈ ਸੀ ਜੀ। ਫੇਰ ਕੀ ਹੋਇਆ? ਉਸ ਤੋਂ ਬਾਅਦ ਉਹਨਾਂ ਨੇ ਤੇਲ ਪਾਣੀ ਬੰਦ ਕਰਤਾ ਐਂਬੂਲੈਂਸਾਂ ਦਾ, ਕੇਂਦਰ ਨੇ। ਕਹਿੰਦੇ ਫੋਟੋਆਂ ਲਾਓ। ਇਹਨਾਂ ਕੋਲ ਡਰਾਈਵਰਾਂ ਨੂੰ ਦੇਣ ਵਾਸਤੇ ਤਨਖਾਹ ਹੈ ਨਹੀਂ ਸੀ। ਐਂਬੂਲੈਂਸਾਂ ਖੜ ਗਈਆਂ, ਡੀਜ਼ਲ ਕੌਣ ਪਾਵੇ, ਡਰਾਈਵਰਾਂ ਨੂੰ ਤਨਖਾਹ ਕੌਣ ਦੇਵੇ? ਡਰਾਈਵਰ ਨੇ ਹੜਤਾਲ ਕਰਤੀ। ਫਿਰ ਬਾਦਲ ਨੇ ਫੋਟੋਆਂ ਲਾਈਆਂ, ਠੀਕ ਹੈ ਜੀ, ਫਿਰ ਚੱਲੀਆਂ, ਫਿਰ ਕੇਂਦਰ ਨੇ ਪੈਸੇ ਦਿੱਤੇ। ਤੇ ਜੇ ਹੁਣ ਇਦਾਂ ਦਾ ਥੋੜਾ ਘਣਾ ਕੰਮ ਮੇਰਾ ਨਿੱਕਾ ਵੀਰ, ਮੈਂ ਕਹਿੰਦਾ ਹੁੰਦਾ ਇਹਨੂੰ ਭਗਵੰਤ ਮਾਨ ਨੂੰ, ਮੇਰਾ ਨਿੱਕਾ ਵੀਰ ਜੇ ਕਰ ਲੈਂਦਾ ਮਾੜੀ ਮੋਟ, ਕਿਉਂ ਨਾਰਾਜ਼ ਹੁੰਦੇ ਨੇ ਯਾਰ ਤੁਸੀਂ? 700 ਕਰੋੜ ਕਹਿੰਦੇ ਜੀ ਰੱਖ ਲਿਆ ਇਹਨੂੰ ਪਬਲਿਸਿਟੀ ਵਾਸਤੇ, ਚੈਨਲਾਂ ਨੂੰ ਪੈਸੇ ਦੇਈ ਜਾਂਦਾ, ਖਰੀਦੀ ਜਾਂਦਾ, ਅਖਬਾਰਾਂ ਨੂੰ ਦੇਈ ਜਾਂਦਾ। ਪੰਨੂ ਸਾਹਿਬ ਅੱਜ ਦੀ ਤਰੀਕ 'ਚ ਇੰਗਲਿਸ਼ ਟ੍ਰਿਬਿਊਨ ਖੋਲ ਕੇ ਪੜ੍ਹੋ, ਸੋਲਰ ਪਾਵਰ ਪਰਚੇਜ਼ ਐਗਰੀਮੈਂਟ ਕੀਤਾ 1200 ਮੈਗਾਵਾਟ ਦਾ ਪੰਜਾਬ ਲਈ, 25 ਸਾਲ ਇਹੀ ਰੇਟ ਰਹਿਣਾ, 2 ਰੁਪਏ 50 ਪੈਸੇ ਯੂਨਿਟ। ਪੁੱਛੋ ਸੁਖਬੀਰ ਨੂੰ, ਉਹਨੇ ਕਿੰਨੇ ਦਾ ਕੀਤਾ ਸੀ? ਕੁਆਇਟ ਐਕਸਪੈਂਸਿਵ, 9 ਰੁਪਏ ਪਲੱਸ ਇੰਨੇ ਪੈਸੇ ਪਰ ਯੂਨਿਟ। ਚਲੋ ਮੰਨਿਆ ਉਹ ਥਰਮਲ ਪਾਵਰ ਸੀ, ਇਹ ਸੋਲਰ ਸੀ, ਆ ਰਿਹਾ ਸੀਗਾ ਉਦੋਂ। ਇਹ ਸੋਲਰ ਆ, ਉਹ ਥਰਮਲ ਆ। ਹਾਂਜੀ, ਪਰ ਪਾਵਰ ਇਜ਼ ਪਾਵਰ। ਯੈਸ, ਐਟ ਦਾ ਐਂਡ ਤੇ ਲੋਕਾਂ ਨੂੰ ਲਾਈਟ ਹੀ ਮਿਲਦੀ। ਲਾਈਟ 'ਚ ਤੂੰ ਭਾਈ ਤੂੰ ਲਵਾ ਲਾ, ਤੂੰ ਆਪਦਾ ਕੀ ਕਹਿੰਦੇ ਆ ਸੋਲਰ ਸਿਸਟਮ ਲਵਾ ਲੈਂਦਾ। ਟਰੂ। ਤੂੰ ਇੰਨੇ ਪੈਸੇ ਦੇਈ ਜਾਂਦਾ ਪ੍ਰਾਈਵੇਟ ਥਰਮਲ ਪਲਾਂਟਾਂ ਵਾਲਿਆਂ ਨੂੰ, ਉਹਦੇ ਵਿੱਚ ਵੀ ਬਹੁਤ ਵੱਡੀ ਹੇਰਾਫੇਰੀ ਹੈ ਜਿਹਦੇ ਤੇ ਮੈਂ ਹਜੇ ਘੋਖ ਕਰ ਰਿਹਾ। ਮੈਂ ਇੱਕ ਗੱਲ ਤਗੜ ਸਾਹਿਬ ਦੱਸੂਗਾ ਕਿ ਉਸ ਟਾਈਮ ਤੇ ਜਿਹੜੇ ਪਲੇਟਸ ਸਨ ਨਾ ਸੋਲਰ ਦੇ, that was not really cheap, ਪਰ ਕੰਪੈਰੀਟਿਵਲੀ ਹੁਣ ਬਹੁਤ ਇਹ ਅਫੋਰਡੇਬਲ ਹੋ ਗਏ। ਯੈਸ, ਚਲੋ ਜੀ, ਇਹ ਮਤਲਬ ਕਿ ਗੱਲ ਤਾਂ ਇਹ ਨਹੀਂ, ਇਹ 2.5 ਰੁਪਏ। ਹੁਣ ਤੁਸੀਂ ਦੇਖੋ ਵੀ 2.5 ਰੁਪਏ ਯੂਨਿਟ ਲੈ ਕੇ ਕਿੰਨੇ ਪੈਸੇ ਬਚਾ ਗਿਆ ਭਗਵੰਤ ਮਾਨ ਪੰਜਾਬ ਦੇ? ਕਿੰਨੇ ਕਰੋੜ ਬਚਾ ਗਿਆ? 25 ਸਾਲ ਬਚਨੇ। ਤੇ ਜੇ 780 ਕਰੋੜ ਉਹਨੇ ਲਾਤਾ ਪਬਲਿਸਿਟੀ ਤੇ, ਲੋੜਾ ਆ ਗਿਆ। ਦੂਜੀ ਗੱਲ, ਉਹ ਤੇ ਜ਼ਿੰਮੇਵਾਰੀ ਹੈ ਪਾਰਟੀ ਦੀ। ਇੱਕੋ ਸਟੇਟ ਹੈ ਨਾ ਜੀ ਆਮ ਆਦਮੀ ਪਾਰਟੀ ਕੋਲ, ਫੁੱਲ ਫਲੈਜ ਸਟੇਟ ਤਾਂ ਕੋਈ ਹੈ ਨਾ। ਜਿਹੜੀ ਹੈਗੀ ਆ ਦਿੱਲੀ ਦਾ, ਦੈਟ ਇਜ਼ ਦਾ ਮਿਊਨਿਸਪਲ ਕਾਰਪੋਰੇਸ਼ਨ। ਉਹਦੇ 'ਚ ਵੀ ਮੋਦੀ ਨੇ ਹੁਣ ਅਡੰਗਾ ਫਸਾਇਆ, ਆਰਡੀਨੈਂਸ ਪਾਸ ਕਰਤਾ ਤੇ ਲੈਫਟੀਨੈਂਟ ਜਿਹੜਾ ਹੈਗਾ ਗਵਰਨਰ, ਉਹਨੂੰ ਪਾਵਰਾਂ ਦੇਤੀ। ਜੇ ਉਹ ਥੋੜੀ ਬਹੁਤ ਪਾਰਟੀ ਲਈ ਪੈਸਾ ਖਰਚ ਕਰਦਾ ਹੈ ਤੇ ਇੱਕ ਚੰਗੀ ਪਾਰਟੀ ਜਿਹੜੀ ਆਮ ਤੌਰ ਤੇ ਚੰਗੀ ਸਮਝੀ ਜਾਂਦੀ ਹੈ, ਕੰਪੈਰੇਟਿਵਲੀ ਕਹਿੰਦਾ, ਕੰਪੈਰੇਟਿਵਲੀ ਕਲੀਨ, ਜੇ ਉਹ ਬਾਕੀ ਸਟੇਟਸ ਦੇ ਵਿੱਚ ਪੈਰ ਪਸਾਰ ਲੂ ਤੇ ਬੀਜੇਪੀ ਨੂੰ ਚੈਲੰਜ ਕਰ ਲੂ ਤਾਂ ਕੀ ਮਾੜਾ ਜੀ ਉਹ 'ਚ? ਮੋਦੀ ਨੂੰ ਚੈਲੰਜ ਕਰਨ ਵਾਲਾ ਹੁਣ ਕੌਣ ਆ, ਦੱਸੋ ਮੈਨੂੰ? ਇੰਡੀਆ ਜਿਹੜਾ ਇਸ ਵੇਲੇ ਨਵਾਂ ਗਰੁੱਪ ਬਣਿਆ, ਨਹੀਂ ਉਹ ਤਾਂ ਕਨਗਲਰੇਸ਼ਨ ਕਹਿੰਦੇ ਆ ਇਹਨੂੰ, ਉਹ ਤਾਂ ਇੱਕ ਮਿਲ ਗੋਬਾ ਬਣਿਆ ਨੇ ਜੀ। ਸਿੰਗਲ ਪਾਰਟੀ ਦੱਸੋ, ਸਿੰਗਲ ਪਾਰਟੀ ਦੱਸੋ, ਇੱਕ ਵਾਹਿਦ ਪਾਰਟੀ ਜਿਹੜੀ ਸਿਰ ਚੁੱਕ ਰਹੀ ਹੈ। ਨਹੀਂ, ਹੋਰ ਨਹੀਂ ਕੋਈ। ਦੈਟ ਇਜ਼ ਆਮ ਆਦਮੀ ਪਾਰਟੀ। ਬਾਕੀ ਸਲਾਈਡ ਕਰ ਰਹੀਆਂ ਕਿਹੜੀਆਂ? ਕਾਂਗਰਸ ਸਲਾਈਡ ਕਰ ਰਹੀ ਆ, ਅਕਾਲੀ ਸਲਾਈਡ ਹੀ ਕਰ ਗਏ, ਹਾਂਜੀ। ਬੀਐਸਪੀ ਖਤਮ ਹੋ ਗਈ ਕਿ ਕਾਂਸ਼ੀ ਰਾਮ ਤੋਂ ਬਾਅਦ, ਤੇ ਕਾਮਰੇਡ ਵੈਸੇ ਖਤਮ ਹੋ ਗਏ, ਸੀਪੀਆਈ ਸੀਪੀਐਮ, ਹਾਂਜੀ। ਉਹ ਮਹਾਰਾਸ਼ਟਰ 'ਚ ਉਹ ਪਲਟਤਾ ਜਿਹੜਾ ਸ਼ਰਦ ਆਪਣਾ ਪਵਾਰ ਹੈ। ਯੈਸ, ਤੇ ਰਹਿ ਕੌਣ ਗਿਆ ਟੱਕਰ ਦੇ ਨਾਲ? ਅੱਛਾ ਜੀ, ਤੁਸੀਂ ਕਿਹਾ ਹੈਗਾ ਕਿ ਭਗਵੰਤ ਮਾਨ ਇੰਨਾ ਟਾਈਮ ਨਹੀਂ ਦਿੰਦਾ। ਡਜ਼ ਹੀ ਹੈਜ਼ ਇਨਫ ਇੰਟੈਲੈਕਟ ਟੂ ਡਿਸਕਸ ਆਲ ਦਾ ਇਸ਼ੂਜ਼? ਉਹਦੇ ਕੋਲ ਕੰਨ ਹੈਗਾ ਸੁਣਨ ਨੂੰ, ਕੰਨ ਸੁਣ ਲੈਂਦਾ ਉਹ। ਤੇ ਜੇ ਕੋਈ ਕੰਨ 'ਚ ਪਾਉਣ ਵਾਲਾ ਦਿਮਾਗ ਹੋਵੇ, ਕੋਈ ਬੰਦਾ ਹੋਵੇ, ਤਾਂ ਉਹ ਤੇ ਇਫੈਕਟ ਹੁੰਦਾ। ਸੋ ਜਿਸ ਤਰ੍ਹਾਂ ਤੁਸੀਂ ਕਿਹਾ ਉਹ ਤੁਹਾਡਾ ਛੋਟਾ ਵੀਰ, ਤੁਸੀਂ ਉਹਨੂੰ ਇਦਾਂ ਕਾਲ ਕਰਦੇ ਹੋ, ਹੈਵ ਯੂ ਗਿਵ ਹਿਮ ਐਨੀ ਸੁਜੈਸ਼ਨ? ਬੜੀ ਵਾਰੀ ਦੇਈ ਦੀਆਂ। ਕੀ ਕਹਿੰਦਾ? ਮੇਰੀਆਂ ਸਾਰੀਆਂ ਵੀਡੀਓਜ਼ ਉਹਦੇ ਪਰਸਨਲ ਫੋਨ ਨੰਬਰ ਤੇ ਜਾਂਦੀਆਂ। ਹੀ ਹੈਜ਼ ਅ ਟਾਈਮ ਟੂ ਵਾਚ? ਪਤਾ ਨਹੀਂ ਕਰਦਾ। ਮੇਰੇ ਜਿੰਨਾ ਵੀ ਮੈਂ ਕੰਮ ਕਰਦਾ ਜਰਨਲਿਜ਼ਮ ਤੇ ਆਪਣੇ ਚੈਨਲ ਤੇ, ਉਹਨਾਂ ਦੇ ਮੀਡੀਆ ਜਿਹੜਾ ਸੈੱਲ ਹੈ ਉਹਨੂੰ ਵਾਚ ਕਰਦਾ। ਓਕੇ ਜੀ, ਓਕੇ ਜੀ। ਕਦੇ ਜਦੋਂ ਮੈਂ ਮਾਫ ਕਰਨਾ ਜੀ,
ਕ੍ਰਿਟਿਸਾਈਜ਼ ਕਰਦਾ ਗਵਰਨਮੈਂਟ ਨੂੰ ਤੇ ਉਹਨਾਂ ਦਾ ਸੋਸ਼ਲ ਮੀਡੀਆ ਜਿਹੜਾ ਹੈਗਾ ਉਹ ਮੈਨੂੰ ਕ੍ਰਿਟਿਸਾਈਜ਼ ਕਰਦਾ। ਜਿਵੇਂ ਕਿ ਮੈਂ ਸਭ ਤੋਂ ਪਹਿਲਾਂ ਉਹਦੇ ਅਗੇਂਸਟ ਇੱਕ ਸਟੋਰੀ ਕੀਤੀ ਜਦੋਂ ਜਹਾਜ਼ ਤੋਂ ਲਾਇਆ ਸੀ, ਸ਼ਰਾਬ ਪੀਤੀ ਸੀ ਫਰੈਂਕਫਰਟ ਤੋਂ, ਮੈਂ ਉਹ ਸਟੋਰੀ ਬ੍ਰੇਕ ਕੀਤੀ ਸੀ। ਓਕੇ। ਤੇ ਸੋਸ਼ਲ ਮੀਡੀਆ ਤੇ ਮੈਨੂੰ ਬੜੀ ਗਾਲ ਵਾਹੀ ਸੀ ਇਹਨਾਂ ਨੇ। ਉਸ ਤੋਂ ਬਾਅਦ ਮੈਂ ਉਹਦੀ ਤਾਰੀਫ ਵੀ ਕਰਦਾ, ਡਟ ਕੇ ਤਾਰੀਫ ਕਰਦਾ। EWS ਸਕੀਮ ਉਹਨੇ ਰੇੜੇ ਪਾਤੀ, ਮੈਂ ਉਹਦੀ ਡਟ ਕੇ ਕੁਝ ਦਿਨ ਪਹਿਲਾਂ ਵੀਡੀਓ ਕੀਤੀ, ਬਹੁਤ ਤਾਰੀਫ ਕੀਤੀ ਉਹਦੀ। ਉਹਨੇ ਰਾਜਜੀਤ ਜਿਹੜਾ ਡਰੱਗ ਵਾਲਾ ਉਹਨੂੰ ਡਿਸਮਿਸ ਕੀਤਾ, ਉਹਦੀ ਮੈਂ ਡਟ ਕੇ ਤਾਰੀਫ ਕੀਤੀ। ਵੈਰੀ ਗੁੱਡ। ਅੱਛਾ ਤਗੜ ਸਾਹਿਬ, ਜਾਣਨਾ ਚਾਹੂੰਗਾ ਕਿਉਂਕਿ ਜਿਹੜੀਆਂ ਸਥਾਨਕ ਪਾਰਟੀਆਂ ਹੁੰਦੀਆਂ ਨਾ ਜੀ, ਕੋਈ ਵੀ ਲੋਕਲ ਪਾਰਟੀ ਇਟ ਇਜ਼ ਵੈਰੀ ਇੰਪੋਰਟੈਂਟ ਹੁੰਦੀਆਂ ਕਿਸੇ ਵੀ ਸਟੇਟਸ ਦੇ ਵਿੱਚ। ਅਕਾਲੀ ਜਿਹੜੀ ਪਾਰਟੀ ਹੈ ਇਹ ਆਪਾਂ ਕਹਿ ਸਕਦੇ ਹਾਂ ਇੱਕ ਰਾਜ ਦੀ ਪਾਰਟੀ ਕਹੀ ਜਾ ਸਕਦੀ ਹੈ, ਜਿਹੜੀ ਬਹੁਤ ਵਧੀਆ ਕੰਮ ਕਰ ਰਹੀ ਸੀ ਕਿਤੇ, ਤੇ ਹੁਣ ਇਸ ਵੇਲੇ ਇਹ ਉਖੜ ਗਈ ਹੈ। ਉਖੜਨ ਦੇ ਕਾਰਨ ਆਪਾਂ ਕਿਹਨੂੰ ਬਲੇਮ, ਕਿਹਦੇ ਤੇ ਉਂਗਲ ਖੜੀ ਕਰ ਸਕਦੇ ਹਾਂ? ਉਖੜਨ ਦੇ ਕਾਰਨ ਕਈ ਹੈ ਜੀ। ਮੋਟੇ ਤੌਰ ਤੇ ਉਖੜਨ ਦਾ ਕਾਰਨ ਤਾਂ ਸੁਖਬੀਰ ਬਾਦਲ ਹੈ। ਇਹ ਤੋਂ ਪਹਿਲਾਂ ਹੁਣ ਵੱਡੇ ਬਾਦਲ ਸਾਹਿਬ, ਉਹਨਾਂ ਨੂੰ ਸਲਾਮ, ਜਿੱਥੇ ਵਸਦੇ ਸ਼ਾਂਤੀਪੂਰਕ ਵਸਣ। ਹਾਂਜੀ। ਜਿਹੜਾ ਮੁੱਢ ਵੱਜਿਆ ਉਹ ਤਾਂ ਬਾਦਲ ਨੇ ਬੰਨਿਆ ਜਦੋਂ ਇਸ ਪਾਰਟੀ ਦਾ ਉਹਨੇ ਪਰਿਵਾਰੀਕਰਨ ਕਰਤਾ। ਜੀ 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 ਜੀ। ਫਿਰ ਉਹਦੀ ਸੌੜੀ ਸਿਆਸਤ, ਉਹਦੀ ਪ੍ਰਕਾਸ਼ ਸਿੰਘ ਬਾਦਲ ਨੇ ਬਹੁਤ ਹੀ ਸਫਲ ਸਿਆਸਤਦਾਨ ਸੀ ਤੇ ਉਹਦਾ ਕੋਈ ਮੁਕਾਬਲਾ ਨਹੀਂ। ਮੈਂ ਸੋਚਦਾ ਵੀ ਬਹੁਤ ਹੀ ਪੰਜਾਬ ਲਈ ਮਾੜਾ ਸਿਆਸਤਦਾਨ ਬਾਦਲ ਸੀਗਾ। ਜਿੰਨਾ ਨੁਕਸਾਨ ਬਾਦਲ ਨੇ ਪੰਜਾਬ ਵਾਸਤੇ ਪੰਜਾਬ ਦਾ ਕੀਤਾ ਪਾਵਰ ਦੇ ਵਿੱਚ ਰਹਿਣ ਖਾਤਰ, ਉਹਨਾਂ ਕਿਸੇ ਨੇ ਕੀਤਾ। ਇੰਨਾ ਮਤਲਬੀ ਸਿਆਸਤਦਾਨ, ਫਿਰ ਗਾਂ ਉਹਨਾਂ ਦਾ ਮੁੰਡਾ ਕਰ ਲਿਆ ਤੇ ਪਾਰਟੀ ਦਾ ਨੁਕਸਾਨ, ਪਾਰਟੀ ਦਾ ਰੁੜ ਗਈ, ਪਾਰਟੀ ਗਈ ਆਪਣੇ ਬੇਟੇ ਨੂੰ। ਲੇਕਿਨ ਜੇਕਰ ਆਪਾਂ ਗੱਲ ਕਰਦੇ ਹਾਂ, ਸੁਖਬੀਰ ਬਾਦਲ ਨੂੰ ਇਹ ਕਹਿੰਦਾ ਹੁੰਦਾ ਸੀਗਾ ਕਿ ਇਹ ਅਮਰੀਕਾ ਦਾ MBA ਬਹੁਤ ਪਾਰਟੀ ਨੂੰ ਅੱਗੇ ਲੈ ਕੇ ਜਾਏਗਾ। ਹਾਂਜੀ। MBA ਇੱਥੇ ਕਰਨ ਆਉਂਦੇ ਤੁਹਾਡੇ ਕੋਲ ਮੁੰਡੇ ਕਈ ਕਰਦੇ ਇੱਥੇ ਆਪਾਂ ਵੇਖਦੇ ਆ ਕਿ ਲੱਖਾਂ ਦੀ ਗਿਣਤੀ ਵਿੱਚ ਸਟੂਡੈਂਟ ਪੜ੍ਹ ਰਹੇ ਹਨ। ਕਿੰਨੇ ਕੁ ਪੜ੍ਹ ਰਹੇ ਹਨ? ਵੈਰੀ ਫਿਊ ਪਰਸੈਂਟ ਆ ਪੜ੍ਹ ਰਹੇ ਹਨ। ਖੈਰ ਆਪਾਂ ਉਧਰ ਨੂੰ ਨਾ ਜਾਈਏ। ਸੋ ਇਹ ਰਿਵਾਈਵ ਕਿੱਦਾਂ ਹੋਏਗਾ? ਤੁਸੀਂ ਕੀ ਕਰਾਣਾ ਰਿਵਾਈਵ ਕਰਕੇ? ਚਾਹੀਦੀ ਨਹੀਂ ਕਿ ਇੱਕ ਆਪਾਂ ਨੂੰ ਲੋਕਲ ਪਾਰਟੀ ਤੇ ਹੋਰ ਪੈਦਾ ਹੋ ਜੂਗੀ। ਬੀਬੀ ਜਗੀਰ ਕੌਰ ਖੜੀ ਹੋਈ ਜਾਂਦੀ ਹੈ, ਹੁਣ ਦਿਓ। ਸੋ ਕਹਿੰਦਾ ਪਾ ਪਾਰਟੀ ਰਹੇਗੀ, ਵਿੱਚ ਲੀਡਰਸ਼ਿਪ ਚੇਂਜ ਹੋ ਜਾਏਗੀ। ਮੈਂ ਕਿਹਾ ਜੀ ਨਵੀਂ ਲੀਡਰਸ਼ਿਪ ਉੱਠਣ ਦਿਓ। ਸਾਡੇ ਮਤਲਬ ਕਿ ਸਿੱਖਾਂ 'ਚ ਲੀਡਰਸ਼ਿਪ ਕੋਈ ਨਹੀਂ, ਇੱਕੋ ਹੀ ਖਾਨਦਾਨ ਮਿਲਿਆ ਤੁਹਾਨੂੰ ਜਿਹੜਾ ਪਾਰਟੀ ਚਲਾ ਸਕਦਾ, ਹੋਰ ਨਹੀਂ ਹੈਗੇ। ਰੀਅਲੀ ਡੂ ਵੀ ਹੈਵ ਅ ਲੀਡਰ ਇਨ ਫਰਮ ਦ ਸੈਂਟਰ ਟੂ ਪ੍ਰੋਵਿੰਸ? ਹੈ ਕੋਈ ਲੀਡਰ? ਪੈਦਾ ਹੋ ਜਾਣਗੇ, ਕਿਉਂ ਨਹੀਂ ਹੋਣਗੇ? ਕੀ ਉਹ 50 ਸਾਲ ਆਉਣ ਵਾਲੇ ਟਾਈਮ 'ਚ ਕੀ ਹੋਣਾ ਵਾ? ਲੀਡਰ ਤੇ ਉਹ ਹੀ ਹੁੰਦਾ ਨਾ ਜਿਹੜਾ 50 ਸਾਲ ਦੀ ਸੋਚ ਨਾਲ ਅੱਜ ਕੰਮ ਕਰਦਾ। ਸਭ ਹੋ ਜਾਊਗਾ। We are a very intelligent race. ਕੌਣ ਹੋ ਸਕਦਾ? ਇਹ ਤਾਂ ਹੁਣ give me your point of view. ਨਹੀਂ ਪੁਆਇੰਟ ਆਫ ਵਿਊ ਕਿਸੇ ਨੂੰ ਪਿੰਨ ਪੁਆਇੰਟ ਕਰਨਾ ਤਾਂ ਇਹ ਹੋਊਗਾ ਨਾ ਜੀ ਮੈਂ ਕਿਸੇ ਨੂੰ ਪ੍ਰਮੋਟ ਕਰ ਰਿਹਾ, ਉਹਦਾ ਨਾਮ ਲੈ ਦਿੱਤਾ, ਦੂਜੀ ਦਾ ਨਹੀਂ ਲਿਆ। ਮੈਂ ਐਵੇਂ ਕਿਸੇ ਦਾ ਨਾਮ ਲਵਾਂ, ਪਰ ਮੈਂ ਜੋ ਨਜ਼ਰ ਮਾਰਦਾ ਸਾਡੇ ਕੋਲ ਪਨੀਰੀ ਹੈਗੀ ਆ ਜਿਹੜੀ ਗਰੋ ਕਰੇਗੀ। ਓਕੇ। ਪੰਜਾਬ ਦੀ ਕਾਂਗਰਸ ਜੀ ਦੇ ਪ੍ਰਤੀ ਕੀ ਵਿਚਾਰ? ਪੰਜਾਬ ਦੀ ਕਾਂਗਰਸ ਦਾ ਉਹੀ ਹਾਲ ਹੈ ਜੋ ਨੈਸ਼ਨਲ ਲੈਵਲ ਤੇ ਹਾਲ ਹੈ, ਸਲਾਈਟਲੀ ਬੈਟਰ, ਸਲਾਈਟਲੀ। ਤੇ ਪ੍ਰਤਾਪ ਸਿੰਘ ਬਾਜਵੇ ਵਰਗਾ ਸਿਆਣਾ ਲੀਡਰ ਹੈਗਾ ਤੇ ਨਾਲ ਨਾਲ ਨਵਜੋਤ ਸਿੱਧੂ ਵਰਗਾ ਵੀ ਹੈਗਾ ਜਿਹੜਾ ਕਿ ਸੈਲਫ ਗੋਲ ਕਰਨ ਜਾਣਦਾ, ਆਪਣੇ ਖੇਡਦਾ ਆਪਣੇ ਵਾਲੇ ਪਾਸੇ ਗੋਲ ਕਰ ਜਾਂਦਾ ਉਹ। ਤੇ ਬਾਕੀ ਨੁਕਸਾਨ ਚੰਨੀ ਨੇ ਕੀਤਾ ਜੋ ਤੁਸੀਂ ਵਿਦ ਉਹ ਜਿਹੜਾ ਸਿੱਧੂ ਹੈ ਉਹਦਾ ਉਦਾਂ ਹੀ ਲਾਈਟਲੀ ਕਿਹਾ ਜਾਂ ਉਹਦਾ ਡੀਮੈਰਿਟ ਪੁਆਇੰਟ ਦੱਸਿਆ ਜਾਂ ਮੈਰਿਟ ਦੱਸਿਆ? ਇਹ ਤੁਸੀਂ ਆਪੇ ਸਾਹਮਣੇ। ਤਗੜ ਸਾਹਿਬ ਬਹੁਤ ਚੰਗਾ ਲੱਗਾ। ਮੈਂ ਦੱਸਣਾ ਚਾਹੁੰਦਾ ਰਜਿੰਦਰ ਸਿੰਘ ਤਗੜ ਪੰਜਾਬ ਦਸਤਾਵੇਜ਼ YouTube ਤੇ Facebook ਚੈਨਲ ਚਲਾਉਂਦੇ ਹਨ। ਵੈਰੀ ਇੰਟੈਲੈਕਚੁਅਲ ਬਾਡੀ ਕਿਹਾ ਜਾ ਸਕਦਾ ਹੈ। ਸੋ ਆਪ ਇਹਨਾਂ ਦਾ ਜ਼ਰੂਰ ਚੈਨਲ ਸਬਸਕ੍ਰਾਈਬ ਕਰੋ। ਅੱਜ ਇਹਨਾਂ ਨਾਲ ਫਸਟ ਟਾਈਮ ਮੈਨੂੰ ਗੱਲ ਕਰਨ ਦਾ ਮੌਕਾ ਮਿਲਿਆ ਤੇ ਅਜੇ ਗੱਲਾਂ ਤੇ ਹੋਰ ਬਹੁਤ ਸਾਰੀਆਂ ਹਨ ਜਿਹੜੀਆਂ ਕਿ ਇਹਨਾਂ ਨਾਲ ਡਿਸਕਸ ਕਰਨ ਦਾ ਵਿਚਾਰ ਬਣਦਾ। ਸੋ ਇਨ ਦਾ ਫਿਊਚਰ ਜਦੋਂ ਮੈਂ ਇੰਡੀਆ ਗਿਆ ਉੱਥੇ ਇਹਨਾਂ ਦੇ ਸਟੂਡੀਓ 'ਚ ਬਹਿ ਕੇ ਗੱਲ ਕਰਾਂਗੇ। ਸ਼ਾਇਦ ਇਹ ਮੈਨੂੰ ਉੱਥੇ ਇੰਟਰਵਿਊ ਕਰ ਕੈਨੇਡਾ ਵਾਸਤੇ, ਲੇਕਿਨ ਮੈਂ ਤਾਂ ਇਹੋ ਗੱਲ ਕਰੂੰਗਾ ਕਿ ਜਿਹੜੀ ਪੰਜਾਬ ਦੀ ਇਕੋਨਮੀ ਹੈ ਉਸ ਨੂੰ ਬਿਹਤਰ ਕਰਨ ਵਾਸਤੇ ਸਾਨੂੰ ਗੁੱਡ ਇਕੋਨੋਮਿਸਟ ਚਾਹੀਦੇ ਹਨ। ਜਿਹੜੇ ਟ੍ਰੈਡੀਸ਼ਨਲ ਇਕੋਨੋਮਿਸਟ ਆ ਨਾ ਜੀ, ਦੇ ਆਰ ਨਾ ਫਿਟ ਫॉर ਦ ਕੰਟਰੀ। ਹੁਣ ਇਸ ਵੇਲੇ ਆਫਟਰ ਕੋਵਿਡ-19 ਤੋਂ ਟੋਟਲੀ ਜਿਹੜੀ ਆ ਧਾਰਨਾ ਆਈ ਬਿਲੀਵ ਕਿ ਬਦਲ ਗਈ ਹੈ। ਜਿਹੜੀਆਂ ਇਕਨੋਮਿਕਸ ਦੀਆਂ ਡੈਫੀਨੇਸ਼ਨ ਸਨ ਉਹ ਵੀ ਇਸ ਵੇਲੇ ਫੇਲ ਹੋ ਰਹੀਆਂ ਹਨ ਐਜ਼ ਇਨ ਕੈਨੇਡਾ।
ਇੱਕ ਬੰਨੇ ਗਰੋਥ ਹੋ ਰਹੀ ਹੈ, ਦੂਜੇ ਬੰਨੇ ਜਿਹੜਾ ਗਵਰਨਮੈਂਟ ਜੋ ਇਸ ਵੇਲੇ ਇਨਫਲੇਸ਼ਨ ਰੇਟ ਵੱਧ ਰਿਹਾ ਹੈ ਡਿਊ ਟੂ देयर ਨੈਗਲੀਜੈਂਸ ਕਰਕੇ ਹੋ ਰਿਹਾ ਹੈ। ਇੱਕ ਬੰਨੇ ਉਹ ਇੰਟਰਸਟ ਵਧਾ ਰਹੇ ਹਨ ਜਿਹੜਾ ਕਿ ਉਹਨਾਂ ਦੇ ਕੰਟਰੋਲ 'ਚ ਹੈ, ਇੱਕ ਬੰਨੇ ਗੈਸ ਦੀਆਂ ਕੀਮਤਾਂ ਵੱਧ ਰਹੀਆਂ ਜਿਹੜੀਆਂ ਕਿ ਉਹਨਾਂ ਦੇ ਕੰਟਰੋਲ 'ਚ ਹਨ, ਇੱਕ ਬੰਨੇ ਜਿਹੜਾ ਪ੍ਰਾਈਵੇਟ ਸੈਕਟਰ ਹੈ ਉਹਨਾਂ ਨੂੰ ਅਨਲਿਮਿਟਿਡ ਬੈਨੀਫਿਟ ਦੇਣ ਵਾਸਤੇ ਜਿਹੜਾ ਕਾਰਪੋਰੇਟ ਸੈਕਟਰ ਆ ਵੱਧ ਤੋਂ ਵੱਧ ਬੈਨੀਫਿਟ ਲੈ ਰਿਹਾ ਹੈ, ਤੇ ਫਿਰ ਕਹਿੰਦੇ ਨਹੀਂ ਇਨਫਲੇਸ਼ਨ ਵੱਧ ਗਿਆ। what kind of this policy they are adopted? It's a totally wrong. So we have to ਜਿਹੜੀਆਂ ਵਾ ਪੁਰਾਣੀਆਂ ਡੈਫੀਨੇਸ਼ਨ 100-150 ਸਾਲ ਤੋਂ ਪਹਿਲੀਆਂ ਇਕਨੋਮਿਕਸ ਦੀਆਂ ਚੱਲ ਰਹੀਆਂ ਵਾ ਉਹਨਾਂ ਨੂੰ ਵੀ ਇਸ ਵੇਲੇ ਮੋਡੀਫਾਈ ਕਰਨਾ ਪਵੇਗਾ, ਉਹਨਾਂ ਨੂੰ ਨਵੇਂ ਵਰਲਡ ਦੀ ਇਕਨੋਮੀ ਮੁਤਾਬਕ ਵੇਖਣਾ ਪਵੇਗਾ। ਇਸੇ ਤਰੀਕੇ ਨਾਲ ਪੰਜਾਬ ਨੂੰ, ਭਾਰਤ ਨੂੰ ਨਵੀਂ ਇਸ ਵੇਲੇ ਵਰਲਡ ਦੀ ਇਕਨੋਮੀ ਨੂੰ ਵੇਖਦੇ ਹੋਏ ਆਪਣਾ ਟ੍ਰੈਡੀਸ਼ਨਲ ਜਿਹੜਾ ਵਾ ਇਕਨੋਮਿਕ ਰੀਫਾਰਮ ਚਾਹੀਦੇ ਹਨ। ਉਹਨਾਂ ਨੂੰ ਜੇਕਰ ਨਹੀਂ ਕਰਦੇ, ਇੰਡੀਆ ਵਿਲ ਨਾਟ ਸ਼ਾਈਨ ਫॉर ਐਵਰ, ਇੰਡੀਆ ਵਿਲ ਨਾਟ ਕਮ ਔਨ ਦ ਫਸਟ ਪਲੇਸ ਜਿਸ ਤਰ੍ਹਾਂ ਮੋਦੀ ਸਾਹਿਬ ਕਹਿੰਦੇ ਹਨ। ਤੇ ਨਾਲ ਹੀ ਤੱਗੜ ਸਾਹਿਬ ਨੇ ਕਿਹਾ ਕਿ 10 ਸਾਲਾਂ ਨਾਲ 1000 ਸਾਲ ਦਾ ਕੋਈ ਲਿੰਕ ਨਹੀਂ ਹੋਣਾ ਚਾਹੀਦਾ, ਲੇਕਿਨ ਮੋਦੀ ਸਾਹਿਬ ਕਹਿੰਦੇ ਹਨ। ਤੱਗੜ ਸਾਹਿਬ ਅੰਤ ਤੇ ਕੀ ਕਹਿਣਾ ਚਾਹੋਗੇ? ਮੈਂ ਬਾਜੀ ਇਹ ਕਹਿਣਾ ਚਾਹੁੰਦਾ ਜੀ, ਤੁਸੀਂ ਇਕਨੋਮੀ ਦੀ ਗੱਲ ਕੀਤੀ, ਪੰਜਾਬ ਦੀ ਇਕਨੋਮੀ ਦੀ, ਤੁਸੀਂ ਪਹਿਲਾਂ ਪੰਜਾਬ ਆਓ, 2-4 ਗੱਲਾਂ ਤੁਸੀਂ ਆਫ ਦੀ ਏਅਰ ਮੈਨੂੰ ਦੱਸੀਆਂ। ਤੁਹਾਡੀ ਇਕਨੋਮੀ ਕੁਝ ਲੋਕਾਂ ਨੇ ਖਰਾਬ ਕੀਤੀ ਹੈ ਪੰਜਾਬ 'ਚ, ਤੁਹਾਡੀ ਇਕਨੋਮੀ ਠੀਕ ਕਰਾਂਗੇ ਪਹਿਲਾਂ ਤਾਂ। ਹਾਂਜੀ, ਉਹਦੇ ਵਾਸਤੇ ਮੈਂ ਥੋੜਾ ਸਹਿਯੋਗ ਦੇਵਾਂਗਾ ਤੁਹਾਨੂੰ, ਜਿਹੜਾ ਬੰਦਿਆਂ ਨੇ ਉੱਥੇ ਲੁੱਟਿਆ ਫੁੱਟਿਆ ਤੇ ਉਹਨਾਂ ਦਾ ਵੀ ਫਿਰ ਆਪਾਂ ਹਿਸਾਬ ਕਿਤਾਬ ਕਰਾਂਗੇ ਤੇ ਤੁਹਾਡੀ ਇਕਨੋਮੀ ਇਨ ਪੰਜਾਬ ਸਟਰੈਂਥਨ ਕਰਾਂਗੇ। ਹਾਂਜੀ, ਇੱਕ ਤੇ ਪ੍ਰੋਬਲਮ ਆ ਜੀ, ਕੋਈ ਵੀ ਇੱਥੋਂ ਜਾ ਕੇ ਇਨਵੈਸਟਰ ਜਦੋਂ ਜਾਂਦਾ ਹੈ ਤੇ ਵੱਡੇ ਵੱਡੇ ਮੂੰਹ ਖੋਲ ਕੇ ਬੈਠੇ ਹਨ, ਖਾ ਜੋ ਨਹੀਂ ਵੀ ਆਰ देयर ਟੂ ਹੈਲਪ ਵਿਚ ਇਜ਼ ਵੈਰੀ ਡੇਂਜਰਸ। ਇਸ ਕਰਕੇ ਕੋਈ ਵੀ ਨਹੀਂ ਚਾਹੁੰਦਾ, ਜਿਸ ਤਰ੍ਹਾਂ ਤੁਸੀਂ ਕਿਹਾ ਹੈਗਾ ਕਿ ਲੋਕੀ ਬਹੁਤ ਸਾਰੇ ਵਾਪਸ ਜਾਣਾ ਚਾਹੁੰਦੇ ਹਨ ਲੇਕਿਨ ਉੱਥੇ ਕੋਈ ਦਿਖਾਈ ਨਹੀਂ ਦਿੰਦਾ। ਕੋਈ ਨਹੀਂ ਆਪ ਕਰਾਂਗੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ, ਨਮਸਕਾਰ, ਖੁਦਾ ਹਾਫਿਜ਼। ਲਓ ਜੀ, ਇਹ ਜਾਣ ਤੋਂ ਪਹਿਲਾਂ ਮੈਂ ਦੱਸਦਾ ਕਿ ਈ ਬਾਬਾ ਐਪ ਡਾਊਨਲੋਡ ਕਰ ਲਓ। ਈ ਬਾਬਾ ਐਪ ਇੱਕ ਅਜਿਹਾ ਐਪ ਹੈ ਜਿਸ ਤੇ ਸਾਰੇ ਸੰਸਾਰ ਤੋਂ ਫ੍ਰੀ ਚੈਨਲ ਤੁਸੀਂ ਦੇਖ ਸਕਦੇ ਹੋ, ਸ੍ਰੀ ਦਰਬਾਰ ਸਾਹਿਬ ਦਾ ਚੈਨਲ ਵੀ। ਥੈਂਕ ਯੂ ਜੀ।